ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਸ਼ਿਲੇ ਦਾ ਵੀ ਬਹੁਤ ਵੱਡਾ ਮਤਲਬ ਹੁੰਦਾ ਸੀਗਾ ਕਿ ਸਵਾ ਮਹੀਨਾ ਇੱਕ ਤਾਂ ਔਰਤ ਜਿਹਨੇ ਬੱਚੇ ਨੂੰ ਜਨਮ ਦਿੱਤਾ ਉਹਨੂੰ ਉਸ ਟਾਈਮ ਬਹੁਤ ਸੰਭਾਲ ਦੀ ਜ਼ਰੂਰਤ ਹੁੰਦੀ ਆ। ਕੁੜੀ ਦੀ ਇੰਨੀ ਖੁਸ਼ੀ ਨਹੀਂ ਲੋਕਾਂ ਨੂੰ ਹੁੰਦੀ, ਜਦੋਂ ਮੁੰਡਾ ਕਿਸੇ ਦੇ ਘਰੇ ਹੁੰਦਾ ਤਾਂ ਉਦੋਂ ਮਤਲਬ ਲੋਕ ਰਿਸ਼ਤੇਦਾਰ ਵੀ ਕਾਹਲੇ ਪੈ ਜਾਂਦੇ ਆ। ਤੁਹਾਨੂੰ ਵੀ ਇੰਨੀ ਖੁਸ਼ੀ ਹੁੰਦੀ ਆ ਵੀ ਤੁਸੀਂ ਹਰੇਕ ਜਗ੍ਹਾ ਫੋਨ ਖੜਕਾ ਕੇ ਦੱਸਣਾ ਸ਼ੁਰੂ ਕਰ ਦਿੰਦੇ ਹੋ। ਬੱਚਾ ਹੋਏ ਨੂੰ ਕੁਛ ਕੁ ਘੰਟੇ ਹੀ ਹੋਏ ਹੁੰਦੇ ਨੇ ਤਾਂ ਸਾਰੇ ਆਉਣਾ ਹਸਪੀਟਲ ਹੀ ਆਉਣਾ ਸ਼ੁਰੂ ਕਰ ਦਿੰਦੇ ਨੇ, ਹੈ ਨਾ। ਨਿਆਣੇ ਨੂੰ ਵੱਧ ਤੋਂ ਵੱਧ ਡਾਕਟਰ ਕਹਿੰਦੇ ਨੇ ਵੀ ਜਿੰਨਾ ਸੌਂਦਾ ਉਹਨੂੰ ਸੌਂ ਲੈਣ ਦਿਓ ਤਾਂ ਜੋ ਮਾਂ ਨੂੰ ਵੀ ਇੱਕ ਤਰ੍ਹਾਂ ਨਾਲ ਆਰਾਮ ਮਿਲੇ, ਹੈ ਨਾ, ਰੈਸਟ ਮਿਲੇ। ਬਹੁਤ ਸਾਰੀਆਂ ਜਨਾਨੀਆਂ ਨੂੰ, ਨਾਲੇ ਉਹ ਖੁਦ ਮਾਵਾਂ ਬਣੀਆਂ ਹੁੰਦੀਆਂ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਸ ਟਾਈਮ ਤੇ ਸਾਨੂੰ ਬੱਚੇ ਨੂੰ ਕਿਵੇਂ ਦੇਖਣਾ ਚਾਹੀਦਾ। ਕੋਈ ਰਿਸ਼ਤੇਦਾਰ ਇਹੋ ਜਿਹਾ ਨਹੀਂ ਹੁੰਦਾ ਵੀ ਜਿਹੜਾ ਆ ਕੇ ਤੁਹਾਨੂੰ ਕਹੂਗਾ ਮੈਂ ਚਲੋ ਮਹੀਨਾ ਤੁਹਾਡਾ ਕਟਾ ਜਾਵਾਂਗਾ। ਭੈਣੇ ਵਿਆਹ 'ਚ 10 ਦਿਨ ਆ ਜਾਣਗੇ ਜਿੱਤੇ ਪਤਾ ਹੁੰਦਾ ਨਾ ਵੀ ਇਸ ਮੌਕੇ ਜਾ ਕੇ ਮੈਨੂੰ ਕੰਮ ਕਰਨਾ ਪੈਣਾ ਜਾਂ ਕਿਸੇ ਨੂੰ ਸਾਂਭਣਾ ਪੈਣਾ, ਕੋਈ ਵੀ ਨਹੀਂ ਆਉਂਦਾ। ਲੋਕ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਸੇ ਦੇ ਕਹਿਣ ਤੋਂ ਪਹਿਲਾਂ ਆਪ ਹੀ ਸਿਆਣੇ ਹੁੰਦੇ ਸੀ ਵੀ ਭਾਈ ਨਿਆਣਾ ਹੋ ਗਿਆ ਬਹੁਤ ਖੁਸ਼ੀ ਆ ਪਰ ਸਵਾ ਮਹੀਨੇ ਤੋਂ ਬਾਅਦ ਦੇਖਣ ਜਾਵਾਂਗੇ। ਵੀਡੀਓ ਕਾਲ ਤੇ ਜਦੋਂ ਬੱਚੇ ਦੇ ਨੇੜੇ ਮੋਬਾਈਲ ਜਾਂਦਾ ਜਾਂ ਤੁਸੀਂ ਬੈਠੇ ਮੋਬਾਈਲ ਬੱਚੇ ਦੇ ਨੇੜੇ ਯੂਜ਼ ਕਰ ਰਹੇ ਹੋ, ਬਿਲਕੁਲ ਇੱਕ ਐਕਸ-ਰੇ ਕਰਾਉਣ ਜਿੰਨਾ ਅਸਰ ਉਹਦੇ ਤੇ ਪੈਂਦਾ, ਹੈ ਨਾ। ਸਾਡੇ ਘਰੇ ਕੋਈ ਵਿਆਹ ਦਾ ਕਾਰਡ ਦੇਣ ਆਇਆ ਤੇ ਮੈਂ ਮਤਲਬ ਅਨੰਤ ਨੂੰ ਚੱਕ ਕੇ ਉਹਨਾਂ ਨੂੰ ਮਿਲਾਉਣ ਲੈ ਕੇ ਗਈ ਤੇ ਉਹਨਾਂ ਨੇ ਮਤਲਬ ਦੂਰੋਂ ਹੀ ਦੇਖਿਆ, ਕਹਿੰਦੇ ਭੈਣੇ ਹਲੇ ਤੇ ਇਹਦੀ ਸਕਿਨ ਬਹੁਤ ਸੈਂਸਿਟਿਵ ਆ ਨਾ। ਕਈ ਵਾਰੀ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਤੂੰ ਬਹੁਤੀ ਮਾਡਰਨ ਆ, ਤੂੰ ਬਹੁਤੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ ਗੱਲਾਂ ਕਰਦੀ, ਹੁਣ ਤੂੰ ਸਾਨੂੰ ਸਿਖਾਏਂਗੀ। ਅਸੀਂ ਵੀ ਬੱਚੇ ਪੈਦਾ ਕੀਤੇ ਨੇ ਨਾ। ਸਾਡੇ ਘਰੇ ਪਿੰਡੋਂ ਕਿਸੇ ਨੇ ਵੀ ਆਉਣਾ, ਉਹਨਾਂ ਨੇ ਕਹਿਣਾ ਜਵੈਣ ਵਾਲਾ ਦੁੱਧ ਦੇ ਦਿਓ, ਇਹਦਾ ਢਿੱਡ ਨਹੀਂ ਦੁਖੂਗਾ। ਜਦੋਂ ਅਜੇ ਤੱਕ ਬੱਚੇ ਦਾ ਢਿੱਡ ਦੁਖ ਹੀ ਨਹੀਂ ਰਿਹਾ, ਤੁਸੀਂ ਉਹਨੂੰ ਕਿਉਂ ਜਵੈਣ ਵਾਲਾ ਦੁੱਧ ਦੇ ਰਹੇ ਹੋ ਨਾ। ਸਿਆਣੇ ਕਹਿੰਦੇ ਸੀ ਵੀ ਪੈਸਾ ਬੱਚੇ ਦੇ ਹੱਥ 'ਚ ਨਹੀਂ ਫੜਾਉਣਾ ਕਿਉਂਕਿ ਉਹਨੂੰ ਅਲੱਗ-ਅਲੱਗ ਹੱਥਾਂ ਦੀ ਮੈਲ ਲੱਗੀ ਹੁੰਦੀ ਆ। ਤੁਸੀਂ ਨਿਆਣੇ ਨੂੰ ਜਿੰਨੀ ਦੇਰ ਤੱਕ ਚੱਕ ਕੇ ਉਹਦੇ ਚੰਗੀ ਤਰ੍ਹਾਂ ਹੱਥ ਪੈਰ ਨਹੀਂ ਚੈੱਕ ਕਰਦੇ, ਤੁਸੀਂ ਉਹਦੇ ਨੈਣ ਨੈਕਸ ਜਾਂ ਉਹਨੂੰ ਤੁਸੀਂ ਚੁੰਮਦੇ ਨਹੀਂ ਹੈ ਕਿ ਤੁਹਾਨੂੰ ਲੱਗਦਾ ਵੀ ਤੁਸੀਂ ਨਿਆਣਾ ਦੇਖਿਆ ਹੀ ਨਹੀਂ ਕਿਸੇ ਦਾ। ਦਿਨ ਲਈ ਕਿਸੇ ਨੂੰ ਕਹਿ ਸਕਦੇ ਹੋ ਕਿ ਤੁਸੀਂ ਮੇਰੀ ਕੇਅਰ ਕਰ ਦਿਓ, ਕਿ ਤੁਹਾਡੇ ਨਾਲ ਚਾਹੇ ਤੁਹਾਡਾ ਹਸਬੈਂਡ ਵੀ ਆ ਚਾਹੇ ਤੁਹਾਡੀ ਸੱਸ ਵੀ ਆ, ਕਦੀ ਤੁਹਾਡੇ ਨਾਲ ਰਾਤ ਨੂੰ ਨਹੀਂ ਜਾਗਣਗੇ। ਆਪਾਂ ਨੂੰ ਉਹਦੇ ਨਾਲ ਨਹੀਂ ਚੱਲ ਕੋਈ ਨਾ ਠਾ ਦੇ ਫੇਰ ਸੌਂ ਲੂਗਾ, ਹੁਣ ਦੇਖਣ ਆਏ ਨੇਗੇ ਵੀ ਹੁਣ ਜ਼ਰੂਰੀ ਥੋੜੀ ਆ ਵੀ ਅਗਲੇ ਨੇ ਅੱਖਾਂ ਖੁੱਲੀਆਂ ਤੇ ਸ਼ਗਨ ਦੇਣਾ। ਸਹੀ ਗੱਲ ਹੈ। ਜਿਵੇਂ ਆਪਣੇ ਇਹ ਹੁੰਦਾ ਵਾ ਵੀ ਮਾੜਾ ਜਿਹਾ ਬੱਚਾ ਰੋਇਆ, ਦੇ ਦਿਓ ਇਹਨੂੰ ਦੁੱਧ, ਦੇ ਦਿਓ ਇਹਨੂੰ ਦੁੱਧ। ਉਹ ਕਹਿੰਦੇ ਹਰ ਵਾਰ ਰੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੱਚੇ ਨੂੰ ਦੁੱਧ ਹੀ ਚਾਹੀਦਾ ਆ, ਹਨਾ। ਸਰੀਰ ਇੰਨਾ ਕਮਜ਼ੋਰ ਹੋਇਆ ਹੁੰਦਾ ਕਿ ਜਿਹੜਾ ਕੰਮ ਤੁਸੀਂ ਪਹਿਲਾਂ 10 ਮਤਲਬ ਮਿੰਟ 'ਚ ਕਰ ਰਹੇ ਹੁੰਦੇ ਹੋ ਉਹ ਤੁਸੀਂ 30 ਮਿੰਟ 'ਚ ਕਰ ਰਹੇ ਹੁੰਦੇ ਹੋ ਨਾ। ਜਦੋਂ ਕੋਈ ਮਤਲਬ ਔਰਤ ਮਾਂ ਬਣਨ ਵਾਲੀ ਹੁੰਦੀ ਹੈ ਨਾ ਤਾਂ ਹੀ ਕਹਿੰਦੇ ਨੇ ਵੀ ਉਹਦੇ ਆਲੇ ਦੁਆਲੇ ਦਾ ਮਾਹੌਲ ਵਧੀਆ ਹੋਣਾ ਚਾਹੀਦਾ ਕਿਉਂਕਿ ਉਹ ਉਸ ਟਾਈਮ ਤੇ ਸਭ ਤੋਂ ਜ਼ਿਆਦਾ ਵੀਕ ਮੈਂਟਲ ਸਿਚੁਏਸ਼ਨ ਦੇ ਵਿੱਚ ਹੁੰਦੀ ਹੈ। ਪਰ ਫਿਰ ਵੀ ਤੁਹਾਨੂੰ ਉਮੀਦ ਹੁੰਦੀ ਆ ਵੀ ਮੇਰਾ ਜੀਵਨ ਸਾਥੀ ਮੇਰੇ ਨਾਲ ਹੋਵੇ ਉਸ ਵਕਤ 'ਚ ਨਾ। ਉੱਥੇ ਬੰਦਾ ਡੱਬੇ ਦੇਣ ਭੱਜਿਆ ਹੁੰਦਾ। ਸਾਡੇ ਜਿਹੜੇ ਪਰਿਵਾਰ ਨੇ ਉੱਥੇ ਤਾਂ ਇਹ ਵੀ ਆ ਵੀ ਜੇ ਤੁਹਾਡੇ ਮੁੰਡਾ ਹੋਇਆ ਤੇ ਚਾਹੇ ਤੁਸੀਂ ਦਿਨ ਦੇ ਸਵੇਰੇ 9 ਵਜੇ ਬੱਚਾ ਦੇਖਣ ਆਏ ਹੋ ਤੇ ਤੁਹਾਨੂੰ ਕਿਸੇ ਨੇ ਪੈਗ ਨਹੀਂ ਲਵਾਇਆ ਤਾਂ ਲੋਕੀ ਐਡਾ ਮੂੰਹ ਬਣਾ ਲੈਂਦੇ। ਮੈਨੂੰ ਲੱਗਦਾ ਹੁੰਦਾ ਵੀ ਕਿਸੇ ਦੀਆਂ ਉਦਾਹਰਨਾਂ ਅਸੀਂ ਨਾ ਦਈਏ। ਹਾਂ, ਜਦੋਂ ਕੋਈ ਆਪਾਂ ਨੂੰ ਲੱਗਦਾ ਵੀ ਨਹੀਂ ਇਹ ਵੈਸੇ ਡਿਮੋਰਲਾਈਜ਼ ਆ ਜਾਂ ਵੈਸੇ ਨੈਗੇਟਿਵ ਥਾਟ ਇਹਨੂੰ ਆ ਰਹੇ ਨੇਗੇ, ਉੱਥੇ ਤੁਸੀਂ ਉਹਦੀ ਕਾਉਂਸਲਿੰਗ ਕਰ ਸਕਦੇ ਹੋ ਵੀ ਇਹ ਸਿਰਫ ਤੇਰੀ ਸੋਚ ਆ, ਇੱਦਾਂ ਹੈ ਨਹੀਂ ਆ ਅਸਲ ਦੇ ਵਿੱਚ, ਹੈ ਨਾ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ। ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹੋਣਗੇ ਤੇ ਅਕਸਰ ਆਪਾਂ ਉਹ ਵਿਸ਼ਾ ਜਿਹੜਾ ਕਿ ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਤਜਰਬਾ ਕਰਦੇ ਹਾਂ। ਹਰ ਘਰ ਦੇ ਵਿੱਚ ਬੱਚੇ ਦੀ ਆਮਦ ਹੁੰਦੀ ਹੈ ਤੇ ਬੱਚੇ ਦੇ ਆਉਣ ਦੇ ਨਾਲ ਜੋ ਪਰਿਵਾਰ ਦਾ ਮਾਹੌਲ ਬਣਦਾ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ। ਪਰ ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਉਸ ਮੌਕੇ 'ਤੇ ਖਾਸ ਤੌਰ 'ਤੇ ਬਿਲਕੁਲ ਅਣਗੌਲੀਆਂ ਕਰ ਦਿੰਦੇ ਹਾਂ ਵੀ ਜਿਹੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਅਸੀਂ ਨਹੀਂ ਰੱਖਦੇ। ਅਤੇ ਬਹੁਤੀ ਵਾਰ ਇੱਦਾਂ ਹੁੰਦਾ ਹੈ ਕਿ ਅਸੀਂ ਆਪਣੇ ਤਜਰਬੇ ਤੋਂ ਗੱਲ ਕਰਦੇ ਹਾਂ ਅਤੇ ਅੱਜ ਦੇ ਇਸ ਵਿਸ਼ੇ ਦੇ ਵਿੱਚ ਵੀ ਅਸੀਂ ਆਪਣੇ ਤਜਰਬੇ ਤੋਂ ਹੀ ਜਾਂ ਆਲੇ ਦੁਆਲੇ ਜੋ ਆਪਾਂ ਦੇਖਦੇ ਹਾਂ ਜਾਂ ਕਈ ਵਾਰੀ ਆਪਾਂ ਆਪਣੇ ਕਿਸੇ ਦੋਸਤ ਮਿੱਤਰ ਤੋਂ ਚੀਜ਼ਾਂ ਸੁਣਦੇ ਹਾਂ, ਸੋ ਉਹਨਾਂ ਦੇ ਬੇਸ 'ਤੇ ਅੱਜ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿ ਜਦੋਂ ਇੱਕ ਪਰਿਵਾਰ ਦੇ ਵਿੱਚ ਕੋਈ ਵੀ ਨਵਾਂ ਜੀਅ ਆਉਂਦਾ, ਕੋਈ ਵੀ ਬੱਚਾ ਜਨਮ ਲੈਂਦਾ ਆ ਤਾਂ ਉਸ ਮੌਕੇ ਕਿਹੋ ਜਿਹਾ ਮਾਹੌਲ ਹੋਣਾ ਚਾਹੀਦਾ ਜਾਂ ਉਸ ਮੌਕੇ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਜਾਂ ਕਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ। ਮਾਂ ਦੀ ਸਾਂਭ ਸੰਭਾਲ ਤਾਂ ਚਲੋ ਇੱਕ ਅੱਡ ਵਿਸ਼ਾ ਰਹਿ ਜਾਂਦਾ, ਪਰ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਧਿਆਨ ਰੱਖਿਆ ਜਾਣਾ ਬਹੁਤ ਜ਼ਰੂਰੀ ਹੁੰਦਾ। ਸੋ ਰੁਪਿੰਦਰ ਭੈਣ ਹੋਰਾਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਅੱਗੇ ਫਿਰ ਇਸ ਵਿਸ਼ੇ 'ਤੇ ਆਪਾਂ ਗੱਲਬਾਤ ਤੋਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ? ਵਧੀਆ, ਤੁਸੀਂ ਕਿਵੇਂ ਹੋ? ਵਧੀਆ, ਠੀਕ ਠਾਕ।
ਤੇ ਅੱਜ ਵਾਲਾ ਵਿਸ਼ਾ ਵੀ ਮੈਨੂੰ ਲੱਗਦਾ ਕਿ ਆਪਣੇ ਲਈ ਨੇੜੇ ਦਾ, ਕਿਉਂਕਿ ਆਪਾਂ ਦੋਨਾਂ ਨੇ ਇਸ ਵਿਸ਼ੇ ਦਾ ਤਜਰਬਾ ਕੀਤਾ। ਤੁਹਾਡੇ ਵੀ 2 ਬੱਚੇ ਹੋਏ, ਆਨੰਦ ਹੋਈ ਹੈ ਨਾ, ਮੇਰੇ ਲਈ ਉਹ ਤਜਰਬਾ। ਜਾਂ ਆਪਾਂ ਆਲੇ ਦੁਆਲਿਓਂ ਵੀ ਜਾਂ ਉੱਦਾਂ ਵੀ ਆਪਾਂ ਜਦੋਂ ਡਿਸਕਸ ਕਰ ਰਹੇ ਸੀ ਕਿ ਅਗਲਾ ਟੌਪਿਕ ਕੀ ਹੋਣਾ ਚਾਹੀਦਾ ਹੈ ਨਾ, ਤਾਂ ਬਹੁਤ ਸਾਰੇ ਆਪਣੇ ਜਿਹੜੇ ਦਰਸ਼ਕ ਨੇ ਉਹ ਵੀ ਆਪਾਂ ਨੂੰ ਸੁਨੇਹੇ ਭੇਜਦੇ ਰਹਿੰਦੇ ਆ ਕਿ ਇਸ ਵਿਸ਼ੇ ਤੇ ਤੁਸੀਂ ਗੱਲਬਾਤ ਕਰੋ ਨਾ। ਸੋ ਇਹ ਉਹ ਵਿਸ਼ਾ ਜਿਹਦੇ ਤੇ ਅਸੀਂ ਸਾਰੇ ਗੱਲ ਸੁਣਨਾ ਵੀ ਚਾਹੁੰਦੇ ਹਾਂ ਤੇ ਗੱਲ ਕਰਨਾ ਵੀ ਚਾਹੁੰਦੇ ਹਾਂ, ਹੈ ਨਾ। ਸੋ ਉਦੋਂ ਵੀ ਆਪਾਂ ਬੜੀਆਂ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਵੀ ਚਲੋ ਜਦੋਂ ਬੱਚਾ ਜਨਮ ਲੈਂਦਾ, ਮਾਂ ਦੀ ਜਾਂ ਬੱਚੇ ਦੀ ਦੇਖਭਾਲ ਆ ਜਿਹੜੀ, ਉਹ ਤਾਂ ਜਿਹੜੀ ਕਿ ਮਤਲਬ ਡਾਕਟਰੀ ਤੌਰ ਤੇ ਹੋਣੀ ਚਾਹੀਦੀ ਆ ਜਾਂ ਵੈਸੇ ਵੀ ਘਰ 'ਚ ਹੋਣੀ ਚਾਹੀਦੀ ਆ, ਉਹ ਇੱਕ ਅਲੱਗ ਵਿਸ਼ਾ। ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਬੱਚਾ ਜਨਮ ਲਏ ਤੇ ਜਿਹੜੀਆਂ ਕਿ ਅਸੀਂ ਘਰਾਂ ਦੇ ਵਿੱਚ ਕਈ ਵਾਰੀ ਨਹੀਂ ਗੌਲਦੇ, ਜਾਂ ਸਾਨੂੰ ਲੱਗਦਾ ਹੈ ਕਿ ਇਹ ਮਤਲਬ ਇਹਦੇ ਤੇ ਧਿਆਨ ਦੇਣਾ ਕਿਉਂ ਜ਼ਰੂਰੀ ਆ, ਹੈ ਨਾ। ਜਿਹ 'ਚ ਸਭ ਤੋਂ ਵੱਡੀ ਗੱਲ ਇਹ ਸੀਗੀ ਵੀ ਜਦੋਂ ਕੋਈ ਬੱਚਾ ਜਨਮ ਲੈਂਦਾ ਆ ਤਾਂ ਅੱਜ ਕੱਲ੍ਹ ਆਪਾਂ ਉਸੇ ਟਾਈਮ ਸਾਰਿਆਂ ਨੂੰ ਹੀ ਫੋਨ ਕਰਕੇ ਦੱਸ ਦਿੰਦੇ ਆ ਵੀ ਬੱਚੇ ਨੇ ਜਾਂ ਨਿਆਣਾ ਹੋ ਗਿਆ, ਬੱਚੇ ਨੇ ਜਨਮ ਲਿਆ, ਤੇ ਉਸੇ ਟਾਈਮ ਸਾਰੇ ਰਿਸ਼ਤੇਦਾਰ ਤਿਆਰੀ ਖਿੱਚ ਲੈਂਦੇ ਨੇ ਵੀ ਅਸੀਂ ਬੱਚਾ ਦੇਖਣ ਜਾਈਏ, ਹੈ ਨਾ। ਪਰ ਆਪਾਂ ਜਿਵੇਂ ਗੱਲ ਕਰਦੇ ਹੁੰਦੇ ਆ ਵੀ 1.25 ਮਹੀਨੇ ਨੂੰ ਆਪਣੇ ਸ਼ਿਲਾ ਕਹਿ ਦਿੰਦੇ ਨੇ ਵੀ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਪੁਰਾਣੇ ਬਜ਼ੁਰਗਾਂ ਦੀਆਂ ਰੱਦ ਕਰਤੀਆਂ ਕਿ ਉਹ ਤਾਂ ਐਵੇਂ ਹੀ ਕਹਿੰਦੇ ਸੀਗੇ, ਜਾਂ ਫਿਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਲੌਜਿਕ ਲੱਭੇ ਵੀ ਉਹ ਐਂ ਕਿਉਂ ਕਹਿੰਦੇ ਹੁੰਦੇ ਸੀਗੇ, ਹੈ ਨਾ। ਸੋ ਸ਼ਿਲੇ ਦਾ ਵੀ ਬਹੁਤ ਵੱਡਾ ਮਤਲਬ ਹੁੰਦਾ ਸੀਗਾ ਕਿ 1.25 ਮਹੀਨਾ ਇੱਕ ਤਾਂ ਔਰਤ ਜਿਹਨੇ ਬੱਚੇ ਨੂੰ ਜਨਮ ਦਿੱਤਾ ਉਹਨੂੰ ਉਸ ਟਾਈਮ ਬਹੁਤ ਸੰਭਾਲ ਦੀ ਜ਼ਰੂਰਤ ਹੁੰਦੀ ਆ ਵੀ ਜ਼ਿਆਦਾ ਲੋਕੀ ਨਾ ਆਉਣ ਜਾਣ ਕਰਕੇ ਘਰਦਿਆਂ ਕੋਲ ਵੀ ਵਿਹਲ ਹੁੰਦੀ ਆ, ਤਾਂ ਉਹ ਬੱਚੇ ਨੂੰ ਤੇ ਔਰਤ ਨੂੰ ਪੂਰੇ ਵਧੀਆ ਤਰੀਕੇ ਦੇ ਨਾਲ ਸੰਭਾਲ ਸਕਦੇ ਨੇਗੇ, ਹੈ ਨਾ। ਪਰ ਅੱਜ ਕੱਲ੍ਹ ਅਸੀਂ ਸਾਰੀਆਂ ਚੀਜ਼ਾਂ ਰੱਦ ਕਰਤੀਆਂ। ਅਸੀਂ ਬੱਚਾ ਹੁੰਦਾ ਨਾਲ ਦੀ ਨਾਲ ਫੋਨ ਖੜਕ ਜਾਂਦੇ ਨੇ ਤੇ ਫਿਰ ਸਾਰੇ ਰਿਸ਼ਤੇਦਾਰ ਤਿਆਰੀ ਖਿੱਚ ਲੈਂਦੇ ਨੇ ਵੀ ਚਲੋ ਨਿਆਣਾ ਦੇਖਣ ਚੱਲੀਏ ਆਪਾਂ, ਹੈ ਨਾ। ਸੋ ਬੱਚਾ ਹੋਏ ਨੂੰ ਕੁਛ ਕੁ ਘੰਟੇ ਹੀ ਹੋਏ ਹੁੰਦੇ ਨੇ ਤਾਂ ਸਾਰੇ ਆਉਣਾ, ਹੌਸਪੀਟਲ ਹੀ ਆਉਣਾ ਸ਼ੁਰੂ ਕਰ ਦਿੰਦੇ ਨੇ, ਹੈ ਨਾ। ਮੈਨੂੰ ਲੱਗਦਾ ਹੁੰਦਾ ਕਿ ਸ਼ਿਲੇ ਦਾ ਮਤਲਬ ਅਸੀਂ ਭੁੱਲ ਗਏ, ਹੈ ਨਾ। ਅੱਜ ਕੱਲ੍ਹ ਨਾਲ ਦੀ ਨਾਲ ਵੀਡੀਓ ਕਾਲ ਜਾਂ ਫੋਨਾਂ 'ਤੇ ਆਪਾਂ ਕਹਿ ਦਿੰਦੇ ਹਾਂ ਲਿਆ ਮਤਲਬ ਉਹਦੇ ਨਾਲ ਵੀ ਗੱਲ ਕਰਾ ਦਿਓ, ਹੈ ਨਾ। ਅਸੀਂ ਬੈੱਡ 'ਤੇ ਪਈ ਲੇਡੀ ਦੇ ਨਾਲ ਵੀ ਸਾਨੂੰ ਹੁੰਦਾ ਕਿ ਉਸੇ ਟਾਈਮ ਅਸੀਂ ਗੱਲ ਕਰ ਲਈਏ, ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਨਾ। ਤੇ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜ਼ਿਆਦਾ ਬੋਲਣਾ ਨਹੀਂ ਚਾਹੀਦਾ, ਸਿਰ ਥੱਲੇ ਭਾਈ ਇਹਦੇ ਸਰਾਣਾ ਨਾ ਰੱਖੋ ਨਾ, ਕਿਉਂਕਿ ਫਿਰ ਸਾਰੀ ਉਮਰ ਬਾਅਦ 'ਚੋਂ ਸਿਰ ਨਹੀਂ ਦੁਖਣੋਂ ਹਟਣਾ। ਇਹ ਸੱਚੇ ਸਾਇੰਟੀਫਿਕ ਰੀਜ਼ਨ ਸੀਗੇ ਵੀ ਇੱਦਾਂ ਹੁੰਦਾ ਵੀ ਜਦੋਂ ਤੁਸੀਂ ਜ਼ਿਆਦਾ ਬੋਲਦੇ ਹੋ ਜਾਂ ਤੁਹਾਡੇ ਆਲੇ ਦੁਆਲੇ ਵੀ ਜ਼ਿਆਦਾ ਰੌਲਾ ਹੁੰਦਾ ਨਾ, ਜਾਂ ਜਿਵੇਂ ਮੇਰੀ ਸਰਜਰੀ ਹੋਈ ਸੀ ਤਾਂ ਮੈਨੂੰ ਉਹਨਾਂ ਨੇ ਸਰਾਣਾ ਨਹੀਂ ਸੀ ਲੈਣ ਦਿੱਤਾ ਵੀ ਸਰਾਣਾ ਨਾ ਦਿਓ, ਕਿਉਂਕਿ ਬਾਅਦ 'ਚੋਂ ਤੁਹਾਨੂੰ ਹੀ ਦਿੱਕਤ ਹੋਣੀ ਹੈ ਵੀ ਤੁਹਾਡੀ ਆਈ ਸਾਈਟ 'ਤੇ ਵੀ ਅਸਰ ਹੋਊਗਾ ਜਾਂ ਫਿਰ ਤੁਹਾਡਾ ਬਾਅਦ 'ਚੋਂ ਸਿਰ ਨਹੀਂ ਦੁਖਣੋਂ ਹਟਣਾ ਨਾ। ਤੇ ਹੁਣ ਤਾਂ ਅਸੀਂ ਜਮਾਂ ਹੀ ਨਹੀਂ ਧਿਆਨ ਰੱਖਦੇ ਇਹਨਾਂ ਚੀਜ਼ਾਂ ਦਾ। ਗੁਰਦੀਪ, ਜਿਵੇਂ ਤੁਸੀਂ ਕਿਹਾ ਨਾ ਵੀ ਆਪਾਂ ਪੁਰਾਣੇ ਬਜ਼ੁਰਗਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨਕਾਰਤੀਆਂ। ਬਜ਼ੁਰਗਾਂ ਦੀਆਂ ਛੱਡੋ ਤੁਸੀਂ, ਅਸੀਂ ਮਹਿਤਾਬ ਨੂੰ ਲੈ ਕੇ ਜਿਨ੍ਹਾਂ ਕੋਲ ਜਾਂਦੇ ਹੁੰਦੇ ਸੀ ਜਿਹੜੇ ਡਾਕਟਰ ਕੋਲੇ, ਹੈ ਨਾ, ਤਾਂ ਉਹਨਾਂ ਨੇ ਸਾਨੂੰ ਜ਼ਰੂਰ ਪੁੱਛਣਾ ਵੀ ਕੋਈ ਰਿਸ਼ਤੇਦਾਰ ਆਇਆ ਸੀ, ਤੁਸੀਂ ਇਹਨੂੰ ਜਾਂ ਬਾਹਰ ਕਿਤੇ ਲੈ ਕੇ ਗਏ ਸੀ ਇਹੋ ਜਿਹੀ ਜਗ੍ਹਾ 'ਤੇ। ਅਸੀਂ ਕਹਿਣਾ ਵੀ ਨਹੀਂ, ਇੱਦਾਂ ਦਾ ਕੁਛ ਨਹੀਂ, ਅਸੀਂ ਹੈ ਨਾ ਮਤਲਬ ਤਾਂ ਘਰੇ ਕਿਸੇ ਨੂੰ ਕੋਈ ਇਨਫੈਕਸ਼ਨ ਹੋਇਆ ਹੋਵੇ ਤਾਂ ਮਤਲਬ ਡਾਕਟਰ ਕੋਲੇ ਆਪਾਂ ਡਰਦੇ ਨਹੀਂ ਕਹਿੰਦੇ ਹੁੰਦੇ ਵੀ ਹਾਂ ਕੋਈ ਆਇਆ ਸੀ ਉਹਨੇ ਇਹਨੂੰ ਇੰਨੀ ਵਾਰ ਚੁੱਕਿਆ ਜਾਂ ਇੰਨੇ ਜਾਣੇ ਸਾਡੇ ਘਰੇ ਆਏ। ਤਾਂ ਉਹ ਕਹਿੰਦੇ ਵੀ ਇਹਨਾਂ ਚੀਜ਼ਾਂ ਦੇ ਕਾਰਨ ਹੁੰਦੇ ਆ, ਬੱਚਾ ਇੰਨੀ ਛੇਤੀ ਬਿਮਾਰ ਨਹੀਂ ਹੁੰਦਾ ਮਤਲਬ ਜਿੰਨੀ ਛੇਤੀ ਤੁਸੀਂ ਇਹਨੂੰ ਲੈ ਕੇ ਆ ਜਾਂਦੇ ਹੋ। ਤਾਂ ਸੱਚੀ ਇਹੀ ਚੀਜ਼ ਸੀਗੀ ਕਿ ਜਦੋਂ ਮਹਿਤਾਬ ਹੋਇਆ, ਕੁਛ ਆਪਾਂ ਕਹਿ ਦਿੰਦੇ ਵੀ ਕੁੜੀ ਦੀ ਇੰਨੀ ਖੁਸ਼ੀ ਨਹੀਂ ਲੋਕਾਂ ਨੂੰ ਹੁੰਦੀ, ਜਦੋਂ ਮੁੰਡਾ ਕਿਸੇ ਦੇ ਘਰੇ ਹੁੰਦਾ ਤਾਂ ਉਦੋਂ ਮਤਲਬ ਲੋਕ ਰਿਸ਼ਤੇਦਾਰ ਵੀ ਕਾਹਲੇ ਪੈ ਜਾਂਦੇ ਆ, ਤੁਹਾਨੂੰ ਵੀ ਇੰਨੀ ਖੁਸ਼ੀ ਹੁੰਦੀ ਆ ਵੀ ਤੁਸੀਂ ਹਰੇਕ ਜਗ੍ਹਾ ਫੋਨ ਖੜਕਾ ਕੇ ਦੱਸਣਾ ਸ਼ੁਰੂ ਕਰ ਦਿੰਦੇ ਹੋ। ਤਾਂ ਇੰਨੇ ਜ਼ਿਆਦਾ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਸੀਗਾ ਵੀ ਗੁਰਨੂਰ ਦੇ ਮੁਕਾਬਲੇ ਮਹਿਤਾਬ ਜ਼ਿਆਦਾ ਬਿਮਾਰ ਰਿਹਾ ਉਹਨਾਂ ਟਾਈਮਾਂ 'ਚ। ਅਤੇ ਉਹਨਾਂ ਨੇ ਸਾਨੂੰ ਬੜਾ ਖਿੱਚ ਕੇ ਪੈਣਾ, ਕਈ ਵਾਰੀ ਉਹਨਾਂ ਨੇ ਮੈਨੂੰ ਵਾਰ-ਵਾਰ ਕਹਿਣਾ ਵੀ ਤੁਹਾਨੂੰ ਸ਼ਿਲੇ ਦਾ ਮਤਲਬ ਪਤਾ ਹੈ ਵੀ ਬੱਚਾ ਅੱਗੇ ਜਦੋਂ ਮਾਂ ਮਤਲਬ ਬੱਚੇ ਨੂੰ ਜਨਮ ਦਿੰਦੀ ਸੀ ਵੀ ਆਪਾਂ ਆਮ ਕਹਿ ਦਿੰਦੇ ਹਾਂ ਮਾਂ ਦਾ ਦੂਜਾ ਜਨਮ ਹੁੰਦਾ ਨਾ, ਤੁਹਾਡਾ ਸਰੀਰ ਕਿੰਨਾ ਕਮਜ਼ੋਰ ਹੋਇਆ ਹੁੰਦਾ। ਜਿਵੇਂ ਤੁਸੀਂ ਕਿਹਾ ਵੀ ਆਪਾਂ ਨੂੰ ਕਹਿ ਦਿੰਦੇ ਆ ਜ਼ਿਆਦਾ ਬੋਲਣਾ ਨਹੀਂ ਫਿਰ ਤੇਰਾ ਸਿਰ ਪੀੜ ਕਰੂਗਾ, ਜ਼ਿਆਦਾ ਬੈਠਣਾ ਨਹੀਂ ਫਿਰ ਤੇਰਾ ਲੱਕ ਪੀੜ ਕਰੂਗਾ। ਤੁਹਾਨੂੰ ਚੰਗੀ ਖੁਰਾਕ ਦਿੱਤੀ ਜਾਂਦੀ ਆ ਉਹਨਾਂ ਦਿਨਾਂ 'ਚ, ਨਿਆਣੇ ਨੂੰ ਵੱਧ ਤੋਂ ਵੱਧ ਡਾਕਟਰ ਕਹਿੰਦੇ ਨੇ ਵੀ ਜਿੰਨਾ ਸੌਂਦਾ ਉਹਨੂੰ ਸੌਂ ਲੈਣ ਦਿਓ ਤਾਂ ਜੋ ਮਾਂ ਨੂੰ ਵੀ ਇੱਕ ਤਰ੍ਹਾਂ ਨਾਲ ਆਰਾਮ ਮਿਲੇ, ਹੈ ਨਾ, ਰੈਸਟ ਮਿਲੇ। ਫਿਰ ਉਹ ਕਹਿੰਦੇ ਹੁੰਦੇ ਸੀ ਵੀ ਜਿੰਨੇ ਦਿਨ 40 ਦਿਨਾਂ ਦਾ ਕੋਈ ਕਰਦਾ ਸੀਗਾ ਜਾਂ ਕੋਈ 21 ਦਿਨਾਂ ਦਾ, ਹੈ ਨਾ, ਸ਼ਿਲਾ ਕਰਦਾ ਸੀ, ਤਾਂ ਉਨੇ ਦਿਨ ਬਾਹਰੋਂ ਕੋਈ ਰਿਸ਼ਤੇਦਾਰ ਜਾਂ ਆਂਢ ਗੁਆਂਢ ਤੁਹਾਡੇ ਘਰੇ ਨਹੀਂ ਸੀ ਆਉਂਦਾ। ਜੇ ਕੋਈ ਬਹੁਤ ਖਾਸ ਹੋਣਾ ਕਿਸੇ ਨੇ ਆਉਣਾ ਤਾਂ ਲੋਕ ਕਹਿੰਦੇ ਹੁੰਦੇ ਸੀ ਵੀ ਇੱਕ ਤਾਂ ਤੁਸੀਂ ਆਪਣੇ ਹੱਥ ਧੋ ਕੇ ਆਓ, ਹੱਥ ਮੂੰਹ ਧੋ ਲਓ ਪਹਿਲਾਂ, ਦੂਜਾ ਤੁਸੀਂ ਆਪਣੀ ਜੁੱਤੀ ਚੱਪਲ ਜੋ ਵੀ ਤੁਸੀਂ ਪਾਈ ਹੋਈ ਆ ਉਹ ਤੁਸੀਂ ਬਾਹਰ ਲਾ ਕੇ ਆਓ। ਪਰ ਹੁਣ ਕੀ ਹੁੰਦਾ, ਰਿਸ਼ਤੇਦਾਰ ਦੂਜੇ ਦਿਨ ਤੋਂ ਹੀ ਆਉਣੇ ਸ਼ੁਰੂ ਹੋ ਜਾਂਦੇ ਆ ਅਤੇ ਉਹ ਮਾਂ ਨੂੰ
ਪੂਰਾ ਆਰਾਮ ਨਹੀਂ ਮਿਲਦਾ। ਉਸ ਚੀਜ਼ ਦੇ ਤਜਰਬੇ ਆਪਣੇ ਨਾਲ ਇਹ ਨੇ ਵੀ ਮੈਂ ਪੱਕੀ ਮਾਈਗ੍ਰੇਨ ਦੀ ਪੇਸ਼ੈਂਟ ਆ ਇੱਕ ਤਰ੍ਹਾਂ ਨਾਲ, ਹੈ ਨਾ। 1.5-2 ਸਾਲ ਬਾਅਦ ਤੱਕ, ਡਿਲੀਵਰੀ ਤੋਂ ਬਾਅਦ ਤੱਕ ਤੁਹਾਡਾ ਲੱਕ ਦੁਖਦਾ ਰਹਿੰਦਾ। ਤੇ ਨਿਆਣਾ ਤੁਹਾਡਾ, ਉਹ ਤਾਂ ਆਪਾਂ ਤਜਰਬੇ ਕੀਤੇ ਨੇ ਵੀ ਆਪਾਂ ਹਰ ਚੌਥੇ ਦਿਨ ਫਿਰ ਡਾਕਟਰ ਕੋਲ ਲੈ ਕੇ ਜਾਂਦੇ ਹਾਂ ਨਾ। ਬੱਚੇ ਨੂੰ ਪੈਦਾ ਹੋਣ ਤੋਂ ਬਾਅਦ ਹੀ ਸਮੱਸਿਆਵਾਂ ਕਿੰਨੀਆਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਪੁਰਾਣੇ ਸਮੇਂ 'ਚ ਆਪਾਂ ਸੁਣਦੇ ਨਹੀਂ ਸੀ ਹੁੰਦੇ, ਉਹ ਇਹਨਾਂ ਕਾਰਨਾਂ ਕਰਕੇ ਹੀ ਹੁੰਦੀਆਂ ਨੇ। ਤੇ ਵੱਡੀ ਗੱਲ ਇਹ ਆ ਗੁਰਦੀਪ ਕਿ ਮਤਲਬ ਬੱਚਾ ਹੋਣਾ ਬਹੁਤ ਵਧੀਆ ਗੱਲ ਆ, ਖੁਸ਼ੀ ਦੀ ਗੱਲ ਹੁੰਦੀ ਆ। ਹਰੇਕ ਰਿਸ਼ਤੇਦਾਰ ਨੂੰ ਉਸ ਚੀਜ਼ ਦਾ ਚਾਅ ਹੋਣਾ ਚਾਹੀਦਾ। ਕਈ ਵਾਰੀ ਆਪਾਂ ਐਡੀਆਂ ਗਲਤੀਆਂ ਕਰ ਲੈਂਦੇ, ਆਪਾਂ ਡਿਲੀਵਰੀ ਤੋਂ ਪਹਿਲਾਂ ਹਸਪਤਾਲ ਜਾਣ ਲੱਗੇ ਫ਼ੋਨ ਕਰ ਦਿੰਦੇ ਹਾਂ, ਹੈ ਨਾ। ਫਿਰ ਤੁਸੀਂ ਹਸਪਤਾਲ 'ਚ ਹੁੰਦੇ ਹੋ, ਤੁਹਾਨੂੰ ਉਦੋਂ ਉਸ ਜਨਾਨੀ ਦੀ ਕੇਅਰ ਕਰਨੀ ਚਾਹੀਦੀ ਹੈ, ਉੱਥੇ ਤੁਹਾਨੂੰ ਫ਼ੋਨ ਕਰ ਰਿਸ਼ਤੇਦਾਰ ਡਿਸਟਰਬ ਕਰਦੇ ਰਹਿੰਦੇ ਨੇ। ਘਰੇ ਆ ਕੇ ਲੋਕ ਦੇਖਣ ਆ ਜਾਂਦੇ ਆ, ਤੁਸੀਂ ਉਦੋਂ ਨਹੀਂ ਕੇਅਰ ਕਰਦੇ। ਇਕੱਲੀ ਮਾਂ ਅਤੇ ਬੱਚੇ ਦੀ ਜ਼ਿੰਦਗੀ ਨਹੀਂ ਔਖੀ ਹੁੰਦੀ, ਨਾਲ ਜਿਹੜੇ ਜੀ ਉਹਨਾਂ ਨੂੰ ਸੰਭਾਲ ਰਹੇ ਹੁੰਦੇ ਨੇ। 2 ਜਾਣੇ ਆ ਗਏ, 4 ਜਾਣੇ ਆ ਗਏ, ਬੰਦਾ ਮਾਂ ਨੂੰ ਤੇ ਬੱਚੇ ਨੂੰ ਤਾਂ ਦੇਖਦਾ ਨਹੀਂ। ਲੋਕੀ ਚਾਹ ਪਿਲਾਉਣ, ਰੋਟੀਆਂ ਖਵਾਉਣ 'ਚ ਹੀ ਲੱਗੇ ਰਹਿੰਦੇ ਨੇ। ਭੈਣੇ ਅੱਗੇ ਪਤਾ ਕੀ ਹੁੰਦਾ ਸੀ, ਅੱਗੇ ਚਲੋ ਪਰਿਵਾਰ ਬਹੁਤ ਵੱਡੇ ਹੁੰਦੇ ਸੀ ਤੇ ਲੋਕ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਸੇ ਦੇ ਕਹਿਣ ਤੋਂ ਪਹਿਲਾਂ ਆਪ ਹੀ ਸਿਆਣੇ ਹੁੰਦੇ ਸੀ ਵੀ ਭਾਈ ਨਿਆਣਾ ਹੋ ਗਿਆ, ਬਹੁਤ ਖੁਸ਼ੀ ਆ, ਪਰ 1.25 ਮਹੀਨੇ ਤੋਂ ਬਾਅਦ ਦੇਖਣ ਜਾਵਾਂਗੇ। ਮੈਨੂੰ ਯਾਦ ਆ ਸਾਡੇ ਇੱਕ ਚਾਚਾ ਜੀ ਦੇ ਮੁੰਡਾ ਹੋਇਆ, ਕਿਉਂਕਿ ਉਹ ਮੇਰੇ ਦਾਦਾ ਜੀ ਦੇ ਭਰਾ ਦਾ ਪੋਤਾ ਜਦੋਂ ਹੋਇਆ ਤਾਂ ਉਹ ਚਾਚੇ ਹੁਣੇ ਮੇਰੇ ਪਾਪਾ ਉਹਨਾਂ ਤੋਂ ਬਹੁਤ ਜ਼ਿਆਦਾ ਛੋਟੇ ਨੇ। ਜਿਵੇਂ ਉਹ ਸਾਡਾ ਚਾਚਾ ਮੈਨੂੰ ਲੱਗਦਾ ਮੇਰੇ ਤੋਂ 8-9 ਸਾਲ ਵੱਡਾ ਹੋਣਾ ਨਾ। ਤਾਂ ਜਦੋਂ ਚਾਚੇ ਦੇ ਮੁੰਡਾ ਹੋਇਆ ਤਾਂ ਉਹਨਾਂ ਨੇ ਕਿਹਾ ਵੀ 1.25 ਮਹੀਨੇ 'ਤੇ ਦੇਖਣ ਆਇਓ, ਹੈ ਨਾ। ਉਹਨਾਂ ਦੇ ਪਰਿਵਾਰ ਤੋਂ ਇਲਾਵਾ, ਮਤਲਬ ਮੇਰੀ ਦਾਦੀ ਚਾਚੀ ਉਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਵੀ ਅਸੀਂ ਤਰਨ ਨੂੰ ਜਾ ਕੇ ਦੇਖਿਆ ਸੀ 1.25 ਮਹੀਨੇ ਤੋਂ ਬਾਅਦ ਜਾ ਕੇ ਦੇਖਿਆ ਨਾ। ਅੱਗੇ ਲੋਕ ਆਪ ਹੀ ਸਿਆਣੇ ਹੁੰਦੇ ਸੀਗੇ ਵੀ ਇੱਕ ਤਾਂ ਵੀ ਨਿਆਣਾ ਹੋ ਗਿਆ, ਹੁਣ ਆਪਾਂ ਭਾਈ ਸਿਲਾ ਚੱਲਦਾ ਅਗਲੇ ਦਾ, ਵੀ ਕੋਈ ਗੱਲਬਾਤ ਹੋ ਗਈ ਅਗਲਾ ਕਹੂਗਾ ਫਲਾਣਾ ਆਇਆ ਸੀਗਾ, ਹੈ ਨਾ। ਅੱਗੇ ਇਹਨਾਂ ਚੀਜ਼ਾਂ ਨੂੰ ਲੋਕ ਸਮਝਦੇ ਸੀਗੇ। ਤੇ ਹੁਣ ਜੇ ਤੁਸੀਂ ਕਿਸੇ ਨੂੰ ਕਹਿ ਵੀ ਦਿੰਦੇ ਹੋ ਨਾ ਤਾਂ ਅਗਲੋਂ ਗੁੱਸਾ ਕਰਦਾ ਆ ਮੂਰਲਾ ਬੰਦਾ, ਹੈ ਨਾ। ਜਾਂ ਕਈ ਵਾਰ ਤੁਹਾਡੇ ਆਪਦੇ ਘਰ ਦੇ ਨਹੀਂ ਸਮਝਦੇ ਹੈਗੇ ਵੀ ਨਹੀਂ ਇਹ ਬਹੁਤ ਹੀ ਸੈਂਸਿਟਿਵ ਟਾਈਮ ਹੁੰਦਾ। ਤਾਂ ਇੱਥੇ ਇਕੱਲਾ ਇਹ ਨਹੀਂ ਹੈਗਾ ਵੀ ਹਾਂ ਕਿਸੇ ਨੂੰ ਘਰੇ ਕਿਸੇ ਦੇ ਆਉਣ ਤੋਂ ਇਤਰਾਜ਼ ਹੁੰਦਾ, ਪਰ ਨਹੀਂ, ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਵਾ ਵੀ 1.25 ਮਹੀਨਾ ਆਪਾਂ ਕਿਉਂ ਕਹਿ ਦਿੰਦੇ ਆ ਨਾ। ਮੈਂ ਇੱਕ ਵਾਰੀ ਸੇਰਿਆਂ ਬਾਰੇ ਪੜ੍ਹ ਰਹੀ ਸੀਗੀ ਵੀ ਜਿਹੜੇ ਬੱਚਾ ਜੰਮਣ ਤੇ ਮੁੰਡਾ ਜੰਮਣ ਤੇ ਖਾਸ ਤੌਰ ਤੇ ਨਿੰਮ ਬੰਨ੍ਹਦੇ ਨੇ ਵੀ ਉਹ ਕਿਉਂ ਬੰਨ੍ਹਦੇ ਨੇ। ਯਾਨੀ ਗੁਰਦਿੱਤ ਸਿੰਘ ਉਹਨਾਂ ਦੀ ਕਿਤਾਬ 'ਚ ਲਿਖਿਆ ਹੋਇਆ ਵੀ ਪਹਿਲਾਂ ਜਿਹੜਾ ਸਿਹਰਾ ਬੰਨ੍ਹਦੇ ਹੁੰਦੇ ਸੀਗੇ ਕਿ ਨਾ, ਉਹ ਨਿੰਮ ਦਾ ਇਸ ਕਰਕੇ ਬੰਨ੍ਹਦੇ ਹੁੰਦੇ ਸੀ। ਪਹਿਲੀ ਗੱਲ ਤੇ ਕਹਿੰਦੇ ਉਹ ਇਕੱਲਾ ਮੁੰਡਾ ਜੰਮਣ ਤੇ ਨਹੀਂ ਸੀ ਹੁੰਦਾ, ਉਹ ਘਰ 'ਚ ਜਦੋਂ ਵੀ ਕੋਈ ਬੱਚਾ ਜੰਮਦਾ ਆ ਤਾਂ ਹਰ ਉਸ ਘਰ ਦੇ ਜਿਹੜੇ ਕਮਰੇ 'ਚ ਜਨਾਨੀ ਨੇ ਪੈਣਾ ਹੁੰਦਾ ਸੀ, ਉਸ ਦੇ ਦਰਵਾਜ਼ੇ ਤੇ ਨਿੰਮ ਬੰਨ੍ਹੀ ਜਾਂਦੀ ਸੀ। ਕਿਉਂਕਿ ਨਿੰਮ ਦਾ ਮੰਨਿਆ ਜਾਂਦਾ ਹੈ ਕਿ ਉਹ ਜਿੰਨੇ ਵੀ ਤੁਹਾਡੇ ਕੀਟਾਣੂ ਹੁੰਦੇ ਨੇ ਆਲੇ ਦੁਆਲੇ ਹਵਾ 'ਚ ਉਹਨੂੰ ਖਤਮ ਕਰ ਦਿੰਦੀ ਹੈ ਤੇ ਹਵਾ ਨੂੰ ਪਿਊਰੀਫਾਈ ਕਰਦੀ ਹੈ ਨਾ। ਸੋ ਕਹਿੰਦੇ ਆਪਾਂ ਹੌਲੀ ਹੌਲੀ ਉਹ ਨਿੰਮ ਨੂੰ ਬਣਾ ਲਿਆ ਵੀ ਜਦੋਂ ਮੁੰਡਾ ਜਨਮ ਲਊਗਾ ਉਦੋਂ ਆਪਾਂ ਨਿੰਮ ਬੰਨਾਂਗੇ ਨਾ। ਉਹ ਲੋਕ ਸਾਡੇ ਨਾਲੋਂ ਮਤਲਬ ਯਕੀਨਨ ਘੱਟ ਪੜ੍ਹੇ ਲਿਖੇ ਸੀਗੇ, ਪਰ ਬਹੁਤ ਸਾਰੀਆਂ ਚੀਜ਼ਾਂ 'ਚ ਸਾਡੇ ਨਾਲੋਂ ਸਿਆਣੇ ਸੀਗੇ ਨਾ। ਸੋ ਨਿੰਮ ਬੰਨ੍ਹਦੇ ਹੁੰਦੇ ਸੀ ਤਾਂ ਕਿ ਕੋਈ ਵੀ ਕੀਟਾਣੂ ਬੱਚੇ 'ਤੇ ਜਾਂ ਮਾਂ 'ਤੇ ਅਸਰ ਨਾ ਕਰੇ। ਅਨੰਤ ਨਾ ਕੁਛ ਕੁ ਹਫ਼ਤਿਆਂ ਦੀ ਸੀ, ਮੈਨੂੰ ਲੱਗਦਾ 2-2.5 ਜਾਂ 3 ਹਫ਼ਤਿਆਂ ਦੀ ਸੀ। ਸਾਡੇ ਘਰੇ ਕੋਈ ਵਿਆਹ ਦਾ ਕਾਰਡ ਦੇਣ ਆਇਆ ਤੇ ਮੈਂ ਮਤਲਬ ਅਨੰਤ ਨੂੰ ਚੱਕ ਕੇ ਉਹਨਾਂ ਨੂੰ ਮਿਲਾਉਣ ਲੈ ਕੇ ਗਈ ਤੇ ਉਹਨਾਂ ਨੇ ਮਤਲਬ ਦੂਰੋਂ ਹੀ ਦੇਖਿਆ, ਕਹਿੰਦੇ ਭੈਣੇ ਹਲੇ ਤੇਰੀ ਸਕਿਨ ਬਹੁਤ ਸੈਂਸਿਟਿਵ ਆ ਨਾ। ਬਹੁਤ ਹੀ ਯੰਗ ਮੁੰਡਾ ਆਪਦੇ ਵਿਆਹ ਦਾ ਕਾਰਡ ਦੇਣ ਆਇਆ ਸੀਗਾ ਤੇ ਮੈਨੂੰ ਲੱਗਿਆ ਵੀ ਅੱਛਾ ਵੀ ਮੁੰਡਾ ਹੋ ਕੇ ਇਹਨੂੰ ਇਸ ਚੀਜ਼ ਦਾ ਪਤਾ। ਪਰ ਅਨੰਤ ਦੇ ਹੋਏ ਤੇ ਜਾਂ ਵੈਸੇ ਵੀ ਮੈਂ ਦੇਖਿਆ ਜਦੋਂ ਮੇਰਾ ਭਤੀਜਾ ਹੋਇਆ ਜਾਂ ਆਪਾਂ ਕਿਸੇ ਦੇ ਵੀ ਬੱਚੇ ਦੀ ਵੀ ਗੱਲ ਕਰ ਲਈਏ, ਬਹੁਤ ਸਾਰੀਆਂ ਜਨਾਨੀਆਂ ਨੂੰ, ਨਾਲੇ ਉਹ ਖੁਦ ਮਾਵਾਂ ਬਣੀਆਂ ਹੁੰਦੀਆਂ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਸ ਟਾਈਮ ਤੇ ਸਾਨੂੰ ਬੱਚੇ ਨੂੰ ਕਿਵੇਂ ਦੇਖਣਾ ਚਾਹੀਦਾ। ਪਹਿਲੀ ਗੱਲ ਤਾਂ ਆਪਣੇ ਸਿਆਣੇ ਕਹਿੰਦੇ ਸੀ ਵੀ ਪੈਸਾ ਬੱਚੇ ਦੇ ਹੱਥ 'ਚ ਨਹੀਂ ਫੜਾਉਣਾ, ਕਿਉਂਕਿ ਉਹਨੂੰ ਅਲੱਗ-ਅਲੱਗ ਹੱਥਾਂ ਦੀ ਮੈਲ ਲੱਗੀ ਹੁੰਦੀ ਆ ਤੇ ਨਿਆਣਾ ਇੰਨਾ ਸੋਹਲ ਹੁੰਦਾ ਉਸ ਮੌਕੇ ਵੀ ਉਹਦੇ ਕੱਪੜੇ ਤੱਕ ਵੀ ਤੁਸੀਂ ਦੇਖਦੇ ਹੋ ਵੀ ਕਿਤੇ ਗੰਦੇ ਨਾ ਰਹਿ ਜਾਣ, ਕਿਤੇ ਕੋਈ ਹੱਥ ਨਾ ਰਹਿ ਜਾਵੇ, ਹੱਥ ਨਾ ਲੱਗ ਜਾਵੇ, ਇੱਦਾਂ ਦਾ ਗਿੱਲੇ ਨਾ ਰਹਿ ਜਾਣ ਤਾਂ ਕਿ ਇਹਨੂੰ ਇਨਫੈਕਸ਼ਨ ਨਾ ਹੋ ਜਾਵੇ, ਕਿਉਂਕਿ ਉਦੋਂ ਇਮਿਊਨਿਟੀ ਬੱਚੇ ਦੀ ਬਹੁਤ ਘੱਟ ਸਟਰੋਂਗ ਹੁੰਦੀ ਆ, ਹੈ ਨਾ, ਹੁੰਦੀ ਹੋਈ ਨਹੀਂ ਗੀ। ਤਾਂ ਪੈਸੇ ਵੀ ਆਪਾਂ ਨੂੰ ਐ ਹੁੰਦਾ ਵਾ ਵੀ ਨਿਆਣੇ ਦੀ ਮੁੱਠੀ 'ਚ ਹੀ, ਹਾਂ ਲੋਕੀ ਐ ਖੋਲ ਕੇ ਮੁੱਠੀ ਉਹਦੇ ਵਿੱਚ ਰੱਖਦੇ, ਮੁੱਠੀ 'ਚ ਦੇ ਕੇ ਆਉਣਾ ਨਾ। ਚਾਹੇ ਕੋਈ ਗੁੱਸਾ ਕਰੇ, ਪਰ ਜੇ ਤੁਹਾਡੇ ਬੱਚੇ ਨਾਲ ਕੋਈ ਇਦਾਂ ਕਰਦਾ, ਮੈਨੂੰ ਲੱਗਦਾ ਤੁਹਾਨੂੰ ਬਿਲਕੁਲ ਉਹਨਾਂ ਨੂੰ ਰੋਕ ਦੇਣਾ ਚਾਹੀਦਾ ਵੀ ਪੈਸੇ ਕੋਈ ਗੱਲ ਨਹੀਂ, ਇਹਦੇ ਹੱਥ 'ਚ ਨਾ ਦਿਓ ਨਾ।
ਫਿਰ ਦੂਸਰੀ ਗੱਲ ਵੀ ਤੁਸੀਂ ਨਿਆਣੇ ਨੂੰ ਜਿੰਨੀ ਦੇਰ ਤੱਕ ਚੱਕ ਕੇ ਉਹਦੇ ਚੰਗੀ ਤਰ੍ਹਾਂ ਹੱਥ ਪੈਰ ਨਹੀਂ ਚੈੱਕ ਕਰਦੇ, ਤੁਸੀਂ ਉਹਦੇ ਨੈਣ ਨਕਸ ਜਾਂ ਉਹਨੂੰ ਤੁਸੀਂ ਚੁੰਮਦੇ ਨਹੀਂ ਹੈ ਕਿ ਤੁਹਾਨੂੰ ਲੱਗਦਾ ਵੀ ਤੁਸੀਂ ਨਿਆਣਾ ਦੇਖਿਆ ਹੀ ਨਹੀਂ ਕਿਸੇ ਦਾ ਨਾ। ਘਰ ਦੇ ਗੁੱਸਾ ਕਰਨ ਲੱਗ ਜਾਂਦੇ ਵੀ ਉਹਨੇ ਆ ਕੇ ਸਾਡਾ ਬੱਚਾ ਚੁੱਕਿਆ ਹੀ ਨਹੀਂ। ਹਾਂ, ਪਰ ਮੈਨੂੰ ਲੱਗਦਾ ਵੀ ਜੇ ਕੋਈ ਤੁਹਾਡਾ ਬੱਚਾ ਨਹੀਂ ਚੱਕਦਾ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਵੀ ਤੁਹਾਡੇ ਬੱਚੇ ਨੂੰ ਉਹਨਾਂ ਨੇ ਨਹੀਂ ਚੁੱਕਿਆ, ਦੂਰੋਂ ਬੱਚੇ ਨੂੰ ਦੇਖਿਆ, ਉਹਨਾਂ ਨੇ ਸ਼ਗਨ ਫੜਾਇਆ ਤੁਹਾਨੂੰ ਤੇ ਉਹ ਆ ਗਏ ਨੇ। ਬਹੁਤ ਸਾਰੇ ਲੋਕੀ ਤਾਂ ਆਪ ਹੀ ਕਹਿ ਦਿੰਦੇ ਨੇ ਵੀ ਭਾਈ ਕੋਈ ਗੱਲ ਨਹੀਂ ਵੀ ਦੇਖ ਲਿਆ, ਠੀਕ ਆ ਵੀ ਇਸ ਟਾਈਮ ਇਹਦੀ ਸਕਿਨ ਜਾਂ ਇਹ ਆਪ ਬਹੁਤ ਸੈਂਸਿਟਿਵ ਆ, ਹਲੇ ਇਹਨੂੰ ਮਤਲਬ ਨਾ ਬਹੁਤੇ ਹੱਥ ਲਾਓ। ਕਈ ਲੋਕ ਤਾਂ ਮੈਂ ਦੇਖਿਆ ਵੀ ਜਿਵੇਂ ਆਪਦੇ ਮੂੰਹ ਦੀ ਹਵਾ ਵੀ ਜਾਂ ਮਤਲਬ ਇਹ ਸ਼ਾਇਦ ਕਈ ਲੋਕਾਂ ਨੂੰ ਲੱਗੂਗਾ ਵੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਪਰ ਸੱਚੀ ਉਸ ਟਾਈਮ ਨਿਆਣੇ ਨੂੰ ਬਹੁਤ ਜ਼ਰੂਰਤ ਹੁੰਦੀ ਆ ਵੀ ਉਹਦੇ ਆਲੇ ਦੁਆਲੇ ਦਾ ਮਾਹੌਲ ਥੋੜ੍ਹਾ ਜਿਹਾ ਹਾਈਜੀਨਿਕ ਹੋਵੇ। ਕਈ ਤਾਂ ਮਤਲਬ ਨਿਆਣੇ ਨੂੰ ਚੁੱਕ ਕੇ ਉਹਦੇ ਬੁੱਲਾਂ 'ਤੇ ਵੀ ਬੁੱਲ ਲਾ ਕੇ ਉਹਨੂੰ ਚੁੰਮਦੇ ਨੇ ਜਾਂ ਉਹਦੀਆਂ ਗੱਲਾਂ ਚੁੰਮਦੇ ਨੇ ਜਾਂ ਮੱਥਾ ਚੁੰਮਦੇ ਨੇ ਜਾਂ ਹੱਥਾਂ ਨੂੰ ਚੁੰਮਦੇ ਨੇ। ਆਪਾਂ ਨੂੰ ਪਤਾ ਵੀ ਨਿਆਣੇ ਮੂੰਹ 'ਚ ਹੱਥ ਪਾ ਲੈਂਦੇ ਨੇ ਜਾਂ ਕੁਛ ਵੀ ਆ, ਆਪਾਂ ਨੂੰ ਲੱਗਦਾ ਵੀ ਅਸੀਂ ਲਾਡ ਕੀਤਾ ਜਾਂ ਦੂਜੇ ਪਰਿਵਾਰ ਨੂੰ ਦਿਖਾਉਣ ਦੇ ਲਈ ਵੀ ਸਾਨੂੰ ਤੁਹਾਡੇ ਬੱਚੇ ਹੋਏ ਦਾ ਚਾਅ, ਜਾਂ ਕਈ ਵਾਰ ਵੈਸੇ ਹੀ ਅਚਨਚੇਤ ਸਾਡੇ ਦਿਮਾਗ 'ਚ ਇਹ ਚੀਜ਼ਾਂ ਨਹੀਂ ਵੀ ਹੁੰਦੀਆਂ, ਪਰ ਤਾਂ ਵੀ ਸਾਨੂੰ ਲੱਗਦਾ ਵੀ ਨਿਆਣਾ ਚੱਕਣਾ ਸੀ ਤੇ ਦੂਜਾ ਉਹਨੂੰ ਅਸੀਂ ਚੁੰਮਣਾ ਤਾਂ ਹੀ ਸਾਨੂੰ ਮੰਨਿਆ ਜਾਊਗਾ ਕਿ ਅਸੀਂ ਕਿਸੇ ਦਾ ਬੱਚਾ ਦੇਖਿਆ ਨਾ। ਤਾਂ ਮੈਨੂੰ ਲੱਗਦਾ ਵੀ ਜੇ ਬਿਲਕੁਲ ਹਲੇ ਤੁਹਾਡੇ ਬੱਚੇ ਨੇ ਜਨਮ ਲਿਆ, ਹਲੇ ਤੱਕ ਉਹ 1.25 ਮਹੀਨੇ ਦਾ ਨਹੀਂ ਹੋਇਆ, ਤਾਂ ਇਹਨਾਂ ਚੀਜ਼ਾਂ ਦਾ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ। ਈਵਨ ਆਪਾਂ ਇਹ ਵੀ ਕਹਿੰਦੇ ਆ ਵੀ ਜਦੋਂ ਮਾਂ ਵੀ ਬੱਚੇ ਨੂੰ ਦੁੱਧ ਪਿਆਉਂਦੀ ਆ ਤਾਂ ਉਹਦੇ ਕੱਪੜੇ ਤੇ ਉਹਦਾ ਤਨ ਸਾਫ਼ ਹੋਣਾ ਚਾਹੀਦਾ ਤਾਂ ਕਿ ਨਿਆਣੇ ਦੇ ਅੰਦਰ ਕੋਈ ਕਿਸੇ ਵੀ ਕਿਸਮ ਦਾ ਕੋਈ ਕੀਟਾਣੂ ਨਾ ਜਾਵੇ, ਹੈ ਨਾ। ਸੋ ਇੱਥੋਂ ਹੀ ਫਿਰ ਆਪਾਂ ਕਹਿ ਦਿੰਦੇ ਆ ਵੀ ਅਸੀਂ ਤਾਂ ਇੰਨਾ ਧਿਆਨ ਰੱਖਦੇ ਆ ਵੀ ਇਹ ਬਿਮਾਰ ਕਿੱਦਾਂ ਹੋ ਗਿਆ ਨਾ। ਇਹ 1.25 ਮਹੀਨਾ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਮੈਨੂੰ ਲੱਗਦਾ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ। ਇੱਕ ਤੇ ਫੋਨ ਖੜ ਕੇ ਗੱਲ ਨੂੰ ਕਹਿ ਦਿਓ ਵੀ ਭਾਈ ਘਰੇ ਦੇਖਣ ਆਇਓ। ਕਈ ਤਾਂ ਲੋਕੀ ਉੱਧਰੋਂ ਹਸਪੀਟਲ 'ਚ ਡਾਕਟਰ ਤੁਰੇ ਫਿਰਦੇ ਹੁੰਦੇ ਨੇਗੇ, ਬੰਦਾ ਤੁਹਾਡਾ ਆਪਣਾ ਅੱਧ ਮਤਲਬ ਬੇਹੋਸ਼ੀ ਦੀ ਹਾਲਤ 'ਚ ਹੁੰਦਾ ਤੇ ਉੱਧਰੋਂ ਰਿਸ਼ਤੇਦਾਰ ਤੁਰੇ ਆਉਂਦੇ ਹੁੰਦੇ ਨੇ ਬੱਚਾ ਦੇਖਣ ਦੇ ਲਈ, ਹੈ ਨਾ। ਪਹਿਲੀ ਗੱਲ ਤਾਂ ਕਹਿ ਦਿਓ ਵੀ ਤੁਸੀਂ ਹਸਪੀਟਲ ਨਾ ਆਇਓ ਭਾਈ, ਇਹਨੂੰ 1.25 ਮਹੀਨੇ ਦਾ ਜਾਂ ਸਾਨੂੰ ਘਰ ਪਹੁੰਚ ਲੈਣ ਦਿਓ, ਤੁਸੀਂ ਫੇਰ ਆਇਓ, ਹੈ ਨਾ। ਹੁਣ ਅੱਗੇ ਤਾਂ ਪਰਿਵਾਰ, ਜਿਵੇਂ ਮੇਰੀ ਉਹ ਗੱਲ ਵਿੱਚ ਹੀ ਰਹਿ ਗਈ ਵੀ ਪਰਿਵਾਰ ਵੱਡੇ ਵੀ ਹੁੰਦੇ ਸੀਗੇ ਵੀ ਜਣੇਪੇ ਵਾਲੀ ਤੀਵੀਂ ਨੂੰ ਲੋਕੀ ਸਾਂਭ ਲੈਂਦੇ ਹੁੰਦੇ ਸੀਗੇ, ਘਰੇ ਇੰਨੇ ਜਾਣੇ ਹੁੰਦੇ ਸੀ ਜਾਂ ਇੰਨੀਆਂ ਜਨਾਨੀਆਂ ਹੁੰਦੀਆਂ ਸੀ। ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਸਿੰਗਲ ਟੱਬਰਾਂ ਆਣੇ ਆ, ਬਹੁਤ ਛੋਟੇ ਟੱਬਰ ਨੇ। ਉਹੀ ਘਰ 'ਚ ਜਿਹੜੀ ਮਤਲਬ ਆਪਣੀਆਂ ਮੰਨ ਲਓ ਸੱਸਾਂ ਨੇ ਜਾਂ ਆਪਣੀਆਂ ਮਾਵਾਂ ਨੇ, ਉਹਨਾਂ ਨੇ ਰਸੋਈ ਦੇਖਣੀ ਹੁੰਦੀ ਆ, ਉਹਨਾਂ ਨੇ ਹੀ ਆਇਆ ਗਿਆ ਦੇਖਣਾ ਹੁੰਦਾ, ਉਹਨਾਂ ਨੇ ਤੁਹਾਨੂੰ ਬੈੱਡ ਤੇ ਪਿਆ ਨੂੰ ਦੇਖਣਾ ਹੁੰਦਾ। ਸੋ ਬੰਦਾ ਉੱਥੇ ਸਾਨੂੰ ਆਪ ਹੀ ਸਿਆਣੇ ਹੋਣਾ ਚਾਹੀਦਾ ਵੀ ਘਰ 'ਚ ਇੱਕੋ ਹੀ ਬੰਦਾ ਦੇਖਣ ਵਾਲਾ, ਉਹ ਕਿੱਧਰ ਹੋਊਗਾ, ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਪਹਿਲੀ ਗੱਲ ਤਾਂ ਜਦੋਂ ਤੁਹਾਨੂੰ ਕਿਸੇ ਦਾ ਫੋਨ ਆਉਂਦਾ ਤੁਸੀਂ ਅਗਲੇ ਨੂੰ ਕਹਿ ਦਿਓ ਵੀ ਭਾਈ ਸਾਨੂੰ ਬਹੁਤ ਖੁਸ਼ੀ ਆ, ਅਸੀਂ ਜ਼ਰੂਰ ਆਵਾਂਗੇ ਦੇਖਣ, ਪਰ ਅਸੀਂ ਆਵਾਂਗੇ ਤੁਹਾਡੇ ਘਰੇ ਗਿਆ ਤੇ ਜਾਂ ਬੱਚੇ ਨੂੰ ਤੁਹਾਡੇ ਨੂੰ ਹਲੇ 2-3 ਹਫ਼ਤਿਆਂ ਦਾ ਹੋ ਲੈਣ ਦਿਓ ਤੇ ਫਿਰ ਅਸੀਂ ਜ਼ਰੂਰ ਆਵਾਂਗੇ। ਬਿਲਕੁਲ। ਦੇਖੋ ਗੁਰਦੀਪ, ਜਿਵੇਂ ਤੁਸੀਂ ਨਾ 1.25 ਮਹੀਨੇ ਵਾਲੀ ਗੱਲ ਹੈ ਨਾ ਫਿਰ ਦੁਬਾਰਾ ਕੀਤੀ, ਇਹਦੇ 'ਚ ਜਿਵੇਂ ਤੁਸੀਂ ਕਿਹਾ ਵੀ ਜੋ ਬੰਦਾ ਨਾਲ ਮੰਨ ਲਓ ਅੱਗੇ ਤਾਂ ਹੁੰਦੇ ਸੀ ਵੱਡੇ ਪਰਿਵਾਰ ਕਿ ਹਾਂ ਚਲੋ ਇੱਕ ਜਨਾਨੀ ਉਸ ਜਨਾਨੀ ਨੂੰ ਦੇਖ ਰਹੀ ਹੈ ਜਿਹਦੇ ਬੱਚਾ ਹੋਇਆ, ਬੱਚੇ ਨੂੰ ਦੇਖ ਰਹੀ ਹੈ, ਬਾਕੀ ਕੋਈ ਰਲ ਮਿਲ ਕੇ ਘਰ ਦੇ ਕੰਮ ਹੋ ਜਾਂਦੇ ਸੀਗੇ। ਹੁਣ ਤਾਂ ਇਹ ਮਤਲਬ ਇਹ ਸਮੱਸਿਆ ਹੋ ਗਈ ਆ ਵੀ ਘਰ 'ਚ ਵੱਧ ਤੋਂ ਵੱਧ ਕੌਣ ਹੁੰਦੇ ਆ, ਤੁਹਾਡੀ ਇੱਕ ਸੱਸ ਹੋਊਗੀ, ਕੋਈ ਰਿਸ਼ਤੇਦਾਰ ਇਹੋ ਜਿਹਾ ਨਹੀਂ ਹੁੰਦਾ ਵੀ ਜਿਹੜਾ ਆ ਕੇ ਤੁਹਾਨੂੰ ਕਹੂਗਾ ਮੈਂ ਚਲੋ ਮਹੀਨਾ ਤੁਹਾਡਾ ਕਟਾ ਜਾਵਾਂਗਾ। ਭੈਣੇ ਵਿਆਹ 'ਚ 10 ਦਿਨ ਆ ਜਾਣਗੇ ਜਿੱਤੇ ਪਤਾ ਹੁੰਦਾ ਨਾ ਵੀ ਇਸ ਮੌਕੇ ਜਾ ਕੇ ਮੈਨੂੰ ਕੰਮ ਕਰਨਾ ਪੈਣਾ ਜਾਂ ਕਿਸੇ ਨੂੰ ਸਾਂਭਣਾ ਪੈਣਾ, ਕੋਈ ਵੀ ਨਹੀਂ ਆਉਂਦਾ। ਵੱਧ ਤੋਂ ਵੱਧ ਤੁਹਾਡੇ ਪੇਕੇ ਆ ਕੇ ਤੁਹਾਡੇ 4 ਦਿਨ ਕਟਾ ਜਾਣਗੇ, ਅਦਰਵਾਈਜ਼ ਨਹੀਂ ਕੋਈ ਆਉਂਦਾ। ਤੇ ਦੂਜੀ ਚੀਜ਼ ਇਹ ਵੀ ਹੈ ਗੁਰਦੀਪ ਕਿ ਸਮਾਂ ਹੀ ਇੰਨਾ ਨਾਜ਼ੁਕ ਹੁੰਦਾ, ਹਰੇਕ ਬੰਦਾ ਡਰ ਜਾਂਦਾ ਹੈ ਨਾ ਵੀ ਅਗਲਾ ਕਹਿੰਦਾ ਮੈਂ ਜਾਊਂਗਾ, ਐਵੇਂ ਬੱਚੇ ਨੂੰ ਕੋਈ ਪ੍ਰੋਬਲਮ ਹੋ ਗਈ ਤਾਂ ਅਗਲਾ ਕਹੂਗਾ ਵੀ ਤੇਰੇ ਕਰਕੇ ਚੀਜ਼ ਹੋ ਗਈ। ਜਿਵੇਂ ਆਪਾਂ ਹੁਣ ਕਿੰਨਾ ਜਦੋਂ ਕਿਸੇ ਦਾ ਨਿਆਣਾ ਦੇਖਣ ਜਾਂਦੇ ਆਪਾਂ ਕਹਿੰਦੇ ਹੁੰਦੇ ਹਮੇਸ਼ਾ ਯਾਰ ਸ਼ਗਨ ਹੀ ਦੇ ਦਿਓ, ਕੱਪੜੇ ਨਾ ਲੈ ਕੇ ਜਾਓ, ਪਤਾ ਨਹੀਂ ਕੋਈ ਬਾਅਦ 'ਚੋਂ ਪ੍ਰੋਬਲਮ ਹੋ ਗਈ ਅਗਲਾ ਕੀ ਸੋਚੇਗਾ। ਤਾਂ ਬਿਲਕੁਲ ਉਸੇ ਤਰ੍ਹਾਂ ਦੀ ਚੀਜ਼ ਹੁੰਦੀ ਆ ਨਾ। ਹੁਣ ਜਿਹੜਾ ਬੰਦਾ ਮਾਂ ਨੂੰ ਵੀ ਦੇਖ ਰਿਹਾ, ਬੱਚੇ ਨੂੰ ਵੀ ਦੇਖ ਰਿਹਾ, ਘਰ ਦਾ ਕੰਮ ਵੀ ਦੇਖ ਰਿਹਾ, ਉਹ ਕਿੰਨੇ ਕੁ ਮਨ ਨਾਲ ਕੇਅਰ ਕਰ ਲੂਗਾ ਮਾਂ ਤੇ ਬੱਚੇ ਦੀ। ਜਿਹੜੀ ਮਾਂ ਨੂੰ 1.25 ਮਹੀਨਾ ਆਰਾਮ ਕਰਨਾ ਚਾਹੀਦਾ, ਉਹ ਇਹ ਸੋਚ ਕੇ ਕਿ ਮੇਰੀ ਸੱਸ ਮਾਂ ਸਾਰਾ ਦਿਨ ਰਸੋਈ 'ਚ ਲੱਗੀ ਆ, ਉਹ ਵਿਚਾਰੀ ਰਾਤ ਨੂੰ ਵੀ ਬੱਚੇ ਲਈ ਜਾਗ ਰਹੀ ਆ, ਫਿਰ ਦਿਨੇ ਵੀ ਜਾਗ ਰਹੀ ਆ, ਤੇ ਉਹਨੂੰ ਕਿੰਨਾ ਕੁ ਆਰਾਮ ਮਿਲਿਆ ਹੈ ਨਾ। ਉਹ ਬੱਚਾ ਜਿਹਨੂੰ ਮਤਲਬ ਉਹਨਾਂ ਦਿਨਾਂ 'ਚ ਇਹ ਆ ਵੀ ਜਿਵੇਂ ਤੁਸੀਂ ਕਿਹਾ ਵੀ ਚਮੜੀ ਇੰਨੀ ਸੌਫਟ ਵੀ ਹੱਥ ਵੀ ਨਹੀਂ ਲੱਗਣਾ ਚਾਹੀਦਾ, ਉਹਨੂੰ ਆ ਕੇ ਬਾਹਰੋਂ ਕੌਣ ਕਿੱਥੋਂ ਆ ਰਿਹਾ, ਕਿਵੇਂ ਮਿਲ ਰਿਹਾ, ਕਿੱਥੋਂ ਕਿਵੇਂ ਦੇ ਪੈਸੇ ਨੇ ਜਿਹੜੇ ਤੁਸੀਂ ਫੜਾ ਰਹੇ ਹੋ, ਤਾਂ ਉਹਦੇ ਲਈ ਤਾਂ ਉਹ ਕਿੱਡੀ ਵੱਡੀ ਪ੍ਰੋਬਲਮ ਆ, ਹੈ ਨਾ। ਫਿਰ ਆਪਾਂ ਛੋਟੇ ਬੱਚਿਆਂ ਨੂੰ ਲੈ ਕੇ ਹਸਪਤਾਲਾਂ 'ਚ ਭੱਜੇ ਫਿਰਦੇ ਹਾਂ। ਉਦੋਂ ਵਧੀਆ ਸੱਚੀ ਇਹੀ ਗੱਲ ਹੋਣੀ ਚਾਹੀਦੀ ਹੈ ਵੀ ਤੁਸੀਂ ਰਿਸ਼ਤੇਦਾਰ ਨੂੰ ਦੱਸ ਦਿਓ ਕਿ ਬੱਚਾ ਹੋਇਆ, ਅਗਲੇ ਦੀਆਂ ਵਧਾਈਆਂ ਤੁਸੀਂ ਕਬੂਲ ਕਰ ਲਓ, ਤੇ ਉਹਨੂੰ ਨਾਲ ਦੀ ਨਾਲ ਹਦਾਇਤ ਕਰੋ ਵੀ ਦੇਖੋ ਸਾਡੇ ਘਰ ਬੱਚਾ ਹੋਇਆ, ਸਾਨੂੰ ਬਹੁਤ ਖੁਸ਼ੀ ਆ ਤੇ ਸਾਨੂੰ ਪਤਾ ਤੁਹਾਨੂੰ ਵੀ ਆ, ਪਰ ਕਮ ਸੇ ਕਮ ਜਦੋਂ ਤੱਕ ਮੈਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ ਵੀ ਮੈਂ ਆਪਣੇ ਬੱਚੇ ਨੂੰ ਸੰਭਾਲ ਸਕਾਂ, ਤੇ
ਇੱਕ ਘਰ 'ਚ ਜੀ ਆ ਜਿਹੜਾ ਮੇਰੇ ਤੋਂ ਵਿਹਲਾ ਹੋ ਜਾਵੇ ਉਦੋਂ ਤੱਕ ਕਿਰਪਾ ਕਰਕੇ ਮੇਰਾ ਬੱਚਾ ਦੇਖਣ ਨਾ ਆਇਓ, ਹੈ ਨਾ। ਅਤੇ ਦੂਜੀ ਚੀਜ਼ ਆ ਕਿ ਆਪਣੇ ਨਾ ਪੁਰਾਣੇ ਜਿਹੜੇ ਘਰ 'ਚ ਮਤਲਬ ਆਪਣੇ ਬਜ਼ੁਰਗ ਹੀ ਨੇ ਕਹਿ ਲਓ, ਆਪਣੇ ਮੰਮੀ ਡੈਡੀ ਵੀ ਹੁੰਦੇ ਨੇ, ਕਈ ਵਾਰ ਤੁਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਹੋ ਕਿ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ, ਮੈਂ ਇਸ ਟਾਈਮ ਕੰਡੀਸ਼ਨ 'ਚ ਨਹੀਂ ਗੱਲ ਕਰਨ ਦੇ, ਹੈ ਨਾ। ਉਹ ਫਿਰ ਵੀ ਮਤਲਬ ਰਿਸ਼ਤੇਦਾਰਾਂ ਦੀ ਰੱਖਣ ਦੇ ਮਾਰੇ ਕਈ ਵਾਰੀ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਤੂੰ ਬਹੁਤੀ ਮਾਡਰਨ ਆ, ਤੂੰ ਬਹੁਤੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ ਗੱਲਾਂ ਕਰਦੀ, ਹੁਣ ਤੂੰ ਸਾਨੂੰ ਸਿਖਾਏਂਗੀ। ਅਸੀਂ ਵੀ ਬੱਚੇ ਪੈਦਾ ਕੀਤੇ ਨੇ ਨਾ, ਇਹ ਤਾਂ ਆਪਣੇ ਉਹ ਕਹਿੰਦੇ ਨੇ ਯੂਨੀਵਰਸਲ ਡਾਇਲੌਗ। ਬਿਲਕੁਲ। ਤੇ ਉਹ ਜ਼ਬਰਦਸਤੀ ਤੁਹਾਡੇ ਕੰਨਾਂ ਨੂੰ ਫੋਨ ਲਾਈ ਜਾਣਗੇ। ਫੋਨ ਦੀ ਕਿਰਨਾਂ ਤਾਂ ਆਪਾਂ ਕਹਿ ਦਿੰਦੇ ਆ ਵੀ ਵੈਸੇ ਵੀ ਇੱਕ ਨੋਰਮਲ ਬੰਦੇ ਲਈ ਵੀ ਮਾੜੀਆਂ ਨੇ ਉਸ ਟਾਈਮ। ਉੱਥੇ ਛੋਟਾ ਬੱਚਾ ਪਿਆ ਹੁੰਦਾ, ਫਿਰ ਤੁਸੀਂ ਵੀਡੀਓ ਕਾਲ ਕਰ ਕਰਕੇ ਉਹਨੂੰ ਦਿਖਾਈ ਜਾਂਦੇ ਹੋ, ਜਦ ਕਿ ਕਹਿੰਦੇ ਵੀਡੀਓ ਕਾਲ 'ਤੇ ਜਦੋਂ ਬੱਚੇ ਦੇ ਨੇੜੇ ਮੋਬਾਈਲ ਜਾਂਦਾ ਜਾਂ ਤੁਸੀਂ ਬੈਠੇ ਮੋਬਾਈਲ ਬੱਚੇ ਦੇ ਨੇੜੇ ਯੂਜ਼ ਕਰ ਰਹੇ ਹੋ, ਬਿਲਕੁਲ ਇੱਕ ਐਕਸਰੇ ਕਰਾਉਣ ਜਿੰਨਾ ਅਸਰ ਉਹਦੇ 'ਤੇ ਪੈਂਦਾ, ਹੈ ਨਾ। ਅਤੇ ਉਹਨੂੰ ਸਾਡੇ ਨਵੇਂ ਜਿਹੜੇ ਮਤਲਬ ਸਾਡੇ ਘਰ ਦੇ ਜੀਅ ਹੁੰਦੇ ਨੇ ਉਹਨਾਂ ਨੂੰ ਲੱਗਦਾ ਵੀ ਨਹੀਂ ਤੂੰ ਸਾਨੂੰ ਸਿਖਾਏਂਗੀ ਹੁਣ ਇਹ ਚੀਜ਼। ਅਤੇ ਬਹੁਤ ਘਰਾਂ 'ਚ ਪਰਿਵਾਰਾਂ 'ਚ ਗੁਰਦੀਪ, ਪਤਾ ਨਹੀਂ ਤੁਸੀਂ ਇਹ ਚੀਜ਼ ਫੇਸ ਕੀਤੀ ਹੈ ਜਾਂ ਨਾ ਨਹੀਂ, ਮੈਂ ਬਹੁਤ ਪਰਿਵਾਰਾਂ 'ਚ ਦੇਖਿਆ ਕਿ ਜਦੋਂ ਜੇ ਮਾਂ ਕਹਿ ਰਹੀ ਆ, ਉਹ ਪੜ੍ਹੀ ਲਿਖੀ ਹੈ, ਕਿ ਬੱਚੇ ਨੂੰ ਸਿਰਫ ਇੱਕ ਪਲੇਨ ਦੁੱਧ ਦਿਓ ਤੁਸੀਂ, ਹੈ ਨਾ, ਉੱਥੇ ਗਰਮੀਆਂ 'ਚ ਬਜ਼ੁਰਗ ਉਹਨਾਂ ਨੂੰ ਪਾਣੀ ਤੱਕ ਪਿਲਾ ਦਿੰਦੇ ਆ, ਜਦ ਕਿ 6 ਮਹੀਨੇ ਤੱਕ ਡਾਕਟਰ ਅਮਰਵੀਰ ਨੇ ਵੀ ਕਿਹਾ ਸੀ ਵੀ ਬੱਚੇ ਨੂੰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ, ਪਾਣੀ ਵੀ ਨਹੀਂ ਮੂੰਹ ਨੂੰ ਲਾਣਾ। ਤੇ ਜਿਹੜਾ ਆਪਾਂ ਸੋਲਿਡ ਵੀ 6 ਮਹੀਨੇ ਤੋਂ ਬਾਅਦ ਸ਼ੁਰੂ ਕਰ ਲੈਂਦੇ, ਉਹ ਕਹਿੰਦੇ ਵੀ 9 ਮਹੀਨੇ ਤੱਕ ਬਾਅਦ ਹੋਣਾ ਚਾਹੀਦਾ। ਅਤੇ ਸੌਂਫ ਵਾਲਾ ਦੁੱਧ ਦੇਣਾ ਸ਼ੁਰੂ ਕਰ ਦੇਣਗੇ ਲੋਕ, ਜਵੈਣ ਵਾਲਾ ਦੁੱਧ ਦੇਣਾ, ਇਹਦੇ ਨਾਲ ਬੱਚੇ ਦਾ ਪਾਚਨ ਕਿਰਿਆ ਵੱਧਦੀ ਹੈ, ਜਦ ਕਿ ਉਹ ਬੱਚੇ ਲਈ ਕਿੰਨੀਆਂ ਪ੍ਰੋਬਲਮਸ ਖੜੀਆਂ ਕਰ ਦਿੰਦਾ। ਇਹ ਮੈਂ ਗੁਰਨੂਰ ਟਾਈਮ ਦੇਖਿਆ, ਹੈ ਨਾ। ਜਿਵੇਂ ਆਪਾਂ ਸਾਡੇ ਘਰੇ ਪਿੰਡੋਂ ਕਿਸੇ ਨੇ ਵੀ ਆਉਣਾ, ਉਹਨਾਂ ਨੇ ਕਹਿਣਾ ਜਵੈਣ ਵਾਲਾ ਦੁੱਧ ਦੇ ਦਿਓ, ਇਹਦਾ ਢਿੱਡ ਨਹੀਂ ਦੁਖੂਗਾ। ਜਦੋਂ ਅਜੇ ਤੱਕ ਬੱਚੇ ਦਾ ਢਿੱਡ ਦੁਖ ਹੀ ਨਹੀਂ ਰਿਹਾ, ਤੁਸੀਂ ਉਹਨੂੰ ਕਿਉਂ ਜਵੈਣ ਵਾਲਾ ਦੁੱਧ ਦੇ ਰਹੇ ਹੋ ਨਾ। ਅਤੇ ਇਹ ਹਦਾਇਤਾਂ ਨੂੰ ਕਈ ਵਾਰੀ ਮਤਲਬ ਪਰਿਵਾਰ ਵਾਲੇ ਹੀ ਨਹੀਂ ਮੰਨਦੇ ਹੈਗੇ, ਅਤੇ ਉਹ ਆਪਾਂ ਫਿਰ ਘਰ 'ਚ ਆਪਾਂ ਨੂੰ ਹੁੰਦਾ ਵੀ ਨਹੀਂ ਮਾਹੌਲ ਜਿਹਾ ਸ਼ਾਂਤ ਰਵੇ, ਆਪਾਂ ਵੀ ਮੰਨ ਲਵੇਂ, ਅਤੇ ਉਹਦਾ ਖਮਿਆਜਾ ਬਾਅਦ 'ਚੋਂ ਬੱਚਾ ਵੀ ਭੁਗਤਦਾ, ਤੁਸੀਂ ਤਾਂ ਨਾਲ ਦੀ ਨਾਲ ਭੁਗਤਣਾ ਹੀ ਆ, ਹੈ ਨਾ। ਭੈਣੇ, ਜਦੋਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ 'ਚ ਬਿਜ਼ੀ ਹੋ ਜਾਂਦੇ ਹੋ ਨਾ, ਜਿਵੇਂ ਤੁਸੀਂ ਕਹਿੰਦੇ ਹੋ ਵੀ ਜਿਵੇਂ ਜਦੋਂ ਤੁਹਾਡੀ ਪ੍ਰੈਗਨੈਂਸੀ ਸ਼ੁਰੂ ਹੁੰਦੀ ਹੈ, ਮੇਰੀ ਡਾਕਟਰ ਨੇ ਕਿਹਾ ਸੀਗਾ ਵੀ ਇੱਕ ਤਾਂ ਤੁਸੀਂ ਪੇਸ਼ੈਂਟ ਨਹੀਂ ਹੈਗੇ, ਅਤੇ ਦੂਸਰਾ ਲਿਸਨ ਯੋਰ ਬੋਡੀ, ਹੈ ਨਾ, ਵੀ ਤੁਸੀਂ ਆਪਣੇ ਸਰੀਰ ਦੀ ਗੱਲ ਸੁਣੋ। ਉਵੇਂ ਜਦੋਂ ਬੱਚਾ ਹੁੰਦਾ ਆ ਨਾ, ਉਦੋਂ ਤੁਹਾਨੂੰ ਬੱਚਾ ਨਹੀਂ ਬੋਲ ਕੇ ਕਹਿ ਰਿਹਾ, ਪਰ ਤੁਹਾਨੂੰ ਉਹਨੂੰ ਸਮਝਣਾ ਪੈਂਦਾ ਹੈ ਨਾ। ਜਿਵੇਂ ਕਹਿੰਦੇ ਹੁੰਦੇ ਨੇ ਵੀ ਡਾਕਟਰ ਵੀ ਕਹਿੰਦੇ ਹੁੰਦੇ ਨੇ ਵੀ ਜਿੰਨੀ ਦੇਰ ਤੱਕ ਬੱਚਾ ਦੁੱਧ ਨਹੀਂ ਮੰਗਦਾ ਤਾਂ ਉਹਨੂੰ ਨਾ ਦੇਵੋ, ਕਿਉਂਕਿ ਤੁਹਾਡੀ ਇੱਕ ਸੈਂਸ ਡਿਵੈਲਪ ਹੋ ਜਾਂਦੀ ਹੈ ਬੀਇੰਗ ਅ ਮਦਰ, ਵੀ ਹੁਣ ਇਹ ਮੇਰਾ ਬੱਚਾ ਭੁੱਖਾ ਜਾਂ ਹੁਣ ਇਹਦਾ ਕੁਛ ਦੁਖਦਾ। ਜਿਵੇਂ ਹੁਣ ਅਨੰਤ ਦੀ ਕਈ ਵਾਰੀ ਉਹ ਬਿਲਕੁਲ ਭੱਜੀ ਨੱਠੀ ਫਿਰੀ, ਜੋ ਮੈਂ ਉਹਦੀਆਂ ਅੱਖਾਂ ਦੇਖ ਕੇ ਦੱਸ ਸਕਦੀ ਹੁੰਦੀ ਹਾਂ ਵੀ ਇਹ ਠੀਕ ਨਹੀਂ ਫੀਲ ਕਰ ਰਹੀ ਹੈਗੀ, ਹੈ ਨਾ, ਕਿਉਂਕਿ ਆਪਾਂ ਨੂੰ ਇੰਨੀ ਕੁ ਸੈਂਸ ਤਾਂ ਆਈ ਜਾਂਦੀ ਹੈ ਆਪਣੇ ਬੱਚੇ ਦੀ, ਹੈ ਨਾ। ਤੁਸੀਂ 9 ਮਹੀਨੇ ਰੱਖ ਕੇ ਉਹਨੂੰ ਆਪਣੇ ਅੰਦਰ ਵੱਡਾ ਕੀਤਾ ਜਾਂ ਕੁਛ ਵੀ ਆ, ਤਾਂ ਉੱਥੇ ਵੀ ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਬਹੁਤੇ ਪਰਿਵਾਰਾਂ 'ਚ ਇਹ ਵੀ ਹੁੰਦਾ ਵੀ ਨਿਆਣੇ ਨੂੰ ਸਮਾਈਓ ਹੀ ਰੱਖਦੇ ਨੇਗੇ, ਹੈ ਨਾ। ਅਤੇ ਮੈਨੂੰ ਜਿੰਨੀਆਂ ਵੀ ਮੇਰੀਆਂ ਵੱਡੀਆਂ ਭੈਣਾਂ ਸੀ ਜਾਂ ਭਾਬੀਆਂ ਸੀ, ਉਹਨਾਂ ਨੇ ਕਿਹਾ ਸੀਗਾ ਵੀ ਜਿੰਨਾ ਜ਼ਿਆਦਾ ਇਹ ਸੌਂ ਓਨਾ ਹੀ ਇਹਦੀ ਸਿਹਤ ਲਈ ਵਧੀਆ ਹੋਊਗਾ। ਜਾਂ ਡਾਕਟਰ ਮੇਰੀ ਗਾਇਨਕੋਲੋਜਿਸਟ ਜਿਹੜੀ ਸੀ, ਉਹਨਾਂ ਨੇ ਵੀ ਇਹੀ ਕਿਹਾ ਕਿ ਜਿੰਨਾ ਜ਼ਿਆਦਾ ਇਹ ਸੌਂ ਓਨਾ ਹੀ ਜ਼ਿਆਦਾ ਬੱਚਾ ਹੈਲਦੀ ਹੁੰਦਾ, ਜ਼ਿਆਦਾ ਖੁਸ਼ ਹੁੰਦਾ। ਅਤੇ ਜਦੋਂ ਬੱਚਾ ਸੌਂਦਾ ਹੈ ਤਾਂ ਨਾਲ ਦੀ ਨਾਲ ਓਬਵੀਅਸਲੀ ਤੁਹਾਨੂੰ ਵੀ ਆਰਾਮ ਮਿਲਦਾ ਉਸ ਮੌਕੇ, ਹੈ ਨਾ। ਕਈ ਘਰਾਂ ਦੇ ਵਿੱਚ ਇਹ ਵੀ ਹੁੰਦਾ ਵੀ ਕੋਈ ਵੀ ਜਦੋਂ ਵੀ ਜਿਹੜਾ ਵੀ ਆ ਗਿਆ, ਆਪਾਂ ਇਹ ਨਹੀਂ ਦੇਖਦੇ ਹੈਗੇ ਕਿ ਹੁਣ ਸਾਡਾ ਬੱਚਾ ਜਾਂ ਸਾਡੀ ਜਿਹੜੀ ਬਹੂ ਆ ਸੁੱਤੀ ਪਈ ਆ ਜਾਂ ਕੁਛ ਵੀ, ਹੈ ਨਾ, ਆਪਾਂ ਨੂੰ ਉਹਦੇ ਨਾਲ ਨਹੀਂ ਚੱਲ ਕੋਈ ਨਾ ਠਾ ਦੇ ਫੇਰ ਸੌਂ ਲੂਗਾ, ਹੁਣ ਦੇਖਣ ਆਏ ਨੇਗੇ। ਵੀ ਹੁਣ ਜ਼ਰੂਰੀ ਥੋੜ੍ਹੀ ਆ ਵੀ ਅਗਲੇ ਨੇ ਅੱਖਾਂ ਖੁੱਲੀਆਂ ਤੇ ਸ਼ਗਨ ਦੇਣਾ। ਸਹੀ ਗੱਲ ਹੈ ਨਾ। ਉਹ ਮਤਲਬ ਖੁਸ਼ੀ ਦੇ ਤੌਰ 'ਤੇ ਵਧਾਈ ਦੇਣ ਆਏ ਨੇਗੇ, ਤਾਂ ਉਹਨਾਂ ਦੀ ਤੁਸੀਂ ਵਧਾਈ ਕਬੂਲ ਕਰੋ, ਮਤਲਬ ਮਿਲੋ ਗਿਲੋ, ਅਗਲੇ ਦਾ ਆਦਰ ਮਾਣ ਸਤਿਕਾਰ ਕਰੋ। ਪਰ ਸੱਚੀ ਇਹ ਬਹੁਤ ਵੱਡੀਆਂ ਆਪਾਂ ਨੂੰ ਗੱਲ ਕਰਦਿਆਂ ਹੋਇਆ ਸ਼ਾਇਦ ਕਿਸੇ ਨੂੰ ਸੁਣ ਕੇ ਇਹ ਲੱਗੇ ਵੀ ਇਹ ਕਿਹੜੀਆਂ ਡਿਸਕਸ ਕਰਨ ਵਾਲੀਆਂ ਚੀਜ਼ਾਂ ਨੇ, ਪਰ ਬਾਅਦ 'ਚੋਂ ਆਪਾਂ ਕਹਿ ਦਿੰਦੇ ਹਾਂ ਕਿ ਮੈਂਟਲ ਹੈਲਥ ਦੀ ਫਿਰ ਅਸੀਂ ਗੱਲ ਕਰਦੇ ਫਿਰਦੇ ਹਾਂ। ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਸ ਮੌਕੇ ਤੁਹਾਡੀ ਮੈਂਟਲ ਹੈਲਥ ਨੂੰ ਬਹੁਤ ਇਫੈਕਟ ਕਰਦੀਆਂ ਨੇ। ਬੱਚੇ ਦੀ ਜੇ ਨੀਂਦ ਪੂਰੀ ਨਹੀਂ ਨਾ ਹੋਈ ਹੁੰਦੀ, ਵੀ ਜਿਵੇਂ ਹੁਣ ਛੋਟਾ ਬੱਚਾ, ਮੇਰੀ ਭੈਣ ਕਹਿੰਦੀ ਸੀ ਜਿਵੇਂ ਹੁਣ ਉਹਦੇ ਕੋਲ ਐਕਸਪੀਰੀਅੰਸ ਸੀਗਾ, ਉਹ ਕਹਿੰਦੀ ਇਹ 24 ਘੰਟਿਆਂ ਦੇ ਵਿੱਚ ਹੋ ਸਕਦਾ ਗੁਰਦੀਪ ਇਹ 22 ਘੰਟੇ ਸੁੱਤੀ ਰਹੇ, ਵੀ ਇਹਨੂੰ ਸੌਣ ਦੇਈ, ਹੈ ਨਾ। ਜਦੋਂ ਉੱਠੂਗੀ ਇਹ ਵੀ ਨਾ ਦੇਖੀ ਵੀ ਇਹਨੂੰ ਹੁਣ 2 ਘੰਟੇ ਹੋ ਗਏ ਦੁੱਧ ਪੀਤੇ ਨੂੰ, ਜਾਂ ਇਹਨੂੰ ਘੰਟਾ ਹੋ ਗਿਆ, 1.5 ਘੰਟਾ ਹੋ ਗਿਆ। ਉਹ ਕਹਿੰਦੀ ਜਦੋਂ ਇਹ ਉੱਠੂਗੀ ਨਾ ਇਹਨੂੰ ਉਦੋਂ ਫੀਡ ਕਰਨਾ ਆ, ਪਰ ਇਹ ਨਹੀਂ ਹੈਗਾ ਵੀ ਇਹਨੂੰ ਤੁਸੀਂ ਉਠਾ ਕੇ ਫੀਡ ਕਰ ਰਹੇ ਹੋ ਨਾ। ਸੇਮ ਮੇਰੀ ਡਾਕਟਰ ਕਹਿੰਦੀ ਹੁੰਦੀ ਸੀਗੀ ਵੀ ਜਿਵੇਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨਾਲ ਕਲੀਅਰ ਕਰਦੇ ਹਾਂ ਵੀ ਜੇ ਮੈਂ ਇੰਨੇ ਘੰਟੇ ਇਹਨੂੰ ਨਾ ਦੁੱਧ ਦਿੱਤਾ ਜਾਂ ਕੀ ਹੋਊਗਾ, ਜਾਂ ਇਫੈਕਟ ਹੈ ਬੱਚੇ 'ਤੇ ਜਾਂ ਨਹੀਂ, ਹੈ ਨਾ। ਜਿਵੇਂ ਆਪਾਂ ਨੂੰ ਵੀ ਪਤਾ ਹੋਵੇ 3 ਕੁ ਮਹੀਨੇ ਤੱਕ ਦਾ ਹੁੰਦਾ, ਜਾਂ ਬਹੁਤ ਜ਼ਿਆਦਾ ਜਦੋਂ ਨਿਆਣਾ ਛੋਟਾ ਹੁੰਦਾ ਮਹੀਨਾ 1.5 ਮਹੀਨੇ ਤੱਕ ਦਾ, ਉਦੋਂ ਹੀ ਹੁੰਦਾ, ਫਿਰ ਉਹਦੀ ਨੀਂਦ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ, ਹੈ ਨਾ।
ਤਾਂ ਇੱਕ ਤਾਂ ਜਿਵੇਂ ਆਪਣੇ ਇਹ ਹੁੰਦਾ ਵਾ ਵੀ ਮਾੜਾ ਜਿਹਾ ਬੱਚਾ ਰੋਇਆ, ਦੇ ਦਿਓ ਇਹਨੂੰ ਦੁੱਧ, ਦੇ ਦਿਓ ਇਹਨੂੰ ਦੁੱਧ। ਉਹ ਕਹਿੰਦੇ ਹਰ ਵਾਰ ਰੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੱਚੇ ਨੂੰ ਦੁੱਧ ਹੀ ਚਾਹੀਦਾ ਆ, ਹਨਾ। ਸਮ ਟਾਈਮ ਬੱਚਾ ਤੁਹਾਡਾ ਸਕਿਨ ਟੱਚ ਮਿਸ ਕਰ ਰਿਹਾ ਹੁੰਦਾ, ਹਨਾ, ਉਹਨੂੰ ਕਿਉਂਕਿ ਸਿਰਫ ਮਦਰ ਨੂੰ ਸਮੈਲ ਤੋਂ ਪਛਾਣ ਰਿਹਾ ਹੁੰਦਾ, ਤਾਂ ਉਹਨੂੰ ਹੁੰਦਾ ਹੈ ਕਿ ਮੈਨੂੰ ਉਹ ਸਮੈਲ ਮੇਰੇ ਆਲੇ ਦੁਆਲੇ ਨਹੀਂ ਹੈਗੀ, ਜਾਂ ਮੈਨੂੰ ਸਕਿਨ ਟੱਚ ਨਹੀਂ ਮਿਲ ਰਿਹਾ ਇਸ ਟਾਈਮ। ਬੱਚੇ ਦੇ ਰੋਣ ਦੇ ਹੋਰ ਵੀ ਕਾਰਨ ਹੋ ਸਕਦੇ ਨੇ। ਜਦੋਂ ਦੀ ਨੀਂਦ ਨਹੀਂ ਪੂਰੀ, ਤੁਸੀਂ ਉਹਨੂੰ ਓਵਰਫੀਡ ਕਰ ਰਹੇ ਹੋ, ਤਾਂ ਉਹਨੂੰ ਬਦਹਜ਼ਮੀ ਦੀ ਪ੍ਰੋਬਲਮ ਆਊਗੀ ਹੀ ਆਊਗੀ, ਹੈ ਨਾ। ਬੱਚੇ ਦੀ ਨੀਂਦ ਪੂਰੀ ਹੋ ਰਹੀ ਆ, ਤੁਸੀਂ ਉਹਨੂੰ ਉਹਦੇ ਕੰਫਰਟ 'ਚ ਰਹਿਣ ਦੇ ਰਹੇ ਹੋ, ਤੁਸੀਂ ਉਹਨੂੰ ਓਨਾ ਕੀ ਦੁੱਧ ਦੇ ਰਹੇ ਹੋ ਜਿੰਨਾ ਕੁ ਉਹਦੀ ਬਾਡੀ ਮੰਗ ਰਹੀ ਆ, ਤਾਂ ਮੈਨੂੰ ਨਹੀਂ ਲੱਗਦਾ ਕਦੇ ਵੀ ਬੱਚੇ ਨੂੰ ਕੋਈ ਗੈਸ ਦੀ ਜਾਂ ਬਦਹਜ਼ਮੀ ਦੀ ਕੋਈ ਵੀ ਦਿੱਕਤ ਆਊਗੀ, ਹੈ ਨਾ। ਜਦੋਂ ਅਸੀਂ ਨਿਆਣੇ ਨੂੰ ਸੁਣਦੇ ਹੀ ਨਹੀਂ ਆ, ਸਮਝਦੇ ਹੀ ਨਹੀਂ ਆ, ਸਾਨੂੰ ਸਮਝਣਾ ਪੈਂਦਾ ਵੀ ਹਾਂ ਇਸ ਟਾਈਮ ਉਹਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਜਾਂ ਕਿਸ ਚੀਜ਼ ਦੀ ਨਹੀਂ ਹੈਗੀ। ਸਾਨੂੰ ਹੁੰਦਾ ਵੀ ਸਾਡਾ ਜੋ ਐਕਸਪੀਰੀਅੰਸ ਆ, ਜੋ ਜਿਵੇਂ ਚੱਲਦਾ ਆ ਰਿਹਾ, ਅਸੀਂ ਉਵੇਂ ਨਿਆਣੇ ਨੂੰ ਵੱਡਾ ਕਰਾਂਗੇ। ਇਹ ਤਾਂ ਨਹੀਂ ਹੁੰਦਾ, ਇਹ ਤਾਂ ਫਿਰ ਬਿਲਕੁਲ ਗਲਤ ਗੱਲ ਆ ਨਾ। ਤੁਹਾਡੇ ਘਰੇ ਤੁਹਾਡੇ ਨਿਆਣੇ ਨੂੰ ਕੋਈ ਦੇਖਣ ਆਇਆ, ਤੁਹਾਡਾ ਬੱਚਾ ਸੁੱਤਾ ਪਿਆ, ਤੁਹਾਨੂੰ ਕੋਈ ਜ਼ਰੂਰਤ ਨਹੀਂ ਆ ਉਹਨੂੰ ਉਠਾਉਣ ਦੀ, ਉਹਨੂੰ ਸੌਣ ਦਿਓ। ਉਹ ਉਸ ਤਰੀਕੇ ਨਾਲ ਵੀ ਬੱਚੇ ਨੂੰ ਦੇਖ ਸਕਦੇ ਆ। ਮਾਂ ਨੂੰ ਵੀ ਮੈਨੂੰ ਲੱਗਦਾ ਵੀ ਨਹੀਂ ਉਠਾਉਣ ਦੀ ਜ਼ਰੂਰਤ ਹੈ ਨਾ। ਹਾਂ ਬਿਲਕੁਲ। ਤੁਸੀਂ ਦੇਖੋ ਗੁਰਦੀਪ, ਤੁਸੀਂ ਪੋਸਟ ਡਿਲੀਵਰੀ ਡਿਪਰੈਸ਼ਨ ਸੁਣਿਆ ਕਦੀ? ਮਤਲਬ ਇਹਦੇ ਬਾਰੇ ਤੁਸੀਂ ਗੂਗਲ ਤੇ ਪੜ੍ਹਿਓ? ਮੈਂ ਇਹਨੂੰ ਉਦੋਂ ਪੜ੍ਹਿਆ ਸੀ, ਮੈਂ ਐਕਸਪੀਰੀਅੰਸ ਵੀ ਕੀਤਾ ਜਦੋਂ ਮੈਂ ਮਤਲਬ ਆਪਾਂ ਨੂੰ ਪਤਾ ਨਹੀਂ ਹੁੰਦਾ ਅਸਲ 'ਚ ਕਿ ਡਿਲੀਵਰੀ ਤੋਂ ਬਾਅਦ ਜੋ ਮੇਰੇ 'ਚ ਇੰਨਾ ਬਦਲਾਅ ਆ ਰਿਹਾ, ਜਾਂ ਮਾਨਸਿਕ ਜਾਂ ਸਰੀਰਕ, ਇਹ ਕਿਸ ਚੀਜ਼ ਕਰਕੇ ਆ, ਹੈ ਨਾ। ਇਹ ਤੁਹਾਡਾ ਪੋਸਟ ਡਿਲੀਵਰੀ ਜਿਹੜਾ ਡਿਪਰੈਸ਼ਨ ਆ, ਇੱਕ ਤਰ੍ਹਾਂ ਨਾਲ ਤਣਾਅ ਹੈ, ਉਹ ਹੁੰਦਾ। ਅਤੇ ਮੈਂ ਇਹਦੇ ਬਾਰੇ ਪੜ੍ਹਿਆ ਸੀ, ਜਦੋਂ ਇੱਕ ਕੈਨੇਡਾ 'ਚ ਨਾ ਇੱਕ ਕੁੜੀ ਜਿਹੜੀ ਕਿ 3 ਬੱਚਿਆਂ ਦੀ ਮਾਂ ਸੀ, ਉਹਨੇ ਟ੍ਰੇਨ ਥੱਲੇ ਆ ਕੇ ਸੁਸਾਈਡ ਕੀਤਾ, ਹੈ ਨਾ। ਅਤੇ ਤੁਸੀਂ ਮੰਨੋਗੇ ਕਿ ਜਦੋਂ ਉਹਦੇ ਬਾਰੇ ਗੱਲਾਂ ਹੋ ਰਹੀਆਂ ਸੀ, ਤਾਂ ਇਹ ਗੱਲਾਂ ਹੋ ਰਹੀਆਂ ਸੀ ਕਿ ਉਹ ਆਰਥਿਕ ਤੌਰ 'ਤੇ ਬਿਲਕੁਲ ਖੁਸ਼ਹਾਲ ਸੀਗੇ, ਪੂਰਾ ਉਹਨਾਂ ਦਾ ਮਤਲਬ ਰਿਲੇਸ਼ਨਸ਼ਿਪ ਬਹੁਤ ਵਧੀਆ ਸੀ ਹਸਬੈਂਡ ਵਾਈਫ ਦਾ, ਅਤੇ 3 ਹੈਲਦੀ ਬੱਚੇ ਸੀ, ਫਿਜ਼ੀਕਲੀ ਉਹ ਬਿਲਕੁਲ ਫਿੱਟ ਸੀਗੀ, ਉਹਨੂੰ ਕੋਈ ਪ੍ਰੋਬਲਮ ਨਹੀਂ ਸੀ। ਤਾਂ ਜਦੋਂ ਉਹਦੇ ਜਿਹੜੇ ਡਾਕਟਰ ਸੀਗੇ, ਮਤਲਬ ਜਿਨ੍ਹਾਂ ਨੇ ਉਹਦਾ ਪੋਸਟਮਾਰਟਮ ਕੀਤਾ, ਜਾਂ ਜਿੱਥੋਂ ਥੋੜ੍ਹੀ ਬਹੁਤੀ ਪਹਿਲਾਂ ਕਾਉਂਸਲਿੰਗ ਲੈਂਦੀ ਹੋਊਗੀ ਇਸ ਬਾਰੇ, ਉਹਨਾਂ ਨੇ ਕਿਹਾ ਕਿ ਉਹਦਾ ਡਿਪਰੈਸ਼ਨ ਆ ਜਿਹੜਾ ਉਹ ਬਿਲਕੁਲ ਐਜ 'ਤੇ ਆ ਚੁੱਕਿਆ ਸੀਗਾ। ਉਹ ਇਸ ਕਰਕੇ ਸੀ ਕਿ ਉਹ 7 ਸਾਲਾਂ 'ਚ 3 ਬੱਚਿਆਂ ਦੀ ਮਾਂ ਬਣੀ, ਹੈ ਨਾ। ਅਤੇ ਉੱਧਰ ਹੁੰਦਾ ਹੈ ਕਿ ਲੋਕਾਂ ਨੂੰ ਹੁੰਦਾ ਕਿ ਛੇਤੀ ਛੇਤੀ ਤੂੰ ਆਪਣੇ ਕੰਮਕਾਰ ਜੋਗੀ ਹੋ ਜਾ, ਛੇਤੀ ਬੱਚੇ ਮਤਲਬ ਵੱਡੇ ਹੋ ਜਾਣਗੇ, ਹੈ ਨਾ। ਲਗਾਤਾਰ ਕਿਸੇ ਦੇ ਕੁੜੀ ਹੋ ਗਈ ਤਾਂ ਛੇਤੀ ਤੂੰ ਦੂਜਾ ਬੱਚਾ ਕਰ ਲਾ, ਤੂੰ ਵਿਹਲੀ ਹੋ ਜਾ, ਲੋਕ ਇਹ ਗੱਲਾਂ ਕਹਿਣ ਲੱਗ ਜਾਂਦੇ ਆ, ਜਦ ਕਿ ਤੁਹਾਡੇ ਸਰੀਰ ਅਤੇ ਤੁਹਾਡੇ ਮਨ ਨੂੰ ਕੋਈ ਨਹੀਂ ਸੁਣਦਾ। ਹੁਣ ਜਿਹੜੀ ਮਾਂ 2 ਸਾਲ ਦੇ ਬੱਚੇ ਅਤੇ ਤੀਜਾ ਬੱਚਾ ਕੰਸੀਵ ਕਰ ਰਹੀ ਆ, ਹੈ ਨਾ, ਦੂਜਾ ਬੱਚਾ, ਅਤੇ ਫਿਰ ਉਹ ਪਹਿਲੇ ਬੱਚੇ ਨੂੰ ਵੀ ਕੇਅਰ ਨਹੀਂ ਦੇ ਪਾ ਰਹੀ, 2 ਸਾਲ ਤੋਂ ਖੁਦ ਰੈਸਟਲੈਸ ਆ, ਹੈ ਨਾ। ਉਹਦੇ ਸਰੀਰ 'ਚ ਕਿੰਨੇ ਬਦਲਾਅ ਆ ਗਏ, ਦੂਜੇ ਤੋਂ ਬਾਅਦ ਉਹ ਤੀਜਾ ਬੱਚਾ ਕੰਸੀਵ ਕਰ ਰਹੀ ਆ, ਤਾਂ ਮਤਲਬ ਉਹ ਮੈਂਟਲੀ ਕੀ ਮਹਿਸੂਸ ਕਰ ਰਹੀ ਹੋਊਗੀ। ਹੁਣ ਤੁਸੀਂ ਦਿਨ ਲਈ ਕਿਸੇ ਨੂੰ ਕਹਿ ਸਕਦੇ ਹੋ ਕਿ ਤੁਸੀਂ ਮੇਰੀ ਕੇਅਰ ਕਰ ਦਿਓ, ਕਿ ਤੁਹਾਡੇ ਨਾਲ ਚਾਹੇ ਤੁਹਾਡਾ ਹਸਬੈਂਡ ਵੀ ਆ, ਚਾਹੇ ਤੁਹਾਡੀ ਸੱਸ ਵੀ ਆ, ਕਦੀ ਤੁਹਾਡੇ ਨਾਲ ਰਾਤ ਨੂੰ ਨਹੀਂ ਜਾਗਣਗੇ, ਹੈ ਨਾ। ਉਹਨਾਂ ਕੋਲੇ ਆਪਣੇ ਕਾਰਨ ਹੁੰਦੇ ਨੇ। ਸੱਸ ਨੇ ਉੱਠ ਕੇ ਦਿਨੇ ਕੰਮ ਕਰਨਾ, ਬੰਦੇ ਨੇ ਉੱਠ ਕੇ ਆਪਣੀ ਨੌਕਰੀ ਕਿਸੇ ਕਿੱਤੇ 'ਤੇ ਜਾਣਾ ਹੁੰਦਾ। ਤਾਂ ਉਹ ਇੰਨੀ ਜ਼ਿਆਦਾ ਮਤਲਬ ਡਿਪਰੈਸ਼ਨ 'ਚ ਹੋ ਗਈ ਕਿ ਇੰਨੀ ਜ਼ਿਆਦਾ ਖੁਦ ਨੂੰ ਰੈਸਟਲੈਸ ਫੀਲ ਕਰ ਰਹੀ ਸੀ, ਇੰਨੇ ਜ਼ਿਆਦਾ ਸਰੀਰਕ ਬਦਲਾਅ ਉਹ ਮਹਿਸੂਸ ਕਰ ਰਹੀ ਸੀ ਕਿ ਉਹਨੇ ਜਾ ਕੇ ਆਤਮ ਹੱਤਿਆ ਕਰ ਲਈ। ਅਤੇ ਹੁਣ ਤੁਸੀਂ ਦੇਖੋ ਕਿ ਕਿੰਨੀਆਂ ਔਰਤਾਂ ਨੇ ਜਿਹੜੀ ਇਹ ਚੀਜ਼ ਮਹਿਸੂਸ ਕਰਦੀਆਂ ਨੇ। ਮੈਂ ਖੁਦ ਮਹਿਸੂਸ ਕਰਦੀ ਰਹੀ ਹਾਂ। ਅਸੀਂ ਇਕੱਲੇ ਰਹਿੰਦੇ ਸੀ ਜਦ ਕਿ ਮਹਿਤਾਬ ਹੋਇਆ, ਗੁਰਨੂਰ 5 ਸਾਲ ਦੀ ਸੀਗੀ। ਕਦੇ ਕਦੇ ਮੈਨੂੰ ਸੱਚੀ ਇਹ ਲੱਗਣਾ, ਮੇਰਾ ਨਿੱਜੀ ਤਜਰਬਾ, ਕਿ ਗੁਰਨੂਰ ਨਾ ਛੇਤੀ ਸਕੂਲੋਂ ਨਾ ਵਾਪਸ ਆਵੇ, ਹੈ ਨਾ। ਇਹ ਲੱਗਣਾ ਕਿ ਜਿੰਨਾ ਚਿਰ ਮਹਿਤਾਬ ਸੁੱਤਾ ਪਿਆ ਤਾਂ ਮੈਂ ਛੇਤੀ ਛੇਤੀ ਸਾਰੇ ਘਰ ਦੇ ਕੰਮ ਕਰ ਲਾਂ, ਵੀ ਜੇ ਇਹ ਉੱਠ ਗਿਆ ਤਾਂ ਕੋਈ ਕੰਮ ਨਹੀਂ ਹੋਣਾ। ਔਰ ਉਸ ਕੰਮ ਕਰਨ ਦੇ ਚੱਕਰ 'ਚ ਕਈ ਵਾਰੀ ਇਹ ਹੁੰਦਾ ਸੀਗਾ ਕਿ ਮੈਂ ਸਾਰਾ ਦਿਨ ਆਪਣਾ ਸਿਰ ਨਹੀਂ ਸੀ ਵਾਹ ਸਕਦੀ। ਮੈਂ ਕਈ ਵਾਰੀ ਗੁਰਵਿੰਦਰ ਨੂੰ ਕਾਲ ਕਰਨਾ ਕਿ ਹੁਣ 2 ਵੱਜ ਚੁੱਕੇ ਨੇ ਅਤੇ ਮੈਂ ਸਵੇਰ ਦੀ ਰੋਟੀ ਨਹੀਂ ਖਾਧੀ, ਹੈ ਨਾ। ਅਤੇ ਦਿਨੇ ਤੁਸੀਂ ਆਪਦਾ ਸਾਰਾ ਘਰ ਮੈਨੇਜ ਕਰਨ 'ਤੇ ਲੱਗ ਜਾਂਦੇ ਹੋ, ਰਾਤ ਨੂੰ ਉਹੀ ਬੱਚਾ 10 ਵਾਰ ਉੱਠਦਾ, ਤੁਸੀਂ ਉਹਨੂੰ ਦੇਖਣ ਲੱਗ ਜਾਂਦੇ ਹੋ। ਫਿਰ ਕਿਸੇ ਨੂੰ ਤੁਹਾਡੀ ਮਾਨਸਿਕਤਾ, ਤੁਹਾਡੇ ਸਰੀਰ 'ਚ ਆਏ ਬਦਲਾਵਾਂ ਦਾ ਪਤਾ ਨਹੀਂ ਚੱਲਦਾ ਜਦੋਂ ਤੱਕ ਤੁਸੀਂ ਨਹੀਂ ਉੱਠ ਕੇ ਕਹਿੰਦੇ। ਸਰੀਰ ਇੰਨਾ ਕਮਜ਼ੋਰ ਹੋਇਆ ਹੁੰਦਾ ਕਿ ਜਿਹੜਾ ਕੰਮ ਤੁਸੀਂ ਪਹਿਲਾਂ 10 ਮਤਲਬ ਮਿੰਟ 'ਚ ਕਰ ਰਹੇ ਹੁੰਦੇ ਹੋ, ਉਹ ਤੁਸੀਂ 30 ਮਿੰਟ 'ਚ ਕਰ ਰਹੇ ਹੁੰਦੇ ਹੋ ਨਾ। ਬੱਚਾ ਦਿਨੇ ਕਿੰਨਾ ਡਿਸਟਰਬ ਕਰਦਾ ਤੁਹਾਨੂੰ, ਕਿੰਨੀ ਵਾਰ ਬੱਚੇ ਦੇ ਤੁਸੀਂ ਕੱਪੜੇ ਬਦਲਦੇ ਹੋ, ਕਿੰਨੀ ਵਾਰ ਉਹ ਵੋਮਟਿੰਗ ਕਰਦਾ, ਕਿੰਨੀਆਂ ਚੀਜ਼ਾਂ ਬਦਲਦੀਆਂ ਨੇ। ਤਾਂ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਕਿ 2 ਸਾਲ ਦਾ ਹੋਣ ਤੱਕ ਮਾਂ ਦਾ ਜਿਹੜਾ 70% ਟਾਈਮ ਆ ਜਿਹੜਾ ਬੱਚਾ ਲੈ ਲੈਂਦਾ, ਚਾਹੇ ਉਹ ਰਾਤ ਦਾ ਚਾਹੇ ਉਹ ਦਿਨ ਦਾ। ਬਿਲਕੁਲ। ਅਤੇ ਉਹਦੇ 'ਚੋਂ ਕੀ ਮਹਿਸੂਸ ਕਰ ਰਹੀ ਹੈ ਕੋਈ ਸੋਚਦਾ ਹੀ ਨਹੀਂ। ਅਤੇ ਉਸੇ 2 ਸਾਲ 'ਚ ਇੰਨਾ ਜ਼ਿਆਦਾ ਆਉਣ ਜਾਣ 'ਤੇ ਤੁਸੀਂ ਸਾਰੇ ਫੰਕਸ਼ਨ ਧਰ ਲੈਂਦੇ ਹੋ ਵੀ ਜੇ ਇਹਦੀ ਲੋਹੜੀ ਹੈ ਪਹਿਲੀ, ਉਹ ਵੀ ਚਾਹੇ 2 ਮਹੀਨੇ ਦਾ ਉਹ 'ਚ ਹੀ ਕਰਾਂਗੇ, ਕੋਈ ਪਾਠ ਸੁੱਖਿਆ ਹੋਇਆ ਉਹ ਵੀ ਉਹਦੇ 'ਚ ਹੀ ਕਰਾਂਗੇ। ਮੈਨੂੰ ਲੱਗਦਾ ਇਹ ਚੀਜ਼ਾਂ ਨਾ
ਪਰਿਵਾਰ ਛੋਟੇ ਹੋ ਗਏ ਨੇ, ਘਰਦਿਆਂ ਨੂੰ ਹੁਣ ਜ਼ਿਆਦਾ ਸਮਝਣੀਆਂ ਚਾਹੀਦੀਆਂ, ਜ਼ਿਆਦਾ ਸਮਝਣੀਆਂ ਚਾਹੀਦੀਆਂ। ਜਾਂ ਜਦੋਂ ਤੁਸੀਂ ਕਹਿੰਦੇ ਹੋ ਵੀ ਮਤਲਬ ਜਿਵੇਂ ਹੁਣ ਤੁਸੀਂ ਆਪਣੀ ਉਦਾਹਰਨ ਦਿੱਤੀ ਜਾਂ ਉਹ ਔਰਤ ਦੀ ਉਦਾਹਰਨ ਦਿੱਤੀ ਕੈਨੇਡਾ ਜਿਨ੍ਹਾਂ ਨੇ ਸੁਸਾਈਡ ਕੀਤਾ ਹੈ ਨਾ, ਤਾਂ ਬਹੁਤ ਸਾਰੇ ਵਿਊਅਰਸ ਵੀ ਜਾਂ ਜਿਹੜੇ ਇਸ ਤਜਰਬੇ 'ਚੋਂ ਨਹੀਂ ਨਿਕਲੇ ਜਾਂ ਜਿਹੜੇ ਸ਼ਾਇਦ ਨਿਕਲ ਵੀ ਚੁੱਕੇ ਨੇ ਪਰ ਉਹਨਾਂ ਨੂੰ ਪੋਸਟਮਾਰਟਮ ਡਿਪਰੈਸ਼ਨ ਮਹਿਸੂਸ ਨਹੀਂ ਹੋਇਆ, ਉਹ ਕਹਿਣਗੇ ਵੀ, ਜਾਂ ਆਪਾਂ ਆਮ ਤੌਰ ਤੇ ਵੀ ਆਪਣੇ ਲਈ ਸੁਣ ਲੈਂਦੇ ਆ ਵੀ ਇਹੀ ਕਮੈਂਟ ਹੁੰਦਾ ਹੈ ਕਿ ਤੁਹਾਡੇ ਇਕੱਲਿਆਂ ਨਾਲ ਹੋਇਆ, ਕਿ ਤੁਸੀਂ ਇਕੱਲਿਆਂ ਨਾਲ ਕੀ ਤੁਸੀਂ ਇਕੱਲਿਆਂ ਨੇ ਬੱਚੇ ਪੈਦਾ ਕੀਤੇ ਨੇ। ਪਰ ਇੱਕ ਚੀਜ਼ ਨੂੰ ਜ਼ਰੂਰ ਸਮਝੋ ਕਿ ਤੁਹਾਡਾ ਸਰੀਰ ਮੇਰੇ ਵਰਗਾ ਨਹੀਂ ਹੋ ਸਕਦਾ, ਮੇਰਾ ਸਰੀਰ ਤੁਹਾਡੇ ਵਰਗਾ ਨਹੀਂ ਹੋ ਸਕਦਾ, ਹੈ ਨਾ। ਮੈਨੂੰ ਲੱਗਦਾ ਕਿਉਂਕਿ ਹਲੇ ਤੱਕ ਮੈਂ ਆਪਦੇ ਸਿਜ਼ੇਰੀਅਨ ਮਤਲਬ ਸੀ ਸੈਕਸ਼ਨ 'ਚੋਂ ਬਾਹਰ ਹੀ ਨਹੀਂ ਨਿਕਲ ਸਕੀ ਹੈ ਨਾ, ਮੈਨੂੰ ਇਹ ਹੁੰਦਾ ਕਿ ਮਤਲਬ ਉਹ ਮੇਰੇ ਲਈ ਬਹੁਤ ਹੌਰੀਬਲ ਟਾਈਮ ਸੀਗਾ, ਹੈ ਨਾ। ਚਲੋ ਤੁਸੀਂ ਮਦਰ ਬਣੇ ਹੋ, ਬਹੁਤ ਵੱਡੀ ਬਲੈਸਿੰਗ ਆ ਇਹ ਦੁਨੀਆ ਦੀ, ਹੈ ਨਾ। ਮੈਨੂੰ ਲੱਗਦਾ ਕਿਸੇ ਔਰਤ ਦੇ ਲਈ ਸਭ ਤੋਂ ਵੱਡੀ ਜੇ ਕੋਈ ਬਲੈਸਿੰਗ ਆ ਤਾਂ ਇਹੀ ਹੋ ਸਕਦੀ ਆ ਵੀ ਉਹ ਮਾਂ ਬਣੀ ਆ, ਹੈ ਨਾ। ਪਰ ਬਹੁਤ ਸਾਰੀਆਂ ਜਿਹੜੀਆਂ ਫਿਜ਼ੀਕਲ ਚੈਲੰਜਸ ਨੇ ਉਹਨਾਂ ਦੇ ਵਿੱਚੋਂ ਜਦੋਂ ਜਿਹੜਾ ਬੰਦਾ ਨਿਕਲਦਾ ਨਾ ਉਹਨੂੰ ਹੀ ਪਤਾ ਹੁੰਦੇ ਨੇਗੇ। ਹੁਣ ਜਿਵੇਂ ਮੰਨ ਲਓ ਵੀ ਜਦੋਂ ਮੈਂ ਪ੍ਰੈਗਨੈਂਟ ਵੀ ਸੀਗੀ ਤਾਂ ਮੇਰੀ ਇੱਕ ਕੋਈ ਸਹੇਲੀ ਸੇਮ ਟਾਈਮ 'ਤੇ ਪ੍ਰੈਗਨੈਂਟ ਸੀ, ਹੈ ਨਾ। ਸ਼ਾਇਦ ਇਹ ਬਹੁਤ ਨਿੱਜੀ ਗੱਲਾਂ ਮੈਨੂੰ ਨਹੀਂ ਕਰਨੀ ਚਾਹੀਦੀ ਪਰ ਮੈਂ ਕਹਿੰਦੀ ਹਾਂ ਵੀ ਫਿਰ ਮੇਰੀ ਭੈਣ ਨੇ ਮੈਨੂੰ ਸਮਝਾਇਆ ਵੀ ਦੋ ਸਰੀਰ ਅਲੱਗ-ਅਲੱਗ ਹੁੰਦੇ ਨੇ, ਚਾਹੇ ਤੁਸੀਂ ਮਤਲਬ ਹਰ ਮਾਂ ਦੇ ਮਾਂ ਬਣਨ ਦਾ ਪ੍ਰੋਸੀਜਰ ਇੱਕੋ ਹੀ ਆ ਪਰ ਤਾਂ ਵੀ ਤੁਹਾਡੇ ਸਰੀਰ ਵੱਖ-ਵੱਖ ਚੀਜ਼ਾਂ ਮਹਿਸੂਸ ਕਰਦੇ ਨੇ, ਹੈ ਨਾ। ਤਾਂ ਉਹਨੇ ਮੈਨੂੰ ਪੁੱਛਿਆ ਕਿ ਤੁਹਾਡੇ ਬੇਬੀ ਦੀ ਮੂਵਮੈਂਟ ਸ਼ੁਰੂ ਹੋ ਗਈ ਤੇ ਉਦੋਂ ਮੈਨੂੰ ਲੱਗਦਾ ਮੈਨੂੰ 5 ਜਾਂ 6 ਮੰਥ ਐਵੇਂ ਕੁਛ ਚੱਲਦਾ ਹੋਣਾ, ਹੈ ਨਾ। ਮੈਂ ਕਿਹਾ ਵੀ ਨਹੀਂ ਇੰਨੀ ਨਹੀਂ। ਉਹਨੇ ਮੈਨੂੰ ਕਿਹਾ ਵੀ ਇਹਦਾ ਮਤਲਬ ਤੁਹਾਡਾ ਬੇਬੀ ਐਕਟਿਵ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਕਿ ਜਦੋਂ ਕੋਈ ਮਤਲਬ ਔਰਤ ਮਾਂ ਬਣਨ ਵਾਲੀ ਹੁੰਦੀ ਹੈ ਨਾ ਤਾਂ ਹੀ ਕਹਿੰਦੇ ਨੇ ਵੀ ਉਹਦੇ ਆਲੇ ਦੁਆਲੇ ਦਾ ਮਾਹੌਲ ਵਧੀਆ ਹੋਣਾ ਚਾਹੀਦਾ ਕਿਉਂਕਿ ਉਹ ਉਸ ਟਾਈਮ 'ਤੇ ਸਭ ਤੋਂ ਜ਼ਿਆਦਾ ਵੀਕ ਮੈਂਟਲ ਸਿਚੁਏਸ਼ਨ ਦੇ ਵਿੱਚ ਹੁੰਦੀ ਹੈ, ਬਹੁਤ ਇਮੋਸ਼ਨਲ ਹੁੰਦੀ ਆ, ਓਵਰ ਇਮੋਸ਼ਨਲ ਹੋਈ ਹੁੰਦੀ ਆ ਉਸ ਟਾਈਮ 'ਤੇ ਕਿਉਂਕਿ ਹਾਰਮੋਨਸ ਇਦਾਂ ਦੇ ਹੁੰਦੇ ਨੇ, ਸਾਡੇ ਮੂਡ ਸਵਿੰਗਸ ਹੁੰਦੇ ਆ, ਹਾਂ, ਕਿ ਉਹਦੇ ਹੱਥ ਵੱਸ ਨਹੀਂ ਹੁੰਦਾ, ਉਹਦੇ ਹਾਰਮੋਨਸ ਉਹਦੀ ਬਾਡੀ ਹੋਈ ਉਹਨੂੰ ਇਹ ਮਹਿਸੂਸ ਕਰਵਾਉਂਦੀ ਆ ਨਾ। ਤਾਂ ਮੈਨੂੰ ਬਹੁਤ ਫਿਕਰ ਹੋ ਗਿਆ, ਮੈਂ ਤਾਂ ਸੁੱਤੀ ਨਹੀਂ। ਫਿਰ ਮੈਂ ਆਪਣੀ ਭੈਣ ਨੂੰ ਮੈਸੇਜ ਕੀਤਾ, ਮੈਂ ਕਿਹਾ ਪ੍ਰਦੀਪ ਬੇਬੀ ਮੂਵਮੈਂਟ ਆਪਾਂ ਨੂੰ ਕਦੋਂ ਫੀਲ ਹੁੰਦੇ ਨੇ। ਉਹ ਕਹਿੰਦੇ ਵੀ ਸਮ ਟਾਈਮ ਕਿਸੇ ਨੂੰ ਬਹੁਤ ਅਰਲੀ ਸਟੇਜ 'ਤੇ ਮਹਿਸੂਸ ਹੋਣ ਲੱਗ ਜਾਂਦੇ ਨੇ ਪਰ ਕਈ ਵਾਰੀ ਕਿਸੇ ਨੂੰ ਬਹੁਤ ਲੇਟ ਜਾ ਕੇ ਵੀ 7-8 ਮੰਥ ਤੱਕ ਹੀ ਫੀਲ ਹੁੰਦੇ ਨੇ। ਵੀ ਇਹ ਟੋਟਲੀ ਤੁਹਾਡੀ ਬਾਡੀ 'ਤੇ ਡਿਪੈਂਡ ਕਰਦਾ। ਫਿਰ ਮੈਨੂੰ ਦੱਸਿਆ ਵੀ ਮੇਰੀ ਇੱਕ ਫਰੈਂਡ ਆ ਵੀ ਉਹ ਮੈਨੂੰ ਇੱਦਾਂ ਕਹਿੰਦੀ ਆ ਵੀ ਜੇ ਤੇਰੀ ਬੇਬੀ ਮੂਵਮੈਂਟ ਹਾਲੇ ਸ਼ੁਰੂ ਨਹੀਂ ਹੋਈ ਇਹਦਾ ਮਤਲਬ ਕਿ ਤੇਰਾ ਬੇਬੀ ਐਕਟਿਵ ਨਹੀਂ ਹੈਗਾ। ਉਹ ਕਹਿੰਦੀ ਵੀ ਪਹਿਲੀ ਗੱਲ ਤਾਂ ਤੈਨੂੰ ਉਹਦੀ ਗੱਲ ਸੁਣਨੀ ਨਹੀਂ ਸੀ ਚਾਹੀਦੀ, ਵੀ ਜੇ ਉਹਨੂੰ ਕਹਿਣੀ ਵੀ ਨਹੀਂ ਸੀ ਚਾਹੀਦੀ ਕਿਉਂਕਿ ਜੇ ਤੂੰ ਸੁਣ ਵੀ ਲਈ, ਜੇ ਉਹਨੇ ਕਹਿ ਵੀ ਦਿੱਤੀ ਤਾਂ ਤੈਨੂੰ ਇਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਕਿ ਹਰ ਬਾਡੀ ਆ ਜਿਹੜੀ ਉਹ ਅਲੱਗ-ਅਲੱਗ ਹੁੰਦੀ ਆ, ਕਿ ਹਰ ਕਿਸੇ ਦੀ ਪ੍ਰੈਗਨੈਂਸੀ। ਉਹ ਕਹਿੰਦੀ ਈਵਨ ਜਦੋਂ ਤੂੰ ਦੂਜੀ ਵਾਰ ਮਾਂ ਬਣੇਗੀ ਨਾ ਤੇਰੇ ਪਹਿਲੇ ਮਾਂ ਬਣਨ ਦਾ ਤਜਰਬਾ ਤੇ ਦੂਜੀ ਵਾਰੀ ਮਾਂ ਬਣਨ ਦਾ ਤਜਰਬਾ ਬਿਲਕੁਲ ਹੀ ਅਲੱਗ ਹੁੰਦਾ। ਵੀ ਹਰ ਵਾਰ ਤੁਹਾਡੀ ਅਲੱਗ ਤਰ੍ਹਾਂ ਬਾਡੀ ਤੁਹਾਡੀ ਅਲੱਗ ਤਰ੍ਹਾਂ ਦੇ ਨਾਲ ਰਿਸਪੌਂਡ ਕਰਦੀ ਆ, ਹੈ ਨਾ। ਸੇਮ ਸਾਡੇ ਘਰਾਂ ਦੇ ਵਿੱਚ ਇਹੀ ਚੀਜ਼ਾਂ ਹੁੰਦੀਆਂ ਨੇਗੀਆਂ ਵੀ ਜਦੋਂ ਕੋਈ ਔਰਤ ਕਹਿੰਦੀ ਹੈ ਮਾਂ ਬਣਨ ਤੋਂ ਬਾਅਦ ਵੀ ਮੈਨੂੰ ਇੱਦਾਂ ਮਹਿਸੂਸ ਹੁੰਦਾ, ਹੈ ਨਾ, ਜਾਂ ਉੱਦਾਂ ਮਹਿਸੂਸ ਹੁੰਦਾ, ਜਾਂ ਕਿਸੇ ਦਾ ਜਦੋਂ ਸਿਜ਼ੇਰੀਅਨ ਬੱਚਾ ਹੁੰਦਾ ਆਪਾਂ ਕਹਿੰਦੇ ਹਾਂ ਵੀ ਜਾਂ ਕਈ ਵਾਰੀ ਲੇਡੀਜ਼ ਆਪਦੀ ਉਹ ਐਗਜ਼ਾਮਪਲ ਦੇਣ ਲੱਗ ਜਾਂਦੇ ਆ ਵੀ ਮੈਂ ਤਾਂ ਉੱਠ ਕੇ ਸਾਰੇ ਕੰਮ ਕਰਨ ਲੱਗ ਗਈ ਸੀ, ਜਾਂ ਫਲਾਣਿਆਂ ਦੀ ਨੂੰਹ ਦਾ ਵੀ ਆਪਰੇਸ਼ਨ ਹੋਇਆ ਸੀਗਾ ਤਾਂ ਉਹ ਤਾਂ ਬਾਲਟੀਆਂ ਵੀ ਭਰਦੀ ਫਿਰਦੀ ਆ, ਜਾਂ ਉਹ ਤਾਂ ਸਾਰੇ ਘਰ ਦੇ ਕੰਮ ਕਰਦੀ ਫਿਰਦੀ ਆ। ਬਹੁਤ ਹੀ ਛੋਟੀ ਤੇ ਨੈਚੁਰਲ ਗੱਲ ਆ ਵੀ ਹਰ ਇੱਕ ਦਾ ਸਰੀਰ ਅਲੱਗ-ਅਲੱਗ ਹੁੰਦਾ, ਹਰ ਇੱਕ ਦੀ ਬਾਡੀ ਅਲੱਗ ਤਰੀਕੇ ਦੇ ਨਾਲ ਰਿਸਪੌਂਡ ਕਰਦੀ ਆ। ਉਵੇਂ ਹਰ ਕਿਸੇ ਦੀ ਪ੍ਰੈਗਨੈਂਸੀ ਵੀ ਅਲੱਗ-ਅਲੱਗ ਹੁੰਦੀ ਆ। ਈਵਨ ਜਦੋਂ ਤੁਸੀਂ ਵੀ 2 ਵਾਰ ਜਾਂ 3 ਵਾਰ ਮਾਂ ਬਣਦੇ ਹੋ ਤਾਂ ਤੁਹਾਡਾ ਵੀ ਹਰ ਵਾਰ ਦਾ ਇੱਕ ਵੱਖਰਾ ਤਜਰਬਾ ਹੁੰਦਾ, ਹੈ ਨਾ। ਜਿਵੇਂ ਹੁਣ ਹੋ ਸਕਦਾ ਜਿਹੜੀਆਂ ਚੀਜ਼ਾਂ ਤੁਹਾਨੂੰ ਗੁਰਨੂਰ ਟਾਈਮ ਨਹੀਂ ਮਹਿਸੂਸ ਹੋਈਆਂ ਤੁਹਾਨੂੰ ਮਹਿਤਾਬ ਟਾਈਮ ਮਹਿਸੂਸ ਹੋਈਆਂ ਹੋਣ, ਜਾਂ ਪਹਿਲੀ ਵਾਰ ਮਾਂ ਬਣਨ ਲੱਗਿਆ ਤੁਹਾਨੂੰ ਇੰਨੀ ਔਖਿਆਈ ਨਾ ਆਈ ਹੋਵੇ, ਦੂਜੀ ਵਾਰ ਮਾਂ ਬਣਨ ਲੱਗਿਆ ਤੁਹਾਨੂੰ ਲੱਗਿਆ ਹੋਵੇ ਵੀ ਯਾਰ ਪਹਿਲਾ ਬੱਚਾ ਤਾਂ ਮੇਰਾ ਸੌਖਾ ਜਿਹਾ ਹੀ ਹੋ ਗਿਆ ਸੀ। ਸਹੀ ਗੱਲ ਹੈ। ਵੀ ਦੂਜੀ ਵਾਰੀ ਮੈਨੂੰ ਇੰਨੀਆਂ ਸਾਰੀਆਂ ਦਿੱਕਤਾਂ ਆਈਆਂ ਨੇ, ਹੈ ਨਾ। ਸੋ ਜਦੋਂ ਤੁਹਾਡੇ ਘਰੇ ਬੱਚਾ ਜਨਮ ਲੈਂਦਾ ਤਾਂ ਇਹ ਚੀਜ਼ ਜ਼ਰੂਰ ਮਹਿਸੂਸ ਕਰੋ ਵੀ ਜ਼ਰੂਰੀ ਨਹੀਂ ਵੀ ਜਿਵੇਂ ਨਾਨੀਆਂ ਦਾਦੀਆਂ ਨੂੰ ਹੁੰਦਾ ਵੀ ਜਿਵੇਂ ਤੁਸੀਂ ਮਾਂ ਬਣੇ ਤਾਂ ਜਦੋਂ ਤੁਹਾਡੀ ਨੂੰਹ ਜਾਂ ਤੁਹਾਡੀ ਕੁੜੀ ਜਦੋਂ ਮਾਂ ਬਣੀ ਆ ਤਾਂ ਉਹ ਵੀ ਉਹੀ ਚੀਜ਼ਾਂ ਮਹਿਸੂਸ ਕਰੇ ਜੋ ਤੁਸੀਂ ਮਹਿਸੂਸ ਕੀਤੀਆਂ। ਇੱਦਾਂ ਬਿਲਕੁਲ ਨਹੀਂ ਹੁੰਦਾ। ਤਾਂ ਮੈਂਟਲ ਹੈਲਥ ਦੀ ਵੀ ਆਪਾਂ ਨੂੰ ਹੁਣ ਇਸ ਕਰਕੇ ਜ਼ਿਆਦਾ ਗੱਲ ਕਰਨ ਦੀ ਲੋੜ ਪਈ ਆ ਕਿਉਂਕਿ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਅਸੀਂ ਉਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਨਹੀਂ ਆ ਨਾ। ਹੁਣ ਤੁਹਾਡੇ 2 ਬੱਚੇ ਨੇਗੇ ਤਾਂ ਤੁਸੀਂ ਜੇ ਹੁਣ ਮੈਨੂੰ ਫੋਰਸ ਕਰੋ ਵੀ ਨਹੀਂ 2 ਤਾਂ ਹੋਣੇ ਹੀ ਚਾਹੀਦੇ ਨੇ, ਹੋ ਸਕਦਾ ਵੀ ਮੈਂ ਮੈਂਟਲੀ ਜਾਂ ਫਿਜ਼ੀਕਲੀ ਉਹਨਾਂ ਚੀਜ਼ਾਂ ਲਈ ਤਿਆਰ ਨਾ ਹੋਵਾਂ, ਸਰੀਰ ਉਹਨਾਂ ਤੁਹਾਡਾ ਇਜਾਜ਼ਤ ਹੀ ਨਾ ਦੇ, ਹੈ ਨਾ। ਸਰੀਰ ਜਾਂ ਮੇਰੀ ਮਾਨਸਿਕ ਜਿਹੜੀ ਸਿਹਤ ਉਹ ਨਾ ਇਸ ਚੀਜ਼ ਨੂੰ ਹਲੇ ਤਿਆਰ ਹੋਵੇ ਕਿ ਮੈਂ ਦੂਜਾ ਬੱਚਾ ਪੈਦਾ ਕਰਾਂ, ਹੈ ਨਾ। ਤਾਂ
ਤਾਂ ਮੈਨੂੰ ਲੱਗਦਾ ਹੁੰਦਾ ਵੀ ਕਿਸੇ ਦੀਆਂ ਉਦਾਹਰਨਾਂ ਅਸੀਂ ਨਾ ਦਈਏ। ਹਾਂ, ਜਦੋਂ ਕੋਈ ਆਪਾਂ ਨੂੰ ਲੱਗਦਾ ਵੀ ਨਹੀਂ ਇਹ ਵੈਸੇ ਡੀਮੋਰਲਾਈਜ਼ ਆ ਜਾਂ ਵੈਸੇ ਨੈਗੇਟਿਵ ਥਾਟ ਇਹਨੂੰ ਆ ਰਹੇ ਨੇਗੇ, ਉੱਥੇ ਤੁਸੀਂ ਉਹਦੀ ਕਾਉਂਸਲਿੰਗ ਕਰ ਸਕਦੇ ਹੋ ਵੀ ਇਹ ਸਿਰਫ ਤੇਰੀ ਸੋਚ ਆ, ਇੱਦਾਂ ਹੈ ਨਹੀਂ ਆ ਅਸਲ ਦੇ ਵਿੱਚ, ਹੈ ਨਾ। ਮੈਨੂੰ ਲੱਗਦਾ ਕਿ ਜਦੋਂ ਮਾਂ ਬਣਦੀ ਆ ਕੋਈ ਔਰਤ ਬਣਨ ਵਾਲੀ ਹੁੰਦੀ ਆ, ਜਾਂ ਜਦੋਂ ਬਣ ਜਾਂਦੀ ਆ ਉੱਥੇ ਸਾਨੂੰ ਕਿਸੇ ਦੀਆਂ ਉਦਾਹਰਨਾਂ ਦੇਣ ਦੇ ਨਾਲ ਸਿਰਫ ਉਹਨੂੰ ਸਮਝੋ ਵੀ ਉਹ ਕੀ ਕਹਿਣਾ ਚਾਹੁੰਦੀ ਆ, ਜਾਂ ਤੁਹਾਡਾ ਬੱਚਾ ਕੀ ਤੁਹਾਨੂੰ ਮਹਿਸੂਸ ਕਰਵਾ ਰਿਹਾ, ਜਾਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਸ ਵੇਲੇ, ਉਹ ਜ਼ਿਆਦਾ ਜ਼ਰੂਰੀ ਹੋ ਜਾਂਦਾ ਆ। ਦੇਖੋ ਗੁਰਦੀਪ, ਮੈਂ ਕਹਿੰਦੀ ਹਾਂ ਵੀ ਜੇ ਸੱਚੀ ਕੋਈ ਕਿਸੇ ਦੂਜੇ ਨੂੰ ਮਤਲਬ ਦੂਜੇ ਦੀ ਉਦਾਹਰਣ ਦੇ ਰਿਹਾ, ਇਹ ਬਹੁਤ ਵੱਡੀ ਨਿਰੀ ਮੂਰਖਤਾ ਹੈ ਨਾ। ਤੁਹਾਡੇ ਆਪਣੇ ਜੀਨਸ ਹੁੰਦੇ ਆ, ਤੁਹਾਡੀ ਆਪਣੀ ਬਾਡੀ ਹੁੰਦੀ ਆ ਨਾ। ਤੁਸੀਂ ਦੇਖੋ ਵੀ ਜੇ ਤੁਹਾਨੂੰ ਕੋਈ ਔਰਤ ਆ ਕੇ ਕਹਿੰਦੀ ਆ ਵੀ ਮੈਂ ਤਾਂ ਅੱਜ ਤੋਂ 30 ਸਾਲ ਪਹਿਲਾਂ ਮਾਂ ਬਣੀ ਸੀ ਤੇ ਮੇਰੇ ਤਾਂ 5 ਬੱਚੇ ਨੇ, ਮੇਰੇ ਤਾਂ 4 ਬੱਚੇ ਨੇ, ਮੇਰਾ ਤਾਂ ਮਿੰਟ 'ਚ ਬੱਚਾ ਹੋ ਗਿਆ ਸੀਗਾ, ਮੈਂ ਤਾਂ ਉੱਠ ਕੇ 10 ਦਿਨਾਂ ਬਾਅਦ ਕੰਮ ਕਰਨ ਲੱਗ ਗਈ। ਪਰ ਲਾਈਫ ਸਟਾਈਲ ਵੀ ਤਾਂ ਦੇਖੋ ਕਿੰਨਾ ਬਦਲਿਆ। ਬਿਲਕੁਲ, ਮੈਂ ਇਹੀ ਚੀਜ਼ ਕਹਿਣ ਵਾਲੀ ਸੀ ਵੀ ਅਸੀਂ ਨਾ ਪਰਸੋਂ ਘਰੇ ਗੱਲ ਕਰ ਰਹੇ ਸੀ ਇਸ ਚੀਜ਼ ਤੇ ਸੰਸਬ ਕਹਿੰਦੇ ਕਿ ਕਿਸੇ ਦੇ 16 ਸਾਲ ਦੇ ਬੱਚੇ ਨੂੰ ਅਟੈਕ ਹੋ ਗਿਆ, ਹੈ ਨਾ। ਤੇ ਸਾਡੇ ਪਾਪਾ ਦੱਸਣ ਲੱਗ ਗਏ, ਕਹਿੰਦੇ ਵੀ 16 ਸਾਲ ਦੇ ਬੱਚੇ ਨੂੰ ਛੱਡੋ, ਤੁਸੀਂ 1.5 ਮਹੀਨੇ ਦੇ ਬੱਚੇ ਨੂੰ ਅਟੈਕ ਹੋਇਆ, ਹੈ ਨਾ। ਤੇ ਉਹਦਾ ਕਾਰਨ ਕੀ ਆ, ਅਸੀਂ ਕਿਹੋ ਜਿਹੀਆਂ ਖੁਰਾਕਾਂ ਖਾ ਰਹੇ ਹਾਂ। ਹੁਣ ਜਦੋਂ ਕੋਈ ਔਰਤ ਕਨਸੀਵ ਕਰਦੀ ਆ ਨਾ, ਪਹਿਲਾਂ ਜਨਾਨੀਆਂ ਕੋਈ ਸਪਲੀਮੈਂਟਸ ਨਹੀਂ ਲੈਂਦੀਆਂ ਹੁੰਦੀਆਂ ਸੀਗੀਆਂ, ਕੋਈ ਡਾਕਟਰ ਦੇ ਉਹ ਜ਼ਿਆਦਾ ਚੈੱਕਅਪ ਲਈ ਨਹੀਂ ਸੀ ਜਾਂਦੀਆਂ ਹੁੰਦੀਆਂ। ਹੁਣ ਕਿਉਂ ਜਾਂਦੀਆਂ ਨੇ? ਕਿਉਂਕਿ ਸਾਡਾ ਖਾਣ ਪੀਣ ਆ ਜਿਹੜਾ, ਧਰਤੀ 'ਚ ਤਾਂ ਅਸੀਂ ਇੰਨਾ ਜ਼ਹਿਰ ਪਾ ਰਹੇ ਹਾਂ ਕਿ ਉਹੀ ਜ਼ਹਿਰ ਅਸੀਂ ਮਾਂ ਨੂੰ ਦੇ ਰਹੇ ਹਾਂ। ਤੇ ਮਾਂ ਅੱਜ ਕੱਲ੍ਹ ਸਪਲੀਮੈਂਟਸ ਦੇ ਸਿਰ 'ਤੇ ਹੀ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਆ, ਹੈ ਨਾ। ਤੁਸੀਂ ਚਾਹੇ ਕਿੰਨਾ ਮਰਜ਼ੀ ਕਹਿ ਲਓ ਕਿ ਮੈਂ ਘਰ ਦੀ ਖੁਰਾਕ ਖਾ ਰਹੀ ਹਾਂ, ਪਰ ਉਹ ਖੁਰਾਕ ਆ ਤਾਂ ਅਕਸਰ ਇਸੇ ਧਰਤੀ 'ਚ ਰਹੀ। ਇਹ ਗੱਲ ਭੈਣੇ ਹੁੰਦੀ ਆ ਘਰਾਂ ਦੇ ਵਿੱਚ। ਮੈਂ ਅਕਸਰ ਮਤਲਬ ਆਪਾਂ ਸੁਣਦੇ ਹਾਂ ਆਲੇ ਦੁਆਲਿਆਂ ਵੀ ਅੱਗੇ ਕਿਹੜਾ ਹਸਪਤਾਲ ਜਾਂਦਾ ਸੀ। ਹਸਪਤਾਲ ਜਾਂਦਾ, ਬਿਲਕੁਲ। ਤੇ ਜੇ ਤੁਸੀਂ ਮਤਲਬ ਹਸਪਤਾਲ ਜਾ ਰਹੇ ਹੋ, ਇਹ 'ਚ ਕੋਈ ਬੁਰਾਈ ਨਹੀਂ ਹੈਗੀ। ਤੇ ਇਹ ਗੱਲ ਜ਼ਰੂਰ ਹੈ ਕਿ ਤੁਸੀਂ ਕਿਵੇਂ ਦੀ ਖੁਰਾਕ ਖਾ ਕੇ ਬੱਚੇ ਨੂੰ ਜਨਮ ਦਿੱਤਾ, ਤੇ ਅੱਜ ਤੋਂ 30 ਸਾਲ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੇ ਕਿਵੇਂ ਦੀਆਂ ਖੁਰਾਕਾਂ, ਹੈ ਨਾ। ਹੁਣ ਜੇ ਮੈਂ ਆਪਣੇ ਮਦਰ ਨੂੰ ਆਪਣੀ ਦਾਦੀ ਨਾਲ ਕੰਪੇਅਰ ਕਰਨ ਲੱਗ ਜਾਂ ਤਾਂ ਮੇਰੀ ਦਾਦੀ ਦੇ 6-7 ਬੱਚੇ ਸੀ, ਹੈ ਨਾ, ਮੰਨ ਲਓ, ਤੇ ਮੇਰੀ ਮਦਰ ਦੇ 3 ਬੱਚੇ ਸੀ, ਤੇ ਹੁਣ ਮੇਰੇ ਅੱਗੋਂ 2 ਨੇ। ਪਰ ਮੇਰੀ ਮਦਰ ਦੇ ਮੁਕਾਬਲੇ ਮੇਰੀ ਦਾਦੀ ਦੀ ਬਾਡੀ 'ਚ ਜ਼ਿਆਦਾ ਜਾਨ ਸੀ, ਤੇ ਮੇਰੇ ਮੁਕਾਬਲੇ ਮੇਰੇ ਮਦਰ ਦੀ ਬਾਡੀ 'ਚ ਕਿਤੇ ਜ਼ਿਆਦਾ ਹਾਲੇ ਤੱਕ ਜਾਨ ਆ। ਉਹ ਕਿਉਂ ਆ? ਕਿਉਂਕਿ ਉਹਨਾਂ ਦੀਆਂ ਖੁਰਾਕਾਂ 'ਤੇ ਨਿਰਭਰ ਕਰਦਾ ਨਾ। ਹੁਣ ਦੂਜੀ ਚੀਜ਼ ਇਹ ਆ ਗੁਰਦੀਪ ਕਿ ਕਿੱਥੇ ਤਾਂ ਜਦੋਂ ਮੇਰੇ ਮੰਮੀ ਦੇ ਬੱਚੇ ਹੋਏ ਆ, ਮੇਰੇ ਤਾਈ ਜੀ ਸੀਗੇ ਘਰ 'ਚ, ਚਾਚੀ ਜੀ ਸੀਗੇ, ਹੈ ਨਾ, ਮੇਰੇ ਦਾਦੀ ਸੀ, ਕਿੰਨੀਆਂ ਔਰਤਾਂ ਤੁਹਾਨੂੰ ਦੇਖਣ ਲਈ ਹੁੰਦੀਆਂ ਨੇ। ਜਦੋਂ ਮੇਰੇ ਬੱਚੇ ਹੋਇਆ ਤਾਂ ਮੈਨੂੰ ਦੇਖਣ ਲਈ ਇੱਕ ਔਰਤ ਸੀਗੀ, ਹੈ ਨਾ, ਨਾਲ ਉਹਨੇ ਘਰ ਦੇ ਕੰਮ ਵੀ ਕਰਨੇ ਸੀ। ਤਾਂ ਉਸ 1 ਮਹੀਨੇ 'ਚ ਜਾਂ 2 ਮਹੀਨਿਆਂ 'ਚ ਮੈਨੂੰ ਕਿੰਨਾ ਕੁ ਆਰਾਮ ਆਪਦੇ ਸਰੀਰ ਲਈ ਮਿਲਿਆ ਹੋਊਗਾ ਕਿ ਜਦੋਂ ਮੈਂ ਦੂਜੀ ਵਾਰੀ ਬੱਚਾ ਪੈਦਾ ਕਰਨ ਦਾ ਸੋਚੂੰਗੀ ਤਾਂ ਮੈਨੂੰ ਕੀ ਮੇਰਾ ਪਿਛਲਾ ਤਜਰਬਾ ਯਾਦ ਨਹੀਂ ਆਊਗਾ। ਮੇਰੀ ਇੱਕ ਭੈਣ ਨੇ ਮੋਗੇ ਵਿਆਹੇ ਹੋਏ ਨੇ, ਉਹਨਾਂ ਦੇ ਇੱਕੋ ਬੇਟਾ ਸੀਗਾ, ਉਹਨਾਂ ਨੇ ਦੂਜਾ ਬੱਚਾ 11 ਸਾਲ ਬਾਅਦ ਕੀਤਾ, ਹੈ ਨਾ। ਤੇ ਜਦੋਂ ਉਹਨਾਂ ਨੂੰ ਕਿਸੇ ਨੇ ਕਹਿਣਾ ਵੀ ਤੁਸੀਂ ਬੱਚਾ ਕਿਉਂ ਨਹੀਂ ਕਰਦੇ, ਤਾਂ ਭੈਣ ਨੇ ਉਹਨੇ ਹਾਸੇ 'ਚ ਕਹਿਣਾ ਮੈਨੂੰ ਮਾਊਂਟ ਐਵਰੈਸਟ ਚੜ੍ਹਾ ਲਓ, ਮੈਂ ਦੁਬਾਰਾ ਨਿਆਣਾ ਨਹੀਂ ਕਰਨਾ, ਹੈ ਨਾ। ਤਾਂ ਸਾਰਿਆਂ ਨੇ ਕਹਿਣਾ ਵੀ ਇਹ ਕਿਹੜੀ ਗੱਲ ਹੋਈ, ਹੈ ਨਾ, ਮਤਲਬ ਤੋਕੀ ਨਹੀਂ ਬਣਦੀ। ਉਹ ਕਹਿੰਦੀ ਵੀ ਮੈਨੂੰ ਪਤਾ ਵੀ ਮੈਂ ਆਪਣੀ ਫਸਟ ਡਿਲੀਵਰੀ 'ਚ ਕਿੰਨੀ ਜ਼ਿਆਦਾ ਦੁਖੀ ਹੋਈ ਹਾਂ ਨਾ, ਕਿੰਨੇ ਮੇਰੇ ਸਟਿਚਸ ਪੇਨ ਕਰਦੇ ਰਹੇ ਨੇ, ਕਿਵੇਂ ਮੈਂ ਹੁਣ ਤੱਕ ਵੀ ਮੇਰਾ ਲੱਕ ਆ ਜਿਹੜਾ ਜ਼ਿਆਦਾ ਦੇਰ ਬੈਠਣ ਦੀ ਹਾਮੀ ਨਹੀਂ ਭਰਦਾ। ਪਰ ਉਹ ਚਲੋ ਜਿਵੇਂ ਤੁਸੀਂ ਕਿਹਾ ਵੀ ਹੌਲੀ ਹੌਲੀ ਫਿਰ ਪਿਆਰ ਨਾਲ ਤੁਸੀਂ ਸਮਝਾਓ ਤਾਂ ਬੰਦਾ ਉਸ ਚੀਜ਼ ਲਈ ਤਿਆਰ ਹੋ ਜਾਂਦਾ। ਪਰ ਇਹ ਵੀ ਨਹੀਂ ਹੈਗਾ ਕਿ ਜੇ ਮੇਰੇ ਮਾਸੀ ਨੇ 4 ਬੱਚੇ ਪੈਦਾ ਕੀਤੇ ਤੇ ਮੇਰੀ ਭੈਣ ਇੱਕ ਤੋਂ ਵੀ ਡਰ ਰਹੀ ਹੈ ਤਾਂ ਜੇ ਮਾਸੀ ਸਿਆਣੀ ਸੀ ਤੇ ਮੇਰੀ ਭੈਣ ਪਾਗਲ ਆ, ਹੈ ਨਾ। ਉਹ ਹੋ ਸਕਦਾ ਉਹਦਾ ਸੱਚੀਓ ਸਰੀਰ ਹਾਮੀ ਨਹੀਂ ਭਰ ਰਿਹਾ। ਤੇ ਤੀਜੀ ਸਭ ਤੋਂ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਇਹੀ ਆ ਗੁਰਦੀਪ ਕਿ ਹੁਣ ਤੁਸੀਂ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਨੂੰ ਸਮਝੋ ਕਿ ਕਿਸੇ ਦੇ ਨਿਆਣਾ ਹੋਇਆ ਤਾਂ ਤੁਹਾਡਾ ਜਾ ਕੇ ਇਮੀਡੀਏਟ ਉਹਨੂੰ ਦੇਖਣਾ ਜ਼ਰੂਰੀ ਨਹੀਂ। ਨਾ ਹੀ ਨਿਆਣਾ ਜੇ ਰਿੜਨ ਲੱਗ ਗਿਆ, ਤੁਰਨ ਲੱਗ ਗਿਆ ਤਾਂ ਜਿਹੜਾ ਤੁਸੀਂ ਸ਼ਗਨ ਦੋਗੇ ਉਹ ਮੋੜ ਕੇ ਤੁਹਾਡੀ ਜੇਬ 'ਚ ਪਾ ਦੇਗਾ। ਇਹੋ ਜਿਹਾ ਕੁਛ ਨਹੀਂ ਹੋਣ ਲੱਗਿਆ ਨਾ। ਤੇ ਕਈ ਪਰਿਵਾਰਾਂ 'ਚ ਕਲਚਰ ਆ, ਮਤਲਬ ਹਰੇਕ ਪਰਿਵਾਰਾਂ ਦਾ ਅਲੱਗ-ਅਲੱਗ ਰਹਿਣ ਸਹਿਣ ਹੁੰਦਾ। ਸਾਡੇ ਜਿਹੜੇ ਪਰਿਵਾਰ ਨੇ ਉੱਥੇ ਤਾਂ ਇਹ ਵੀ ਆ ਵੀ ਜੇ ਤੁਹਾਡੇ ਮੁੰਡਾ ਹੋਇਆ ਤੇ ਚਾਹੇ ਤੁਸੀਂ ਦਿਨ ਦੇ ਸਵੇਰੇ 9 ਵਜੇ ਬੱਚਾ ਦੇਖਣ ਆਏ ਹੋ ਤੇ ਤੁਹਾਨੂੰ ਕਿਸੇ ਨੇ ਪੈਗ ਨਹੀਂ ਲਵਾਇਆ ਤਾਂ ਲੋਕੀ ਐਡਾ ਮੂੰਹ ਬਣਾ ਲੈਂਦੇ ਨੇ। ਅਸਲ ਦੇ ਵਿੱਚ ਪਿੱਛੋਂ ਆਪਾਂ ਆਫ ਟਰੈਕ ਹੋ ਗਏ ਗੱਲਾਂ ਕਰਦੇ ਪਰ ਚਲੋ ਹੈ ਤਾਂ ਨਾਲ ਹੀ ਜੁੜਦੀਆਂ ਹੀ ਸੀਗੀਆਂ। ਪਰ ਅਸਲ ਗੱਲ ਤਾਂ ਆਪਾਂ ਇਹ ਕਰਨੀ ਸੀਗੀ, ਹੈ ਨਾ। ਮੈਂ ਤਾਂ ਭੈਣੇ ਇਹ ਵੀ ਦੇਖਿਆ ਵੀ ਜਿਵੇਂ ਕਈ ਹਸਪੀਟਲ, ਹੁਣ ਮੰਨ ਲਓ ਵੀ ਤੁਸੀਂ ਮੇਰਾ ਬੱਚਾ ਦੇਖਣ ਆ ਰਹੇ ਹੋ ਹਸਪੀਟਲ, ਮੈਨੂੰ ਤਾਂ ਇਹ ਹੋਊ ਚਾਹੇ ਤੁਸੀਂ ਨਾ ਸੋਚ ਕੇ ਆਵੋ, ਚਾਹੇ ਤੁਸੀਂ ਨਾ ਕਹੋ, ਪਰ ਮੈਨੂੰ ਤਾਂ ਇਹ ਹੋਊਗਾ ਨਾ ਵੀ ਚਾਹ ਪਾਣੀ ਤਾਂ ਫਿਰ ਵੀ ਤਾਂ ਚਾਹੀਦਾ, ਕੁਛ ਨਾ ਕੁਛ ਤਾਂ ਚਾਹੀਦਾ, ਹੈ ਨਾ। ਕਈ ਤਾਂ ਮੈਂ ਇੰਨੇ ਢੀਠ ਵੀ ਦੇਖੇ ਨੇ ਵੀ ਬੱਚਾ ਦੇਖਣ ਆਏ ਉੱਥੇ 2.5 ਘੰਟੇ ਬੈਠੇ ਰਹਿੰਦੇ ਨੇ, ਫਿਰ ਦੁਪਹਿਰ ਦੀ ਰੋਟੀ ਦਾ ਵੀ ਟਾਈਮ
ਰੋਟੀ ਦਾ ਵੀ ਟਾਈਮ ਹੁੰਦਾ ਜੇ ਘਰ ਦੇ ਤੁਹਾਨੂੰ ਪੁੱਛਦੇ ਨੇ ਵੀ ਰੋਟੀ, ਤਾਂ ਤੁਸੀਂ ਵੀ ਅੱਗੇੋਂ ਕਹਿ ਦਿੰਦੇ ਹੋ ਵੀ ਹਾਂ ਚਲੋ ਖਾ ਲੈਂਦੇ ਆ। ਆਪੇ ਇਹ ਨਹੀਂ ਸੋਚਦੇ ਹੈਗੇ ਵੀ ਉਹਨਾਂ ਨੇ ਰੋਟੀ ਦਾ ਇੰਤਜ਼ਾਮ ਕਿੱਥੋਂ ਕੀਤਾ ਹੋਊਗਾ। ਜਾਂ ਤਾਂ ਤੁਹਾਡੇ ਘਰੇ ਪਿੱਛੋਂ 3-4 ਜਾਣੇ ਹੋਣ ਜਿਹੜੇ ਕਿ ਭਾਈ ਰੋਟੀ ਬਣਾ ਕੇ ਪਕਾ ਕੇ ਪਹੁੰਚਦੀ ਕਰ ਰਹੇ ਨੇ, ਤਾਂ ਫਿਰ ਕੋਈ ਦਿੱਕਤ ਨਹੀਂ ਆ, ਹਨਾ। ਜਾਂ ਤੁਸੀਂ ਅਗਲੇ ਦੇ ਘਰ ਚਲੇ ਗਏ, ਫਿਰ ਵੀ ਚਲੋ ਕੋਈ ਦਿੱਕਤ ਨਹੀਂ ਆ। ਪਰ ਕਈ ਇਸ ਚੀਜ਼ ਨੂੰ ਵੀ ਨਹੀਂ ਸਮਝਦੇ ਵੀ ਅਸੀਂ ਹਸਪੀਟਲ ਬੱਚਾ ਦੇਖਣ ਆਏ ਆ, ਵੀ ਇੱਥੇ ਰੋਟੀ ਦਾ ਪ੍ਰਬੰਧ ਉਹਨਾਂ ਨੇ ਕਿਵੇਂ ਕੀਤਾ ਹੋਊਗਾ। ਮੇਨ ਮੁੱਦਾ ਤਾਂ ਇਹੀ ਆ ਗੁਰਦੀਪ, ਵੀ ਦੇਖੋ ਜਿਸ ਸਮੇਂ 'ਚ ਮਾਂ ਨੂੰ ਵੇਖਣਾ ਤੇ ਬੱਚੇ ਨੂੰ ਵੇਖਣਾ, ਅਗਲਾ ਤੁਹਾਡੀ ਖਾਤਰਦਾਰੀ 'ਚ ਲੱਗਿਆ ਹੋਇਆ ਨਾ ਉਸ ਵਕਤ 'ਚ। ਤੇ ਆ ਤੁਹਾਡੀ ਰੋਟੀ ਪਾਣੀ ਦੀ ਗੱਲ ਤੋਂ ਮੈਨੂੰ ਗੱਲਾਂ ਯਾਦ ਆ ਗਈਆਂ ਕਿ ਦੇਖੋ ਬੱਚਾ ਹੁੰਦਾ, ਅਸੀਂ ਜਦੋਂ ਹੀ ਮਤਲਬ ਹਲਵਾਈ ਨੂੰ ਫੋਨ ਕਰਕੇ ਡੱਬੇ ਪੈਕ ਕਰਾਉਣੇ ਸ਼ੁਰੂ ਕਰ ਦਿੰਦੇ ਆ। ਜਦੋਂ ਇੱਕ ਲੇਡੀ ਨੂੰ ਬੱਚਾ ਹੁੰਦਾ ਉਹਨੂੰ ਸੱਚੀ ਮਤਲਬ ਨਾ ਜ਼ਰੂਰਤ ਹੁੰਦੀ ਆ ਵੀ ਮੇਰਾ ਹਸਬੈਂਡ ਮੇਰੇ ਕੋਲ ਹੋਵੇ, ਹਨਾ। ਉਹ ਲੇਡੀ ਤਾਂ ਸਾਰਿਆਂ ਨੂੰ ਉਹਨਾਂ ਟਾਈਮ ਹੀ ਯਾਦ ਹੁੰਦੀ ਜਿੰਨੀ ਦੇਰ ਤੱਕ ਬੱਚਾ ਬਾਹਰ ਨਹੀਂ ਆਇਆ ਹੁੰਦਾ। ਜਦੋਂ ਹੀ ਬੱਚੇ ਪੈਦਾ ਹੋ ਗਏ ਉਹ ਸਾਰਿਆਂ ਨੂੰ ਭੁੱਲ ਜਾਂਦੀ ਆ। ਉਸ ਤੋਂ ਬਾਅਦ ਸਾਰੇ ਇਹ ਰੁੱਝ ਜਾਂਦੇ ਨੇ ਵੀ ਹੁਣ ਇਹਨੂੰ ਸੈਲੀਬ੍ਰੇਟ ਕਿੱਦਾਂ ਕਰਨਾ ਹੈ। ਸਹੀ ਗੱਲ ਆ। ਹੁਣ ਦੇਖੋ ਜਦੋਂ ਬੱਚਾ ਪੈਦਾ ਹੁੰਦਾ ਡਾਕਟਰ ਵੀ 10-15 ਮਿੰਟ ਤੁਹਾਨੂੰ ਦੱਸਦੇ ਨੇ ਵੀ ਕੀ ਹੋਇਆ, ਕੁੜੀ ਹੋਈ ਆ ਜਾਂ ਮੁੰਡਾ ਹੋਇਆ ਨਾ, ਕਿਉਂਕਿ ਉਹ ਵੀ ਕਹਿੰਦੇ ਨੇ ਵੀ ਉਸ ਟਾਈਮ ਮਾਂ ਐਸੀ ਉਹਦੇ 'ਚ ਨਹੀਂ ਕੰਡੀਸ਼ਨ 'ਚ ਹੁੰਦੀ ਵੀ ਉਹਨੂੰ ਬਹੁਤ ਜ਼ਿਆਦਾ ਕੋਈ ਖੁਸ਼ੀ ਵਾਲੀ ਜਾਂ ਦੁੱਖ ਵਾਲੀ ਚੀਜ਼ ਦੱਸੀ ਜਾਵੇ ਨਾ। ਕਈ ਮਾਵਾਂ ਹੁਣ ਜਿਨ੍ਹਾਂ ਦੇ ਚਲੋ ਪਹਿਲਾਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਆਸ ਹੁੰਦਾ ਮੁੰਡਾ ਹੋ ਜਾਵੇ, ਤਾਂ ਉਹ ਕਈ ਵਾਰ ਸਦਮਾ ਲੈ ਜਾਂਦੀਆਂ ਨੇ ਇਸ ਚੀਜ਼ ਦਾ, ਜਾਂ ਮੁੰਡੇ ਦੀ ਕਿਸੇ ਨੂੰ ਜ਼ਿਆਦਾ ਖੁਸ਼ੀ ਹੋ ਜਾਂਦੀ ਹੈ ਨਾ, ਤਾਂ ਡਾਕਟਰ ਤੁਹਾਨੂੰ ਦੱਸ ਦੇਣੀ ਇਹ ਚੀਜ਼। ਤੇ ਪਰ ਘਰਦਿਆਂ ਨੂੰ ਇਹ ਗੱਲ ਨਹੀਂ ਸਮਝ ਆਉਂਦੀ। ਜਿਸ ਵਕਤ 'ਚ ਔਰਤ ਚਾਹੁੰਦੀ ਹੈ ਕਿ ਮੇਰਾ ਘਰ ਵਾਲਾ ਮੇਰੇ ਕੋਲ ਹੋਵੇ, ਚਾਹੇ ਤੁਹਾਨੂੰ ਕੋਈ ਹੋਰ ਦੇਖਭਾਲ ਕਰ ਰਿਹਾ, ਪਰ ਫਿਰ ਵੀ ਤੁਹਾਨੂੰ ਉਮੀਦ ਹੁੰਦੀ ਆ ਵੀ ਮੇਰਾ ਜੀਵਨ ਸਾਥੀ ਮੇਰੇ ਨਾਲ ਹੋਵੇ ਉਸ ਵਕਤ 'ਚ ਨਾ, ਉੱਥੇ ਬੰਦਾ ਡੱਬੇ ਦੇਣ ਭੱਜਿਆ ਹੁੰਦਾ। ਉਹ ਸਾਰੀਆਂ ਰਿਸ਼ਤੇਦਾਰੀਆਂ ਗਾਉਂਦਾ ਫਿਰ ਰਿਹਾ ਹੁੰਦਾ ਨਾ ਵੀ ਕੀ ਸੱਚੀ ਮਤਲਬ ਮਠਿਆਈ ਉਸੇ ਵੇਲੇ ਤੁਹਾਡੇ ਮੂੰਹ 'ਚ ਪੈ ਜਾਣੀ ਚਾਹੀਦੀ ਹੈ। ਮੈਨੂੰ ਲੱਗਦਾ ਇਹ ਪਰਿਵਾਰਾਂ ਨੂੰ ਆਪ ਸੋਚਣਾ ਚਾਹੀਦਾ, ਇੱਕ ਹਸਬੈਂਡ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਡੱਬੇ ਆ ਉਹ ਬਾਅਦ 'ਚੋਂ ਵੀ ਦਿੱਤੇ ਜਾ ਸਕਦੇ ਆ, ਰਿਸ਼ਤੇਦਾਰਾਂ ਨਾਲ ਬੈਠ ਕੇ ਉਹਨਾਂ ਨੂੰ ਪੀਤੀ ਬੁਲਾਈ ਬਾਅਦ 'ਚੋਂ ਵੀ ਜਾ ਸਕਦੀ ਆ। ਤੇ ਸੱਸਾਂ ਮਾਵਾਂ ਨੂੰ ਵੀ ਚਾਹੀਦਾ ਵੀ ਬਈ ਜੇ ਕਿਸੇ ਦੀ ਨੂੰਹ ਦੇ ਬੱਚਾ ਹੋ ਗਿਆ ਉਹ 2 ਦਿਨ ਬਾਅਦ ਉੱਠ ਕੇ ਕੰਮ ਕਰਨ ਲੱਗ ਗਈ ਤਾਂ ਜ਼ਰੂਰੀ ਨਹੀਂ ਵੀ ਮੇਰੀ ਵੀ ਲੱਗ ਜੂ, ਹੈ ਨਾ। ਇਨਡਾਇਰੈਕਟ ਜਿਹੜੇ ਤਾਨੇ ਨੇ ਉਹ ਮੇਰੇ ਹਿਸਾਬ ਨਾਲ ਵੀ ਦੇਣੇ ਬੰਦ ਕਰ ਦੇਣੇ ਚਾਹੀਦੇ ਆ ਨਾ। ਮਾਂ ਤੇ ਨਿਆਣੇ ਨੂੰ ਪੂਰੀ ਰੈਸਟ ਦੇਣੀ ਚਾਹੀਦੀ ਆ। ਤੇ ਰਿਸ਼ਤੇਦਾਰਾਂ ਦਾ ਤਾਂ ਮਤਲਬ ਇੰਨਾ ਹੀ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਸਾਨੂੰ ਬਹੁਤ ਖੁਸ਼ੀ ਆ, ਤੁਸੀਂ ਸਾਡੀ ਖੁਸ਼ੀ 'ਚ ਖੁਸ਼ ਹੋ, ਬਸ ਸਾਨੂੰ ਹੋਰ ਖੁਸ਼ੀ ਹੋਊਗੀ ਜੇ ਤੁਸੀਂ ਇਹਨੂੰ 1.5-2 ਮਹੀਨੇ ਦਾ ਹੋਏ ਤੇ ਦੇਖਣ ਆਵੋ, ਹੈ ਨਾ। ਤੇ ਰਿਸ਼ਤੇਦਾਰਾਂ ਦਾ ਕੰਟਰੀਬਿਊਸ਼ਨ ਇਹੀ ਹੋ ਸਕਦਾ ਵੀ ਸੱਚੀ ਉਹ ਬੱਚੇ ਨੂੰ ਥੋੜਾ ਪੈਰਾਂ ਸਿਰ ਹੋ ਲੈਣ ਦੇਣ, ਫੇਰ ਹੀ ਉਹਨੂੰ ਦੇਖਣ ਜਾਣ। ਨਾਲੇ ਤੁਸੀਂ ਜਿਹੜਾ ਅਸਲ ਦੇ ਵਿੱਚ ਤੁਹਾਡਾ ਮੂਮੈਂਟ ਹੁੰਦਾ ਤੁਸੀਂ ਤਾਂ ਇੰਜੋਏ ਕਰਦੇ ਹੀ ਨਹੀਂ ਹੈਗੇ, ਹੈ ਨਾ। ਤੁਹਾਨੂੰ ਇਹ ਲੱਗਦਾ ਵੀ ਹੋ ਕੀ ਗਿਆ, ਉਹ ਇੰਜੋਏ ਕਰਨ ਵਾਲਾ ਅਸਲ 'ਚ ਹੁੰਦਾ ਹੀ ਨਹੀਂ ਹੈ। ਹਾਂ ਵੀ ਇਹ ਹੋ ਕੀ ਗਿਆ, ਜਦੋਂ ਸਾਰੇ ਇੱਧਰ ਉੱਧਰ ਭੱਜ ਰਹੇ ਨੇ, ਕਿਸੇ ਨੂੰ ਫੋਟੋਆਂ ਭੇਜ ਦਿਓ, ਕਿਸੇ ਨੂੰ ਕੁਛ ਕਰ ਦਿਓ, ਹੈ ਨਾ। ਹੁਣ ਮੇਰੇ ਨਾ ਮੰਮੀ ਨੂੰ ਕਿਸੇ ਨੇ ਮਤਲਬ ਇੱਦਾਂ ਹੀ ਰਿਸ਼ਤੇਦਾਰੀ 'ਚੋਂ ਕਿਸੇ ਨੇ ਮਿੱਠਾ ਜਿਹਾ ਤਾਨਾ ਮਾਰਿਆ ਮੇਰੇ ਉੱਧਰ ਪੇਕਿਆਂ ਵੰਨੀ ਨੂੰ, ਵੀ ਉਹਨਾਂ ਨੇ ਵਧਾਈਆਂ ਦੇਣ ਲਈ, ਅਨੰਤ ਦੀਆਂ ਵਧਾਈਆਂ ਦੇਣ ਲਈ ਫੋਨ ਕੀਤਾ, ਵੀ ਅਸੀਂ ਉਹਨੂੰ ਵੀ ਮੈਸੇਜ ਕੀਤਾ ਸੀ ਪਰ ਉਹਨੇ ਰਿਪਲਾਈ ਨਹੀਂ ਕੀਤਾ। ਮੈਂ ਕਿਹਾ ਮੈਂ ਨਿਆਣਾ ਸਾਂਭਾ ਜਾਂ ਮੈਂ ਆਪਦਾ ਫੋਨ ਤੇ ਤੁਹਾਡੇ ਮਤਲਬ ਉਸੇ ਟਾਈਮ ਘੰਟੇ ਬਾਅਦ ਰਿਪਲਾਈ ਕਰਾਂ, ਹੈ ਨਾ। ਤਾਂ ਕਈ ਰਿਸ਼ਤੇਦਾਰ ਕਈ ਰਿਸ਼ਤੇਦਾਰ ਨਹੀਂ, ਤੁਹਾਡੇ ਆਪਦੇ ਭੈਣ ਭਰਾ ਵੀ ਮਤਲਬ ਉਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਹੈਗੇ ਵੀ ਜੇ ਉਹਨੇ ਰਿਪਲਾਈ ਨਹੀਂ ਕੀਤਾ ਇਹਦਾ ਮਤਲਬ ਵੀ ਉਹਦੇ ਕੋਲੇ ਹੁਣ ਇੰਨਾ ਵਕਤ ਨਹੀਂ। ਤੇ ਨਾਲੇ ਤੁਸੀਂ ਤਾਂ ਖੁਦ ਉਸ ਐਕਸਪੀਰੀਅੰਸ 'ਚੋਂ ਨਿਕਲੇ ਹੋ ਵੀ ਜਦੋਂ ਕਿਸੇ ਦੇ ਬੱਚਾ ਹੁੰਦਾ ਉਹਦੇ ਕੋਲ ਕਿੰਨਾ ਕੁ ਮੌਕਾ ਹੁੰਦਾ। ਹੁਣ ਜਦੋਂ ਮੈਂ ਕਿਸੇ ਨੂੰ ਇੱਦਾਂ ਵਧਾਈਆਂ ਦੇਣੀਆਂ ਹੁੰਦੀਆਂ ਨੇ, ਪਹਿਲੀ ਗੱਲ ਮੈਂ ਫ਼ੋਨ ਨਹੀਂ ਕਰਦੀ, ਜਦੋਂ ਇਮੀਡੀਏਟ ਮੈਂ ਕਿਸੇ ਨਾਲ ਗੱਲ ਕਰਨੀ ਹੈ, ਮੈਂ ਕਿਸੇ ਨਾਲ ਉਸੇ ਪਰਿਵਾਰ 'ਚੋਂ ਕਿਸੇ ਹੋਰ ਮੈਂਬਰ ਨੂੰ ਫੋਨ ਕਰਕੇ ਵਧਾਈਆਂ ਦੇ ਦਿੰਦੀ ਹਾਂ ਵੀ ਜਦੋਂ ਠੀਕ ਹੋ ਗਏ ਤਾਂ ਜਦੋਂ ਘਰ ਚਲੇ ਗਏ ਮੈਨੂੰ ਦੱਸ ਦਿਓ, ਫਿਰ ਮੈਂ ਉਹਨਾਂ ਦੇ ਨਾਲ ਗੱਲ ਕਰੂੰ। ਜਾਂ ਮੈਂ ਉੱਦਾਂ ਮੈਸੇਜ ਕਰਦੀ ਨੇ ਵੀ ਮੈਨੂੰ ਬਹੁਤ ਖੁਸ਼ੀ ਆ ਵੀ ਮੈਂ ਪਰ ਤੁਹਾਨੂੰ ਥੋੜ੍ਹੇ ਦਿਨ ਰੁਕ ਕੇ ਕਾਲ ਕਰੂੰ ਹਾਲੇ, ਕਿਉਂਕਿ ਤੁਹਾਨੂੰ ਆਪਦੇ ਲਈ ਬਹੁਤ ਟਾਈਮ ਚਾਹੀਦਾ, ਹੈ ਨਾ। ਮੈਂ ਨਹੀਂ ਕਹਿੰਦੀ ਮੈਂ ਬਹੁਤ ਸਿਆਣੀ ਹਾਂ, ਮੈਂ ਇਸ ਕਰਕੇ ਕਰਦੀ ਹਾਂ ਕਿਉਂਕਿ ਮੈਂ ਬਹੁਤ ਚੀਜ਼ਾਂ ਅਨੰਤ ਦੇ ਟਾਈਮ ਤੇ ਐਕਸਪੀਰੀਅੰਸ ਕੀਤੀਆਂ ਨੇ ਨਾ। ਤਾਂ ਮੰਮੀ ਨੇ ਫਿਰ ਮੈਨੂੰ ਕਿਹਾ, ਕਹਿੰਦੇ ਵੀ ਤੈਨੂੰ ਉਹਨਾਂ ਦਾ ਮੈਸੇਜ ਆਇਆ ਸੀਗਾ ਜਾਂ ਫੋਨ ਆਇਆ ਸੀ, ਤੂੰ ਕਹਿੰਦੇ ਜਵਾਬ ਨਹੀਂ ਦਿੱਤਾ। ਮੈਂ ਕਿਹਾ ਉਹਨਾਂ ਨੂੰ ਖੁਦ ਸਮਝ ਹੋਣੀ ਚਾਹੀਦੀ ਆ ਵੀ ਮਤਲਬ ਮੇਰੇ ਕੋਲ ਨਹੀਂ, ਮਤਲਬ ਮੈਂ ਉਹ ਕਈ ਵਾਰ ਤੁਸੀਂ ਤੁਹਾਡਾ ਦਿਲ ਵੀ ਨਹੀਂ ਕਰਦਾ ਹੁੰਦਾ ਹੈਗਾ, ਹੈ ਨਾ। ਕਿਉਂਕਿ ਬਹੁਤ ਸਾਰੀਆਂ ਤੁਸੀਂ ਆਪਦੀ ਬੋਡੀ ਪੇਨ ਦੇ ਨਾਲ, ਹੈ ਨਾ, ਤੁਹਾਡੀ ਜਦੋਂ ਸਰਜਰੀ ਹੋਈ ਹੁੰਦੀ ਆ ਜਾਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਪਹਿਲੀ ਵਾਰ ਐਕਸਪੀਰੀਅੰਸ ਕਰ ਰਹੇ ਹੋ ਜਿਹੜੀਆਂ ਕਿ ਤੁਹਾਨੂੰ ਪਹਿਲਾਂ ਨਹੀਂ ਦੱਸੀਆਂ ਹੁੰਦੀਆਂ, ਤਾਂ ਤੁਹਾਡੇ ਲਈ ਉਹ ਨਵੀਆਂ ਹੁੰਦੀਆਂ ਨੇ ਤੇ ਤੁਸੀਂ ਉਹਨਾਂ ਦੇ ਨਾਲ ਹੀ ਡੀਲ ਕਰਦੇ ਰਹਿੰਦੇ ਹੋ, ਹੈ ਨਾ। ਫੋਨ ਤਾਂ ਤੁਹਾਨੂੰ ਭੁੱਲ ਹੀ ਜਾਂਦੇ ਨੇਗੇ ਉਸ ਟਾਈਮ ਤੇ ਫਿਰ ਮੈਂ ਕਿਹਾ ਵੀ ਵੈਸੇ ਗੁੱਸਾ ਕਰਨ ਵਾਲੀ ਗੱਲ ਹੈ ਨਹੀਂ ਸੀ ਕਿਉਂਕਿ ਉਹ ਮੇਰੇ ਨਾਲੋਂ ਜ਼ਿਆਦਾ ਤਜਰਬਾ, ਉਹਨਾਂ ਦੇ 2 ਬੱਚੇ ਨੇ, ਹੈ ਨਾ, ਮੇਰੇ ਤੋਂ ਪਹਿਲਾਂ। ਤੇ ਵੀ ਪਰ ਫਿਰ ਵੀ ਜੇ ਉਹਨਾਂ ਨੇ ਗੁੱਸਾ ਕੀਤਾ ਵੀ ਫਿਰ ਮੈਂ ਮਤਲਬ ਮੈਨੂੰ
ਇਸ ਚੀਜ਼ ਦਾ ਪਛਤਾਵਾ ਨਹੀਂ ਹੈਗਾ ਕੋਈ। ਤੁਸੀਂ ਦੇਖੋ ਗੁਰਦੀਪ, ਇਹ ਤਾਂ ਮਤਲਬ ਉਹ ਲੋਕ ਨੇ ਵੀ ਜਿਹੜੇ ਆਪਾਂ ਨੂੰ ਅਜੇ ਦੂਰੋਂ ਜਾਣਦੇ ਹੁੰਦੇ ਨੇ ਨਾ, ਉਹਨਾਂ ਨੂੰ ਪਤਾ ਨਹੀਂ ਹੁੰਦਾ ਘਰ 'ਚ ਇਸ ਵਕਤ ਬੱਚੇ ਨਾਲ ਜਾਂ ਮਾਂ ਨਾਲ ਕੀ ਹੋ ਰਿਹਾ ਹੋਊਗਾ, ਜਾਂ ਕਿੰਨੇ ਕੁ ਜਾਣੇ ਆ ਜਾ ਰਹੇ ਹੋਣਗੇ ਵੀ ਅਗਲੇ ਕੋਲ ਵਕਤ ਨਹੀਂ। ਸਾਡੇ ਗੁਆਂਢ 'ਚ ਕਿਸੇ ਦੇ ਬੱਚਾ ਹੋਇਆ, 11 ਦਿਨ ਬਾਅਦ ਉਹ ਫੰਕਸ਼ਨ ਕਰ ਰਹੇ ਨੇ ਨਿਆਣੇ ਦਾ, ਔਰ ਇੰਨੇ ਜ਼ੋਰ ਨਾਲ ਮਤਲਬ ਉਹਨਾਂ ਨੇ ਡੀਜ਼ੇ ਲਾਇਆ ਹੋਇਆ। ਤੁਸੀਂ ਦੇਖੋ ਵੀ ਆਪਾਂ ਸਾਲ ਡੇਢ ਤੱਕ ਨਿਆਣੇ ਨੂੰ ਵਿਆਹ ਸ਼ਾਦੀ ਲਿਜਾਣਾ ਅਵੋਇਡ ਕਰਦੇ ਆ ਇਸੇ ਲਈ, ਹੈ ਨਾ, ਵੀ ਇੰਨੀ ਜ਼ਿਆਦਾ ਆਵਾਜ਼ ਹੁੰਦੀ ਆ, ਬੱਚੇ 'ਤੇ ਬਹੁਤ ਅਸਰ ਹੁੰਦਾ। ਤੇ ਹੁਣ ਕੀ ਮਾਂ ਚਾਹੁੰਦੀ ਆ ਵੀ ਉੱਠ ਕੇ 15 ਦਿਨ ਬਾਅਦ ਹੀ ਤੁਸੀਂ ਮੇਰੇ ਨਿਆਣੇ ਦੀ ਸੈਲੀਬ੍ਰੇਸ਼ਨ ਕਰਨ ਲੱਗ ਜਾਓ? ਮਾਂ ਦੇ ਤਾਂ ਸਰੀਰ 'ਚ ਇੰਨਾ ਦਮ ਨਹੀਂ ਹੁੰਦਾ ਵੀ ਉਹ ਜਾ ਕੇ ਚੰਗੀ ਤਰ੍ਹਾਂ ਵਾਸ਼ਰੂਮ 'ਚ ਚਲੀ ਜਾਵੇ, ਹੈ ਨਾ। ਉਹਦੇ ਲਈ ਵੀ ਆਪਾਂ ਕਿਸੇ ਦਾ ਸਹਾਰਾ ਲੱਭਦੇ ਹਾਂ। ਤੇ 11 ਦਿਨ ਬਾਅਦ ਘਰ 'ਚ ਫੰਕਸ਼ਨ ਹੋ ਰਿਹਾ, ਇੰਨੇ ਜਾਣੇ ਆ ਰਹੇ ਨੇ, ਕੋਈ ਐਡਾ ਵੱਡਾ ਟੈਡੀ ਵੀਅਰ ਚੱਕੀ ਆ ਰਿਹਾ, ਕੋਈ ਕੁਛ ਚੱਕੀ ਆ ਰਿਹਾ। ਮਤਲਬ 11 ਦਿਨ ਦੇ ਨਿਆਣੇ ਨੇ ਕੀ ਉਸ ਟੈਡੀ ਵੀਅਰ ਨਾਲ ਖੇਡਣਾ, ਹੈ ਨਾ। ਤੁਸੀਂ ਘਰੇ ਵੀ ਗੱਲ ਤੇ ਮਤਲਬ ਮਾਂ ਤੇ ਕੀ ਬੀਤ ਰਹੀ ਹੋਗੀ ਜਿਹਦੀ ਪੂਰੀ ਬਾਡੀ ਹਲੇ ਤੱਕ ਠੀਕ ਨਹੀਂ, ਤੇ ਨਿਆਣੇ ਲਈ ਉਹ ਆਵਾਜ਼ ਜਾਂ ਇੰਨਾ ਜ਼ਿਆਦਾ ਰਿਸ਼ਤੇਦਾਰਾਂ ਦਾ ਆਉਣਾ, ਫਿਰ ਮਾਂ ਨੂੰ ਰੈਸਟ ਨਹੀਂ ਮਿਲਣੀ, ਬੱਚੇ ਨੂੰ ਮਤਲਬ ਤੁਸੀਂ ਪਹਿਲਾਂ ਹੀ ਮੁੱਢ ਬੰਨ ਦਿੰਦੇ ਹੋ ਵੀ ਨਿਆਣਾ ਤੁਹਾਡਾ ਠੀਕ ਨਾ ਰਹੇ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ ਭੈਣੇ, ਚਾਹੇ ਤੁਸੀਂ ਉੱਠ ਕੇ ਕੋਈ ਕੰਮ ਨਹੀਂ ਕਰਨਾ, ਕਿਸੇ ਨੂੰ ਤੁਸੀਂ ਪਾਣੀ ਦਾ ਗਲਾਸ ਨਹੀਂ ਫੜਾਉਣਾ, ਪਰ ਫਿਰ ਵੀ ਜਦੋਂ ਤੁਹਾਨੂੰ ਇਹ ਹੁੰਦਾ ਨਾ ਵੀ ਤੁਹਾਡੇ ਘਰੇ ਕੋਈ ਆ ਰਿਹਾ ਤੁਹਾਡਾ ਬੱਚਾ ਦੇਖਣ ਜਾਂ ਤੁਹਾਨੂੰ ਮਿਲਣ, ਤੁਸੀਂ ਘੱਟੋ ਘੱਟ ਇਹ ਤਾਂ ਮਤਲਬ ਤੁਹਾਨੂੰ ਹੁੰਦਾ ਵੀ ਯਾਰ ਘੱਟੋ ਘੱਟ ਮੈਂ ਉੱਠ ਕੇ ਆਦਾ ਮੂੰਹ ਸਿਰ ਤਾਂ ਕਰ ਲਵਾਂ, ਬੈੱਡ ਦੀ ਚਾਦਰ ਬਦਲਣ ਦੀ। ਕਈ ਵਾਰੀ ਤੁਹਾਡਾ ਨਹੀਂ ਸੱਚੀ ਦਿਲ ਕਰਦਾ ਹੁੰਦਾ ਵੀ ਉਸ ਟਾਈਮ ਤੇ ਤੁਸੀਂ, ਮੈਂ ਹੁਣ ਕਿਵੇਂ ਸਮਝਾਵਾਂ ਵੀ ਕਈ ਵਾਰ ਤੁਹਾਡਾ ਦਿਲ ਨਹੀਂ ਹੋਈ ਕਰਦਾ ਹੁੰਦਾ ਵੀ ਉੱਠ ਕੇ ਤੁਸੀਂ ਉਹਦੇ ਕੱਪੜੇ ਵੀ, ਅਗਲੇ ਨੇ ਆਉਣਾ ਤਾਂ ਤੁਸੀਂ ਤਾਂ ਸਪੈਸ਼ਲ ਉੱਠ ਕੇ ਉਹ ਕਰੋ, ਹੈ ਨਾ। ਨਹੀਂ ਤੁਸੀਂ ਉਹਦੇ ਘਰੇ ਬੈਠੇ ਹੋ, ਆਰਾਮ 'ਚ ਬੈਠੇ ਹੋ, ਜੇ ਤੁਹਾਡਾ ਘੰਟਾ ਠਹਿਰ ਕੇ ਵੀ ਦਿਲ ਕਰਦਾ ਤਾਂ ਤੁਸੀਂ ਘੰਟਾ ਰੁੱਕ ਕੇ ਵੀ ਕਰ ਸਕਦੇ ਹੋ ਉਹਦੇ ਕੱਪੜੇ ਚੇਂਜ। ਪਰ ਜਦ ਤੁਹਾਨੂੰ ਪਤਾ ਹੁੰਦਾ ਵੀ ਕਿਸੇ ਨੇ ਆਉਣਾ, ਹੈ ਨਾ, ਜਾਂ ਕੁਛ ਵੀ ਆ, ਫਿਰ ਪਤਾ ਕਿ ਅਗਲਾ ਇਹ ਵੀ ਨਹੀਂ ਸਮਝਦਾ ਵੀ ਹਾਂ ਭਾਈ ਨਹੀਂ ਇਹ ਮੌਕਾ ਹੀ ਇਹੋ ਜਿਹਾ ਹੁੰਦਾ ਵੀ ਕਈ ਵਾਰ ਨਹੀਂ ਵੀ ਦਿਲ ਕਰਦਾ, ਜਾਂ ਹੋ ਸਕਦਾ ਸਰੀਰਕ ਤੌਰ ਤੇ ਬੰਦਾ ਨਾ ਠੀਕ ਹੋਵੇ, ਅਗਲਾ ਕਹਿੰਦਾ ਲੈ ਮੂੰਹ ਸਿਰ ਵੀ ਨਹੀਂ ਸੀ ਸਵਾਰਿਆ ਹੋਇਆ। ਉਹ ਚੀਜ਼ਾਂ ਨਹੀਂ ਵੀ ਆਪਾਂ ਕੱਪੜੇ ਬਦਲਣੇ, ਤੁਸੀਂ ਮਤਲਬ ਰੈਸਟਲੈਸ ਜੇ ਹੋ ਜਾਂਦੇ ਹੋ ਵੀ ਇਹ ਵੀ ਹੁੰਦਾ ਵੀ ਤੁਸੀਂ ਉਹਦੇ ਨਿਆਣੇ ਦੇ ਕੱਪੜੇ ਫਟਾਫਟ ਬਦਲ ਦਿੰਦੇ ਹੋ। ਮੈਂ ਆਪਦੀ ਭਤੀਜੀ ਨੂੰ ਦੇਖਣ ਜਾਣਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਆਵਾਂਗੇ ਬਹੁਤ ਸੱਜਰੇ, ਕਿਉਂਕਿ ਅੱਗੇ ਫਿਰ ਮੈਂ ਆਪਦੇ ਪਿੰਡ ਜਾਣਾ ਸੀਗਾ, ਉੱਥੇ ਮੇਰੇ ਭਤੀਜੇ ਦਾ ਜਨਮ ਦਿਨ ਸੀਗਾ। ਤੇ ਮੈਂ ਭਾਬੀ ਉਹਨਾਂ ਨੂੰ ਫੋਨ ਕੀਤਾ ਵੀ ਭਾਬੀ ਮੈਂ ਆਉਂਗੀ ਤੇ ਅਸੀਂ ਆਵਾਂਗੇ ਥੋੜਾ ਜਿਹਾ ਸੱਜਰੇ। ਤੇ ਜਦੋਂ ਮੈਂ ਜਾ ਕੇ ਦੇਖਿਆ 8.5ਵਾਂ ਦਿਨ ਉਹਨਾਂ ਨੇ ਉਹਨੂੰ ਨਵਾਇਆ ਹੋਇਆ। ਮੈਂ ਕਿਹਾ ਤੁਸੀਂ ਇਹਨੂੰ ਇੰਨੀ ਸੱਜਰੇ ਕਾਤੇ ਨਵਾਤਾ? ਭਾਬੀ ਕਹਿੰਦੇ ਮੈਨੂੰ ਆਏ ਸੀ ਇਹਦੀ ਭੂਆ ਨੇ ਆਉਣਾ। ਤੇ ਮੈਂ ਕਿਹਾ ਭੂਆ ਕਿਹੜਾ ਮੜਨ ਲੱਗੀ ਸੀ? ਸਹੀ ਗੱਲ। ਮੈਂ ਆਪਦੇ ਮਾਮਾ ਜੀ ਦੀ ਪੁੱਤੀ ਨੂੰ ਦੇਖਣ ਗਈ ਤੇ ਮੈਂ ਕਿਹਾ ਭਾਬੀ ਮੈਂ ਕਿਹੜਾ ਮੁੜਨ ਲੱਗੀ ਸੀ, ਮੈਂ ਕਿਹਾ ਮੈਂ ਆਉਣਾ ਸੀ ਤੇ ਤੁਸੀਂ ਇਹਨੂੰ ਵਿਚਾਰੀ ਨੂੰ ਸਵੇਰੇ 8:30 ਵਜੇ ਨੂੰ ਇੰਨਾ ਨਵਾਤਾ। ਕਹਿੰਦੇ ਹਾਂ। ਮੈਂ ਕਹਿੰਦੀ ਇਦਾਂ ਨਾ ਕਰਿਆ ਕਰੋ, ਵੀ ਇਦਾਂ ਨਹੀਂ ਕਰਨਾ ਚਾਹੀਦਾ। ਵੀ ਕੋਈ ਗੱਲ ਨਹੀਂ, ਮੈਂ ਕਿਹੜਾ, ਮੈਨੂੰ ਕਿਹੜਾ ਪਤਾ ਨਹੀਂ ਹੈਗਾ ਵੀ ਤੁਸੀਂ ਬੱਚੇ ਨੂੰ ਸੰਭਾਲਦੇ ਹੋ ਜਾਂ ਤੁਸੀਂ ਉਹਦੀ ਕੇਅਰ ਕਰਦੇ ਹੋ, ਜਾਂ ਜੇ ਇਹਦੇ ਕੱਪੜੇ ਨਹੀਂ ਬਦਲੇ ਹੋਣਗੇ ਜਾਂ ਇਹ ਰਾਤ ਵਾਲੇ ਕੱਪੜਿਆਂ 'ਚ ਹੋ ਕੇ ਮੈਂ ਕਿਹੜਾ ਇਹਨੂੰ ਬਿਨਾਂ ਸ਼ਗਨ ਦਿੱਤੇ ਮੁੜਨਾ ਆ। ਪਰ ਗਲਤੀ ਉਹਨਾਂ ਦੀ ਨਹੀਂ ਸੀ, ਇਹ ਹੁੰਦਾ ਹੀ ਇੱਦਾਂ। ਆਪਾਂ ਨੂੰ ਵੀ ਹੁੰਦਾ ਵੀ ਜੇ ਕੋਈ ਸਾਡਾ ਬੱਚਾ ਦੇਖਣ ਆਇਆ, ਹੁਣ ਜੇ ਅਨੰਤ ਨਾਲ ਵੀ ਕਿਸੇ ਨੂੰ ਫੋਨ ਆ ਜਾਂਦਾ ਸੀ ਵੀ ਅਸੀਂ ਦੇਖਣ ਆ ਰਹੇ ਹਾਂ, ਤਾਂ ਸਾਨੂੰ ਇਹ ਹੁੰਦਾ ਸੀ ਵੀ ਫਟਾਫਟ ਚੱਲ ਇਹਦੇ ਕੱਪੜੇ ਚੇਂਜ ਕਰ ਦਿਓ, ਹੈ ਨਾ। ਤਾਂ ਨਿਆਣੇ ਨੂੰ ਵੀ ਤੁਸੀਂ ਤੰਗ ਕਰਦੇ ਹੋ ਤੇ ਤੁਸੀਂ ਫਿਰ ਆਪਦਾ ਵੀ ਮੂੰਹ ਸਿਰ ਸਵਾਰਨ ਭੱਜਦੇ ਹੋ, ਫਟਾਫਟ ਕੱਪੜੇ ਚੇਂਜ ਕਰਦੇ ਹੋ, ਹੈ ਨਾ। ਤਾਂ ਉਹ ਮੈਨੂੰ ਲੱਗਦਾ ਕਿ ਉੱਥੇ ਵੀ ਤੁਸੀਂ ਜ਼ਿਆਦਾ ਰੈਸਟਲੈਸ ਹੋ ਜਾਂਦੇ ਹੋ। ਬਿਲਕੁਲ। ਨਾਲੇ ਗੁਰਦੀਪ ਚਲੋ ਜੇ ਮਜਬੂਰੀ ਆ ਤੁਹਾਡੀ, ਤੁਸੀਂ ਦੇਖਣ ਚਲੇ ਵੀ ਗਏ, ਨਹੀਂ ਤੁਹਾਡੇ ਤੋਂ ਰਿਹਾ ਗਿਆ, ਹੈ ਨਾ, ਮੈਨੂੰ ਲੱਗਦਾ ਵੀ ਉੱਥੇ ਵੀ ਤੁਹਾਨੂੰ ਕਿਸੇ ਨੇ ਚਾਹ ਪਿਲਾ ਕੇ ਵੀ ਸਿੰਪਲ ਮੋੜਿਆ ਤਾਂ ਉਹਦੇ 'ਚ ਵੀ ਤੁਹਾਨੂੰ ਸਮਝ ਲੈਣਾ ਚਾਹੀਦਾ। ਇਹ ਜਿਹੜੀਆਂ ਇੰਨੀਆਂ ਜ਼ਿਆਦਾ ਅਸੀਂ ਜਾ ਕੇ ਮਤਲਬ ਫਰਮਾਇਸ਼ਾਂ ਨਹੀਂ ਕੋਈ ਵੀ ਕਰਦਾ, ਪਰ ਉਮੀਦਾਂ ਕਰਨ ਲੱਗ ਜਾਂਦੇ ਆ ਵੀ ਹੁਣ ਜੇ ਬੱਚਾ ਹੋਇਆ ਤਾਂ ਸਾਨੂੰ ਘਰੋਂ ਵਧੀਆ ਰੋਟੀ ਵੀ ਖਵਾ ਕੇ ਤੋਰਨ। ਫਿਰ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਇਹ ਤਾਂ ਆਮ ਨੋਰਮਲ ਗੱਲ ਆ, ਮੈਂ ਇਸ ਚੀਜ਼ ਦਾ ਤਜਰਬਾ ਕੀਤਾ ਕਿ ਮੁੰਡਾ ਹੋਏ ਤੇ ਤੁਸੀਂ ਕਿਸੇ ਨੂੰ ਮਤਲਬ ਲੋਕੀ ਨਹੀਂ ਡਰਿੰਕ ਕਰਵਾਉਂਦੇ, ਜਾਂ ਤੁਸੀਂ ਕੋਈ ਇੱਦਾਂ ਦਾ ਮਟਨ ਚਿਕਨ ਨਹੀਂ ਬਣਾ ਕੇ ਰੋਟੀ ਖਵਾਉਂਦੇ, ਤਾਂ ਉਹ ਵੀ ਲੋਕ ਸਾਲਾਂ ਤੱਕ ਇਸ ਚੀਜ਼ ਦੀਆਂ ਗੱਲਾਂ ਕਰਦੇ ਨੇ, ਹੈ ਨਾ। ਵੀ ਉਹਨਾਂ ਦੇ ਤਾਂ ਪਤਾ ਨਹੀਂ ਮੁੰਡਾ ਹੋਇਆ ਸੀ ਉਹ ਤਾਂ ਸੋਗ ਹੀ ਪਾਈ ਬੈਠੇ ਸੀ, ਫਿਰ ਵੀ ਲੈ ਉਹਨਾਂ ਨੇ ਤਾਂ ਬੋਤਲ ਨਹੀਂ ਖੋਲੀ, ਉਹਨਾਂ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ। ਜਦ ਕਿ ਉਸ ਟਾਈਮ 'ਚ ਮਤਲਬ ਬੰਦੇ ਦੀ ਤੇ ਔਰਤ ਦੀ ਦੋਨਾਂ ਦੀ ਜ਼ਰੂਰਤ ਹੁੰਦੀ ਆ ਘਰ 'ਚ। ਇੱਕ ਮੈਨੂੰ ਹੋਰ ਬੜੀ ਹਾਸੇ ਵਾਲੀ ਗੱਲ ਆਉਂਦੀ ਹੁੰਦੀ ਆ ਵੀ ਨਿਆਣਾ ਹੋਇਆ ਨਾ, ਉਹ ਤਾਂ ਸਾਰਿਆਂ ਨੂੰ ਭੁੱਲ ਜਾਂਦਾ। ਨਾਨਕੇ ਦਾਦਕੇ ਆਪਸ 'ਚ ਨਾ ਰਸਮਾਂ ਰਿਵਾਜ਼ਾਂ ਪਿੱਛੇ ਲੜੀ ਜਾਂਦੇ ਨੇ। ਮਤਲਬ ਵੀ ਜੇ ਕੁੜੀ ਦੀ ਮਾਂ ਉਹ ਕਰੀ ਜਾਂਦੀ, ਸਾਡੇ ਤਾਂ ਐ ਨਹੀਂ ਹੁੰਦਾ ਹੈਗਾ। ਮੁੰਡੇ ਵਾਲੇ ਕਹਿ ਦਿੰਦੇ ਨੇ ਸਾਡੇ ਤਾਂ ਆਈਓ ਹੀ ਹੁੰਦਾ, ਅਸੀਂ ਆਈ ਕਰਾਂਗੇ। ਦਾਦਕੇ ਨਾ ਇਹਨਾਂ ਚੀਜ਼ਾਂ ਪਿੱਛੇ ਲੜੀ ਜਾਂਦੇ। ਦੇਖੋ ਜਿਵੇਂ ਬਹੁਤ ਸਾਰੇ ਪਰਿਵਾਰਾਂ 'ਚ ਮੈਨੂੰ ਲੱਗਦਾ 13ਵੇਂ ਤੇ ਨਾ ਚੁੱਲਾ ਚੌਂਕਾ ਜਿਹਾ ਉਹ ਰਸਮ ਕਰਦੇ ਆ ਬਾਹਰ ਵਧਾਉਣ ਦੀ। ਸਾਡੇ ਜਿਵੇਂ 21 ਦਿਨਾਂ ਤੇ ਕਰਦੇ ਉਹਨੂੰ 21 ਕਹਿ ਦਿੰਦੇ ਆ।
ਵੀ ਉਧਰੋਂ ਤਾਂ ਕੁੜੀ ਵਾਲੇ ਗਹਿਣੇ ਗੱਟੇ ਤੇ ਕੱਪੜੇ ਖਰੀਦਣ ਜਾ ਰਹੇ ਹੁੰਦੇ ਨੇ, ਉਧਰੋਂ ਮਜਬੂਰੀ 'ਚ ਹੁਣ ਤੁਸੀਂ ਵੀ ਤਾਂ ਆਇਆਂ ਨੂੰ ਦਓਗੇ ਨਾ। ਉਹ 15 ਦਿਨ ਪਹਿਲਾਂ ਜਿਹੜੀ ਮਾਂ ਦੇ ਨਿਆਣਾ ਹੋਇਆ ਹੁੰਦਾ ਉਹਨੂੰ ਬਾਜ਼ਾਰ ਲਈ ਫਿਰਦੇ ਹੁੰਦੇ ਭਾਈ ਉਹਦੀ ਪਸੰਦ ਦਾ ਤੂੰ ਵੀ ਖਰੀਦ ਲਾ ਆਪਣੇ ਪੇਕਿਆਂ ਲਈ, ਹੈ ਨਾ। ਮੈਨੂੰ ਲੱਗਦਾ ਚਲੋ ਉਹ ਇੱਕ ਰਸਮਾਂ ਤੁਸੀਂ 1.25 ਮਹੀਨੇ ਤੇ ਕਰ ਲਓ, ਤੁਸੀਂ 2.5 ਤੇ ਕਰ ਲਓ, ਤੁਹਾਡੀ ਮਰਜ਼ੀ ਆ। ਪਰ ਵੱਡੇ ਵੱਡੇ ਫੰਕਸ਼ਨ ਕਰਨੇ ਜਾਂ ਫਿਰ ਇੰਨਾ ਜ਼ਿਆਦਾ ਆਉਣ ਜਾਣ, ਇਹ ਜਿਹੜਾ ਤੁਹਾਨੂੰ 1.5-2 ਮਹੀਨੇ ਘੱਟੋ ਘੱਟ ਅਵਾਇਡ ਕਰ ਲੈਣਾ ਚਾਹੀਦਾ ਨਾ, ਇਹਦੀ ਮਨਾਹੀ ਕਰਨੀ ਹੋਣੀ ਚਾਹੀਦੀ। ਬਿਲਕੁਲ। ਸੋ ਪ੍ਰੋਗਰਾਮ ਅਸੀਂ ਹਮੇਸ਼ਾ ਦੀ ਤਰ੍ਹਾਂ ਲੰਬਾ ਕਰ ਲੈਂਦੇ ਹਾਂ, ਪਰ ਸੱਚੀ ਇਹ ਸਾਨੂੰ ਦੇਖਣ ਨੂੰ ਜਾਂ ਸੁਣਨ ਨੂੰ ਲੱਗੋ ਕਿ ਬਹੁਤ ਛੋਟੀ ਜਿਹੀ ਗੱਲ ਆ, ਪਰ ਜਦੋਂ ਵੀ ਤੁਹਾਡੇ ਘਰ ਕੋਈ ਨਵਾਂ ਬੱਚਾ ਜਨਮ ਲੈਂਦਾ ਆ ਤਾਂ ਸਾਨੂੰ ਹਮੇਸ਼ਾ ਉਹ 1.25 ਮਹੀਨਾ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਕਿ ਪੁਰਾਣੇ ਬਜ਼ੁਰਗ ਕਿਉਂ ਕਹਿੰਦੇ ਸੀ ਭਾਈ ਹਲੇ ਸ਼ਿਲਾ ਚੱਲਦਾ ਜਾਂ ਸ਼ਿਲੇ 'ਚ ਆਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਇਹ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ। ਸੋ ਜਦੋਂ ਤੁਹਾਡੇ ਘਰ ਬੱਚਾ ਜਨਮ ਲੈਂਦਾ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਆ ਤੁਹਾਡੇ ਵਾਂਗ ਹੀ, ਪਰ ਉੱਥੇ ਜਿਹੜੀਆਂ ਬੱਚੇ ਤੇ ਮਾਂ ਦੀ ਸਿਹਤ ਨੂੰ ਲੈ ਕੇ ਜੁੜੀਆਂ ਹੋਈਆਂ ਗੱਲਾਂ ਨੇ, ਖੁਸ਼ੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਕਦੇ ਵੀ ਨਾ ਭੁੱਲੋ। ਜਾਂ ਤੁਸੀਂ ਵੀ ਜੇ ਕਿਸੇ ਦੇ ਘਰ ਕਿਸੇ ਦਾ ਬੱਚਾ ਦੇਖਣ ਜਾਂਦੇ ਹੋ, ਪਹਿਲੀ ਗੱਲ ਤੇ ਬੱਚੇ ਨੂੰ 1.25 ਮਹੀਨਾ ਆਪਾਂ ਜਿੰਨਾ ਹੋ ਸਕੇ ਘੱਟ ਚੱਕੀਏ। ਡਾਕਟਰ ਵੀ ਕਈ ਵਾਰ ਕਹਿ ਦਿੰਦੇ ਨੇ ਵੀ ਚੱਕਣਾ ਨਹੀਂਗਾ, ਪਾ ਕੇ ਰੱਖੋ, ਬੈੱਡ ਤੇ ਪਾ ਕੇ ਰੱਖੋ। ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਨਹੀਂ, ਜਿੰਨੀ ਦੇਰ ਤੱਕ ਅਸੀਂ ਕੁੱਛੜ ਨਹੀਂ ਚੱਕਦੇ ਹੈਗੇ ਉਨੀ ਦੇਰ ਤੱਕ ਇਹਨੂੰ ਪਤਾ ਹੀ ਨਹੀਂ ਲੱਗਣਾ ਵੀ ਸਾਨੂੰ ਇਹਦਾ ਪਿਆਰ ਆਉਂਦਾ। ਜਿੰਨਾ ਹੋ ਸਕੇ ਬੱਚੇ ਨੂੰ ਉਹਦੀ ਚਮੜੀ ਨੂੰ ਘੱਟ ਹੱਥ ਲੱਗੇ। ਦੂਸਰੀ ਗੱਲ, ਜਦੋਂ ਤੁਸੀਂ ਬੱਚੇ ਨੂੰ ਸ਼ਗਨ ਦਿੰਦੇ ਹੋ, ਜੇ ਪੈਸਿਆਂ ਦਾ ਵੀ ਦਿੰਦੇ ਹੋ, ਤਾਂ ਉਹ ਸ਼ਗਨ ਤੁਹਾਡਾ ਉਨਾ ਹੀ ਰਹੂਗਾ ਜੇ ਤੁਸੀਂ ਉਹਦੀ ਮਾਂ ਦੇ ਜਾਂ ਉਹਦੀ ਦਾਦੀ ਜਾਂ ਪਿਓ ਦੇ ਹੱਥ 'ਚ ਵੀ ਦੇ ਦੇਵੋ। ਤਾਂ ਬੱਚੇ ਦੇ ਹੱਥ 'ਚ ਅਸੀਂ ਪੈਸਾ ਨਾ ਦਈਏ, ਕਿਉਂਕਿ ਅਲੱਗ-ਅਲੱਗ ਹੱਥ ਲੱਗੇ ਹੁੰਦੇ ਨੇ। ਉਸ ਟਾਈਮ ਬੱਚੇ ਦੀ ਸਿਹਤ ਜਾਂ ਪੂਰਾ ਸਰੀਰ ਆ ਜਿਹੜਾ ਉਹਦਾ ਬਹੁਤ ਹੀ ਸੈਂਸਿਟਿਵ ਹੁੰਦਾ। ਸੋ ਇਹ ਛੋਟੀਆਂ-ਛੋਟੀਆਂ ਗੱਲਾਂ ਨੇ। ਕਿਸੇ ਦੇ ਬੱਚਾ ਹੋਇਆ, ਜ਼ਰੂਰੀ ਨਹੀਂ ਵੀ ਤੁਸੀਂ ਉਸੇ ਟਾਈਮ ਉਸੇ ਘੜੀ ਜਾ ਕੇ ਨਿਆਣੇ ਨੂੰ ਦੇਖਣਾ, ਫੋਨ ਤੇ ਵਧਾਈਆਂ ਦਿਓ। ਕੁਛ ਕੁ ਦਿਨਾਂ ਦਾ ਉਹਨੂੰ ਹੋ ਲੈਣ ਦਿਓ। 1.25 ਮਹੀਨਾ ਤੁਸੀਂ ਨਹੀਂ ਵੇਟ ਕਰ ਸਕਦੇ ਤਾਂ ਤੁਸੀਂ ਘੱਟੋ ਘੱਟ ਹਫ਼ਤਾ, 1.5 ਹਫ਼ਤਾ ਰੁਕ ਕੇ ਉਹਨਾਂ ਦੇ ਘਰ ਜਾਓ। ਖਾਸ ਤੌਰ 'ਤੇ ਜੇ ਬੱਚਾ ਹਸਪਤਾਲ ਦੇ ਵਿੱਚ ਜਨਮ ਲੈਂਦਾ, ਜਿਹੜੀ ਮਾਂ ਵਾ ਉਹਦੀ ਸਰਜਰੀ ਹੋਈ ਆ, ਤਾਂ ਉੱਥੇ ਤਾਂ ਬਹੁਤ ਜ਼ਰੂਰੀ ਹੋ ਜਾਂਦਾ। 8 ਦਿਨ ਤਾਂ ਡਾਕਟਰ ਵੀ ਕਹਿੰਦੇ ਨੇ ਕਿ ਤੁਹਾਨੂੰ ਬਹੁਤ ਸੰਭਾਲ ਦੀ ਜ਼ਰੂਰਤ ਆ। ਜੇ ਨਹੀਂ ਸੰਭਾਲ ਰੱਖੋਗੇ ਤਾਂ ਸਾਰੀ ਉਮਰ ਤੁਸੀਂ ਤੰਗ ਹੋਵੋਗੇ। ਸੋ ਪਹਿਲਾ 1.25 ਮਹੀਨਾ ਤਾਂ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਬੇਹੱਦ ਧਿਆਨ ਰੱਖਣ ਵਾਲਾ ਮਹੀਨਾ ਆਉਂਦਾ। ਸੋ ਤੁਸੀਂ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖੋ। ਜਿਨ੍ਹਾਂ ਦੇ ਘਰੇ ਤੁਸੀਂ ਜਾ ਰਹੇ ਹੋ ਤਾਂ ਵੀ, ਜੇ ਕੋਈ ਤੁਹਾਡੇ ਘਰੇ ਆ ਰਿਹਾ ਤਾਂ ਵੀ, ਹੈ ਨਾ। ਸੋ ਹੁਣ ਇਜਾਜ਼ਤ ਚਾਹੁੰਦੇ ਹਾਂ ਅਸੀਂ ਤੁਹਾਡੇ ਤੋਂ। ਹਮੇਸ਼ਾ ਦੀ ਤਰ੍ਹਾਂ ਉਡੀਕ ਰਹੂਗੀ ਤੁਹਾਡੇ ਸੁਨੇਹਿਆਂ ਦੀ ਕਿ ਤੁਹਾਡਾ ਕੀ ਤਜਰਬਾ ਜਾਂ ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਘਰ 'ਚ ਨਵਾਂ ਬੱਚਾ ਹੋਣ 'ਤੇ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇਗੀਆਂ। ਇਹਨਾਂ ਗੱਲਾਂ ਬਾਤਾਂ ਦੇ ਨਾਲ ਮੈਂ ਗੁਰਦੀਪ ਗਰੇਵਾਲ, ਭੈਣ ਰੁਪਿੰਦਰ ਸੰਧੂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।